तू मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे ही सारे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ। ਹਾਂ, ਟੋਕ ਸ਼ੋ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਹਮੇਸ਼ਾ ਦੀ ਤਰ੍ਹਾਂ, ਤੇ ਇੱਕ ਖਾਸ ਗੈਸਟ ਵੀ ਤੁਹਾਡੇ ਨਾਲ ਰੂਬਰੂ ਕਰਾਉਣ ਵਾਸਤੇ ਲੈ ਕੇ ਆਈ ਹਾਂ ਜੋ ਸਾਨੂੰ ਦੇਣਗੇ ਖਾਸ ਜਾਣਕਾਰੀ ਅੱਜ ਦੇ ਹੈਲਥ ਟੌਪਿਕ 'ਤੇ, ਜੋ ਕਿ ਰਹੇਗਾ ਖੇਡਾਂ ਦੇ ਬਾਰੇ। ਖੇਡਾਂ ਅਸੀਂ ਹਮੇਸ਼ਾ ਤੋਂ ਖੇਡਦੇ ਆਏ ਹਾਂ, ਬਚਪਨ ਤੋਂ ਖੇਡਦੇ ਆਏ ਹਾਂ, ਪਰ ਜਦੋਂ ਸਾਡੀ ਇੱਕ ਖਾਸ ਇੱਕ ਖੁਆਇਸ਼ ਬਣ ਜਾਂਦੀ ਹੈ ਕਿ ਅਸੀਂ ਗਾਂਹ ਵਧਣਾ ਹੈ ਖੇਡਾਂ ਦੇ ਨਾਲ, ਅਤੇ ਕੁਛ ਨਾ ਕੁਛ ਅਸੀਂ ਇਹੋ ਜਿਹਾ ਜ਼ਰੀਆ ਲੱਭਦੇ ਹਾਂ ਜਿਹਦੇ ਨਾਲ ਅਸੀਂ ਆਪਣੇ ਖੇਡਾਂ ਨੂੰ ਬਿਹਤਰ ਬਣਾ ਸਕੀਏ। ਇਸ ਸਭ ਦੀ ਇਨਫੋਰਮੇਸ਼ਨ ਦੇਣ ਵਾਸਤੇ ਮੇਰੇ ਨਾਲ ਸਾਡੇ ਖਾਸ ਗੈਸਟ ਜੋ ਕਿ ਪ੍ਰਮੋਟ ਕਰਦੇ ਨੇ ਕ੍ਰਿਕਟ ਐਂਡ ਫੁੱਟਬਾਲ ਨੂੰ, ਉਹ ਹਾਜ਼ਰ ਨੇ, ਜਿਨ੍ਹਾਂ ਦਾ ਨਾਮ ਹੈ ਗੈਰੀ ਗਰੇਵਾਲ। ਸੋ ਸਵਾਗਤ ਕਰਾਂਗੇ ਕਾਸ਼ੀ ਟੀਵੀ 'ਤੇ ਗੈਰੀ ਜੀ ਦਾ। ਗੈਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਸ਼ੀ ਟੀਵੀ 'ਤੇ। ਥੈਂਕ ਯੂ ਸੋ ਮਚ ਫॉर ਕਮਿੰਗ ਟੂ ਕਾਸ਼ੀ ਟੀਵੀ। ਥੈਂਕ ਯੂ ਜੀ, ਥੈਂਕਸ ਫॉर ਇਨਵਾਈਟਿੰਗ ਮੀ। ਬਹੁਤ ਹੀ ਚੰਗਾ ਲੱਗਿਆ ਵੀ ਤੁਸੀਂ ਅੱਜ ਮੈਨੂੰ ਇਨਵਾਈਟ ਕੀਤਾ। ਗੈਰੀ ਜੀ, ਤੁਸੀਂ ਸਾਨੂੰ ਹੈਰੀ, ਸੌਰੀ ਆਮ ਸੇਇੰਗ ਗੈਰੀ, ਹੈਰੀ ਹੈਰੀ ਜੀ, ਤੁਹਾਡਾ ਸਵਾਗਤ ਦੁਬਾਰਾ ਕਰਦੀ ਹਾਂ ਕਿ ਮੈਂ ਤੁਹਾਨੂੰ ਹੈਰੀ ਕਹਿਣਾ ਸੀਗਾ, ਬਟ ਸਰ ਗੈਰੀ, ਸੌਰੀ ਅਬਾਊਟ ਦੈਟ। ਸੋ ਹੈਰੀ ਜੀ, ਤੁਸੀਂ ਇਹ ਦੱਸੋਗੇ ਵੀ ਤੁਸੀਂ ਆਪਣਾ ਕਿੱਥੋਂ ਦੀ ਸਟਾਰਟ ਕੀਤਾ, ਆਪਣੀ ਥੋੜ੍ਹੀ ਜਿਹੀ ਇੰਟਰੋਡਕਸ਼ਨ ਜਿਹੜੇ ਸਾਡੇ ਵਿਊਅਰਸ ਫਸਟ ਟਾਈਮ ਤੁਹਾਨੂੰ ਦੇਖ ਰਹੇ ਨੇ, ਅਤੇ ਉਹਨਾਂ ਨੂੰ ਆਪਣਾ ਥੋੜ੍ਹਾ ਜਿਹਾ ਪਰਿਚੈ ਦੱਸੋਗੇ ਕਿ ਹਾਊ ਡਿਡ ਯੂ ਕੇਮ ਇਨ ਟੂ ਕ੍ਰਿਕਟ ਐਂਡ ਫੁੱਟਬਾਲ। ਦੇਖੋ ਜੀ, ਇਹ ਪਿੰਡ ਤੋਂ ਸਿਲਸਿਲਾ ਸਟਾਰਟ ਹੋਇਆ ਸੀ। ਹਾਂਜੀ। ਮੇਰਾ ਪਿੰਡ ਹੈਗਾ ਧਾਂਦਰਾ, ਜ਼ਿਲ੍ਹਾ ਲੁਧਿਆਣਾ, ਪੰਜਾਬ। ਉੱਥੋਂ ਅਸੀਂ ਬਚਪਨ ਤੋਂ ਹੀ ਜਿੱਦਾਂ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਹੁੰਦੇ ਆ, ਉੱਥੇ ਹੀ ਖੇਡਣਾ ਸਟਾਰਟ ਕੀਤਾ। ਹਾਂਜੀ। ਅਤੇ ਬਚਪਨ ਦੇ ਕਈ ਵਾਰੀ ਖਾਬ ਹੁੰਦੇ ਆ ਵੀ ਅਸੀਂ ਵੀ ਕਦੇ ਆ ਕੇ ਇਸ ਸਟੇਜ 'ਤੇ ਟੂਰਨਾਮੈਂਟ ਕਰਾਵਾਂਗੇ ਅਤੇ ਅਚੀਵਮੈਂਟ ਕਰਾਂਗੇ, ਲੋਕਾਂ ਨੂੰ ਖਿਲਾਵਾਂਗੇ, ਅਤੇ ਉਹ ਅਸੀਂ ਆ ਕੇ ਯੂਕੇ ਦੇ ਵਿੱਚ ਪੂਰਾ ਕੀਤਾ। ਪਿੰਡ ਪੱਧਰ ਤੋਂ ਸਟਾਰਟ ਕਰਕੇ ਟੀਚਿੰਗ ਲਾਈਫ ਕੀਤੀ, ਅਤੇ ਫਿਰ ਇੱਥੇ ਯੂਕੇ ਦੇ ਵਿੱਚ ਆਇਆ 2002 ਦੇ ਵਿੱਚ, ਅਤੇ ਉਸ ਤੋਂ ਬਾਅਦ 7-8 ਸਾਲ ਬਾਅਦ ਖੇਡਾਂ ਨੂੰ ਪ੍ਰਮੋਟ ਕਰਨਾ ਸਟਾਰਟ ਕੀਤਾ ਜੀ। ਅਤੇ ਬਹੁਤ ਹੀ ਵਧੀਆ ਸਫ਼ਰ ਰਿਹਾ, ਲੋਕਾਂ ਦਾ ਵੀ ਬਹੁਤ ਜ਼ਿਆਦਾ ਸਪੋਰਟ ਮਿਲਿਆ, ਸਾਰੇ ਫਰੈਂਡ ਸਰਕਲ ਦਾ ਬਹੁਤ ਸਪੋਰਟ ਮਿਲਿਆ। ਜਿਹੜੇ ਪੁਰਾਣੇ ਫਰੈਂਡਸ ਨੇ ਉਹ ਵੀ ਹਾਲੇ ਤੱਕ ਪੂਰਾ ਸਪੋਰਟ ਕਰਦੇ ਆ। ਓਕੇ, ਸੋ ਹੈਰੀ ਜੀ, ਇਹ ਪੁੱਛਾਂਗੀ ਮੈਂ ਤੁਹਾਨੂੰ ਕਿ ਤੁਸੀਂ ਕਿਹਾ ਕਿ ਵੀ ਤੁਸੀਂ ਟੀਚਿੰਗ ਵੀ ਇੱਕ ਸੁਪਨਾ ਸੀ ਜੋ ਤੁਹਾਡਾ ਤੁਸੀਂ ਸਾਕਾਰ ਕਰਨ ਵਾਸਤੇ ਹੈ ਨਾ, ਉਹਦੇ ਦੌੜ ਦੇ ਵਿੱਚ ਲੱਗੇ ਕਿ ਮੈਂ ਆਪਣਾ ਸੁਪਨਾ ਸਾਕਾਰ ਕਰਨਾ। ਸੋ ਅਜੇ ਜਦੋਂ ਤੁਸੀਂ ਯੰਗ ਸੀਗੇ ਹੈ ਨਾ, ਕਿਹੜੀ ਕਿਹੜੀ ਗੇਮਾਂ ਤੁਸੀਂ ਖੇਡਦੇ ਸੀ, ਸਾਡੇ ਵਿਊਅਰਸ ਨੂੰ ਦੱਸੋ। ਆਈ ਨੋ ਇੰਡੀਆ ਦੇ ਵਿੱਚ ਗੇਮਾਂ ਥੋੜ੍ਹੀਆਂ ਅਲੱਗ ਹੁੰਦੀਆਂ ਐਂਡ ਹੇਅਰ ਇਜ਼ ਵੈਲ, ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਚੂਜ਼ ਕੀਤਾ ਵੀ ਮੈਂ ਜ਼ਿਆਦਾ ਨਾ, ਮੈਨੂੰ ਇਹ ਜਿਹੜੀ ਚੀਜ਼ ਹੈ ਜ਼ਿਆਦਾ ਪਸੰਦ ਹੈਗੀ ਐਂਡ ਆਮ ਗੋਇੰ ਟੂ ਗੋ ਫਰਦਰ ਇਨ ਦੈਟ। ਪਹਿਲੀ ਤਾਂ ਜਿਹੜੀ ਗੇਮ ਸਟਾਰਟ ਕੀਤੀ ਉਹ ਫੁੱਟਬਾਲ ਸੀਗੀ। ਹਾਂਜੀ। ਸੋ ਅਤੇ ਫੁੱਟਬਾਲ ਅਸੀਂ ਸਕੂਲ ਲੈਵਲ ਤੋਂ ਖੇਡਣੀ ਸਟਾਰਟ ਕੀਤੀ। ਮੈਂ ਗੁਜਰ ਖਾਂ ਸਕੂਲ ਮਾਡਲ ਟਾਊਨ ਲੁਧਿਆਣਾ ਪੜ੍ਹਦਾ ਹੁੰਦਾ ਸੀ। ਉੱਥੇ ਅਸੀਂ ਸਟੇਟ ਲੈਵਲ ਵੀ ਖੇਲਿਆ, ਅਤੇ ਫੁੱਟਬਾਲ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ, ਅਤੇ ਨਾਲ ਦੇ ਪਿੰਡਾਂ ਦੇ ਨਾਲ ਵੀ ਕਈ ਵਾਰੀ ਮੈਚ ਲਾਉਂਦੇ ਹੁੰਦੇ ਸੀ, ਅਤੇ ਉੱਥੋਂ ਫਿਰ ਹੌਲੀ ਹੌਲੀ ਕ੍ਰਿਕਟ ਦੇ ਵਿੱਚ ਵੀ ਚਲੇ ਗਏ, ਟੂਰਨਾਮੈਂਟ ਹੋਣ ਲੱਗ ਗਏ। ਓਕੇ। ਅਤੇ ਫੁੱਟਬਾਲ ਦਾ ਇਹ ਸੀ ਵੀ ਜਿੱਦਾਂ ਉਹ ਫਿਜ਼ੀਕਲੀ ਫਿੱਟ ਰਹਿੰਦੇ ਸੀ, ਅਤੇ ਆਪਣੇ 11 ਪਲੇਅਰ ਹੁੰਦੇ ਸੀ। ਹਾਂਜੀ। ਅਤੇ ਉਸ ਟਾਈਮ ਤਾਂ ਇਹ ਹੁੰਦਾ ਸੀਗਾ ਵੀ ਫੁੱਟਬਾਲ ਵੀ ਸਾਰੇ ਮਿਲ ਕੇ ਲੈਂਦੇ ਹੁੰਦੇ ਸੀ, ਅਤੇ ਟਾਈਮ ਹੌਲੀ ਹੌਲੀ ਚੇਂਜ ਹੋ ਜਾਂਦਾ। ਫਿਰ ਨਾਲ ਕਦੇ ਟੂਰਨਾਮੈਂਟ ਦੂਸਰੇ ਪਿੰਡ ਨਾਲ ਹੋਣਾ, ਕਦੇ ਦੂਸਰੇ ਨਾਲ, ਫਿਰ ਉੱਥੇ ਖੇਡਾਂ ਕਰਾਈ ਦੀਆਂ ਸੀਗੀਆਂ ਫਿਰ ਡਿਫਰੈਂਟ ਪਿੰਡਾਂ ਦੇ ਵਿੱਚੋਂ। ਜਦੋਂ ਜਿੱਤਣਾ ਤਾਂ ਤੁਹਾਨੂੰ ਵਧੀਆ ਲੱਗਦਾ, ਕਈ ਵਾਰੀ ਹਾਰ ਵੀ ਜਾਂਦਾ ਸੀ, ਬਟ ਇਟਸ ਅ ਪਾਰਟ ਆਫ ਗੇਮ। ਜਦੋਂ ਤੁਸੀਂ ਖੇਡਣਾ ਤੁਹਾਨੂੰ ਚੰਗਾ ਲੱਗਦਾ ਜੀ, ਸ਼ੁਰੂ ਤੋਂ ਹੀ ਖੇਡਾਂ ਬਹੁਤ ਵਧੀਆ ਲੱਗੀਆਂ ਨੇ, ਅਤੇ ਖੇਡਾਂ ਦੇ ਨਾਲ ਹੀ ਜੁੜੇ ਰਹੇ ਹਾਂ, ਅਤੇ ਹੁਣ ਅੱਗੇ ਵੀ ਜੁੜੇ ਹੀ ਰਹਿਣਾ। ਓਕੇ, ਸੋ ਸਟਾਰਟਿੰਗ ਤੁਹਾਡੀ ਫੁੱਟਬਾਲ ਦੇ ਨਾਲ ਹੋਈ। ਸੋ ਆਹ ਸੀਨ ਹੈ ਨਾ, ਜਦੋਂ ਅਸੀਂ ਆਈ ਮੀਨ ਮੈਂ ਵੀ ਇੰਡੀਆ ਤੋਂ ਹੈਗੀ ਆ, ਅਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਆਈ ਯੂਜ਼ ਟੂ ਸੀ ਲੋਟਸ ਆਫ, ਜਿੱਦਾਂ ਕਿ ਮੇਰੇ ਬ੍ਰਦਰਸ ਨੇ, ਆਈ ਯੂਜ਼ ਟੂ ਸੀ ਦੈਮ ਪਲੇਇੰਗ ਹਾਕੀ ਵਗੈਰਾ ਖੇਡ ਲਈ, ਜਾਂ ਸਾਡੇ ਡੋਰ ਦੇ ਪਿੱਛੇ ਹਮੇਸ਼ਾ ਹਾਕੀ ਰਹਿੰਦੀ ਸੀ। ਬੋਇਜ਼ ਦੇ ਜਿਹੜੇ ਸ਼ੌਕ ਹੁੰਦੇ ਆ ਬੋਲ, ਜਾਂ ਫਿਰ ਸਾਡੀ ਕ੍ਰਿਕਟ ਹੋ ਗਈ। ਸੋ ਜਿੱਦਾਂ ਆਈ ਵਿਲ ਸੇ ਕਿ ਲੋਟਸ ਆਫ ਜਿਹੜੇ ਹੈਗੇ ਆ ਕਿ ਫੁੱਟਬਾਲ, ਹਾਕੀ ਅਤੇ ਕ੍ਰਿਕਟ ਜਿਹੜੇ ਆ ਇਹ ਮੇਨ ਸਾਡੇ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਜਿਹੜੀ ਗੇਮਾਂ ਰਹੀਆਂ। ਉਸ ਤੋਂ ਇਲਾਵਾ ਤੁਸੀਂ ਦੇਖਿਆ ਵੀ ਕਈ ਬੱਚੇ ਜਿਹੜੇ ਹੁੰਦੇ ਕੰਚੇ ਵੀ ਖੇਡਦੇ ਹੁੰਦੇ ਆ। ਹਾਂਜੀ ਹਾਂਜੀ, ਬਾਂਟੇ ਛੋਟੇ ਹੁੰਦੇ ਇੱਦਾਂ ਉਹ ਵੀ ਹੁੰਦਾ ਸੀ, ਅਤੇ ਹੁਣ ਤਾਂ ਚਲੋ ਉੱਥੇ ਕੋਈ ਨਹੀਂ ਖੇਡਦਾ, ਪਰ ਉਸ ਟਾਈਮ ਬਾਂਟੇ ਵੀ ਖੇਡਦੇ। ਇੱਕ ਉਹ ਅਲੱਗ ਤਰੀਕੇ ਦੀ ਐਕਟੀਵਿਟੀ ਹੁੰਦੀ ਸੀ, ਐਂਡ ਆਈ ਯੂਜ਼ ਟੂ ਇੰਜੋਏ। ਮੈਂ ਦੱਸਦਾ ਕਿ ਆਈ ਯੂਜ਼ ਟੂ ਹੁੰਦੇ ਸੀ, ਮੈਨੂੰ ਹਾਲੇ ਵੀ ਗੇਮਾਂ ਯਾਦ ਆ, ਖੋ ਖੋ ਦੀ ਇੱਕ ਆਈ ਯੂਜ਼ ਟੂ ਪਲੇ ਦੈਟ ਇਜ਼ ਵੈਲ। ਉਹ ਵੀ ਖੇਡੀ ਹੈ। ਉਹ ਵੀ ਹੁਣ ਇੰਟਰਨੈਸ਼ਨਲ ਲੈਵਲ 'ਤੇ ਆਈ ਥਿੰਕ ਇਟਸ ਉਹਦਾ ਵੀ ਕ੍ਰਾਈਟੇਰੀਆ ਕਾਫੀ ਡਿਫਰੈਂਟ ਹੋ ਗਿਆ ਨਾ। ਹਾਂਜੀ ਹਾਂਜੀ, ਕਾਫੀ ਜ਼ਿਆਦਾ ਡਿਫਰੈਂਟ ਹੋ ਗਿਆ। ਹੁਣ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਉਹਦੇ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ, ਕਿਉਂਕਿ ਉਹ ਵੀ ਪਾਰਟ ਆਫ ਹੈਲਥ ਹੀ ਹੈ। Yeah, I used to love badminton. ਸਾਡੇ ਸਕੂਲੇ ਆਈ ਮੀਨ ਆਈ ਰਿਮੈਂਬਰ ਇਨ ਇੰਡੀਆ ਦੇ ਵਿੱਚ ਜਿਹੜਾ ਸੀਗਾ ਬੈਡਮਿੰਟਨ ਕਾਫੀ ਪ੍ਰਮੋਟ ਕੀਤਾ ਜਾਂਦਾ ਸੀ, ਜਾਂ ਜਿੱਦਾਂ ਕਹਿ ਲਓ ਵੀ ਖੋ ਖੋ ਵਗੈਰਾ ਜਿਹੜੀ ਹੈਗੀ ਸੀ। ਇੱਥੇ ਆ ਕੇ ਤੇ ਚਲੋ ਦੇਅਰ ਵਾਜ਼ ਰਾਊਂਡਰਸ ਇਨ ਡਿਫਰੈਂਟ ਫੋਰਮ ਆਪਾਂ ਕਹਿ ਸਕਦੇ ਹਾਂ,
ਤੇ ਇੱਥੇ ਦੇ ਥੋੜ੍ਹੇ ਜਿਹੇ ਖੇਡ ਡਿਫਰੈਂਟ ਸੀ ਐਂਡ ਮੋਰ ਇੰਜੋਏਬਲ ਇਜ਼ ਵੈਲ ਆਪਣੀ ਆਪਣੀ ਥਾਂ 'ਤੇ ਵੈਨ ਯੂ ਆਰ ਯੰਗ ਦੇਰ ਇਜ਼ ਡਿਫਰੈਂਟ ਐਂਡ ਜਦੋਂ ਤੁਸੀਂ ਗਰੋ ਕਰਦੇ ਹੋ ਐਜ਼ ਏ ਤੁਸੀਂ ਅਗਰ ਆਪਣੀ ਫਿਜ਼ੀਕਲ ਹੈਲਥ ਨੂੰ ਵੇਖਦੇ ਹੋਏ ਕਈ ਸਪੋਰਟਸ ਅਪਣਾਉਂਦੇ ਵੀ ਹੈਗੇ ਹੋ। ਤੇ ਇਹਦੇ ਨਾਲ ਹੀ ਜੁੜੇ ਇੱਕ ਸਵਾਲ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਵਾਈ ਡਿਡ ਯੂ ਚੂਜ਼ ਫੁੱਟਬਾਲ ਐਂਡ ਕ੍ਰਿਕਟ ਹੀ, ਕਿਉਂ ਤੁਹਾਨੂੰ ਇਹ ਜ਼ਿਆਦਾ ਪਸੰਦ ਸੀਗੇ, ਕੀ ਰੀਜ਼ਨ ਸੀਗੇ ਇਹਦੇ ਵਿੱਚ? ਦੇਖੋ ਜਿਹੜੇ ਤੁਹਾਡੇ ਸੀਨੀਅਰ ਹੁੰਦੇ ਆ, ਹਾਂਜੀ, ਜਿਹੜੇ ਤੁਹਾਡੇ ਤੋਂ ਵੱਡੇ ਹੁੰਦੇ ਆ ਨਾ, ਤੁਸੀਂ ਜਿੱਦਾਂ ਪਿੰਡਾਂ ਦੇ ਵਿੱਚ ਕਬੱਡੀ ਬਹੁਤ ਹੁੰਦੀ ਆ, ਕਬੱਡੀ ਵੀ ਪਸੰਦ ਹੁੰਦੀ ਸੀ, ਫੁੱਟਬਾਲ ਵੀ ਪਸੰਦ ਹੁੰਦੀ ਸੀ। ਜੇ ਸਾਨੂੰ ਇਹ ਲੱਗਦਾ ਸੀ ਵੀ ਜਿਹੜੀ ਇਹ ਚੀਜ਼ ਹੈ ਖੇਡ ਸਕਦੇ ਆ, ਬੰਦੇ ਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਹੁੰਦਾ ਫਿਜ਼ੀਕਲੀ, ਫੁੱਟਬਾਲ ਤੇ ਕ੍ਰਿਕਟ ਖੇਡ ਸਕਦਾ, ਕਬੱਡੀ ਨਹੀਂ ਖੇਡ ਸਕਦਾ। ਤੇ ਅਸੀਂ ਦੇਖੀਦਾ ਜੀ ਜਿਹੜੇ ਸਾਡੇ ਸੀਨੀਅਰ ਹੁੰਦੇ ਸੀ ਫੁੱਟਬਾਲ ਖੇਡਦੇ, ਉਹਨਾਂ ਨੂੰ ਦੇਖ ਕੇ ਉਹਨਾਂ ਨੇ ਸਾਨੂੰ ਖਿਡਾਉਣਾ ਸ਼ੁਰੂ ਕਰਤਾ। ਅਸਲ ਵਿੱਚ ਤੁਹਾਨੂੰ ਗਾਈਡੈਂਸ ਹੁੰਦੀ ਆ, ਤੁਹਾਨੂੰ ਕੋਈ ਬੰਦਾ ਗਾਈਡ ਕਰਦਾ ਹੈ ਜਿਹੜੇ ਸਪੋਰਟ ਦੇ ਵਿੱਚ ਤੁਸੀਂ ਉਸ ਦੇ ਵਿੱਚ ਚਲੇ ਜਾਂਦੇ। ਪਹਿਲਾਂ ਫੁੱਟਬਾਲ ਦੇ ਵਿੱਚ ਗਏ, ਫਿਰ ਕ੍ਰਿਕਟ ਦੇ ਵਿੱਚ ਗਏ। ਕ੍ਰਿਕਟ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਵੀ ਬਹੁਤ ਹੀ ਜ਼ਿਆਦਾ ਪ੍ਰਮੋਟ ਹੋ ਗਈ ਆ। ਹਾਂਜੀ, ਤੇ ਇਸ ਲਈ ਕ੍ਰਿਕਟ ਮੈਚ ਵੀ ਸਾਰੇ ਦੇਖਦੇ ਆ। ਜੇ ਤੁਸੀਂ ਦੇਖੋਗੇ ਕਰਾਊਡ ਵੀ ਫੁੱਲ ਹੁੰਦਾ ਆ ਜਦੋਂ ਤੁਸੀਂ ਕੋਈ ਵੀ ਮੈਚ ਦੇਖਣ ਜਾਂਦੇ ਹੋ ਜੀ, ਐਬਸੋਲੂਟਲੀ, ਹੈ ਨਾ। ਤੇ ਇਸ ਲਈ ਸੀਨੀਅਰਸ ਨੂੰ ਦੇਖ ਕੇ ਅਸੀਂ ਇਹੀ ਫੈਸਲਾ ਕੀਤਾ ਮੈਂ ਵੀ ਫੁੱਟਬਾਲ ਤੇ ਕ੍ਰਿਕਟ ਖੇਡਣਾ ਬਹੁਤ ਹੀ ਵਧੀਆ ਗੱਲ ਹੈ। ਉੱਦਾਂ ਤਾਂ ਛੋਟੇ ਹੁੰਦੇ ਕਾਂਚੇ ਵੀ ਖੇਲੇ ਆ ਸੋ ਅਲੱਗ-ਅਲੱਗ ਗੇਮਾਂ ਐਕਸਪੈਰੀਮੈਂਟ ਕਰਨ ਤੋਂ ਬਾਅਦ ਜਿੱਦਾਂ ਹੈਰੀ ਜੀ ਦੱਸਦੇ ਇਹਨਾਂ ਨੇ ਡਿਸਾਈਡ ਕੀਤਾ ਕਿ ਜ਼ਿਆਦਾ ਇਹਨਾਂ ਦਾ ਧਿਆਨ ਰੁਝਾਵ ਜਿਹੜਾ ਹੈਗਾ ਕ੍ਰਿਕਟ ਤੇ ਫੁੱਟਬਾਲ ਦੇ ਵਿੱਚ ਹੈ। ਤੇ ਹੋਰ ਕਿਹੜੀ ਤੁਸੀਂ ਜਿਹੜੀ ਗੇਮਸ ਨੇ ਜਾਂ ਸਪੋਰਟਸ ਨੇ ਜਿਨ੍ਹਾਂ ਨੂੰ ਪ੍ਰਮੋਟ ਕਰਦੇ ਹੋ ਇੱਥੇ ਤੇ ਇੰਡੀਆ ਦੇ ਵਿੱਚ? ਮੈਂ ਫੁੱਟਬਾਲ ਤੇ ਕ੍ਰਿਕਟ ਹੀ ਜ਼ਿਆਦਾ ਪ੍ਰਮੋਟ ਕੀਤੀ ਹੈ। ਹਾਂਜੀ, ਇਸ ਤੋਂ ਇਲਾਵਾ ਹੋਰ ਕੋਈ ਗੇਮ ਵਗੈਰਾ? ਇਸ ਤੋਂ ਇਲਾਵਾ ਗੇਮ ਨਹੀਂ, ਜਿੱਦਾਂ ਹੁਣ ਆਪਾਂ ਬੱਚਿਆਂ ਦਾ ਰਾਈਟਿੰਗ ਕੰਪੀਟੀਸ਼ਨ ਵਗੈਰਾ ਵੀ ਕਰਾਇਆ, ਹੈਂਡ ਰਾਈਟਿੰਗ ਤੇ ਟਰਬਨ ਦਾ ਵੀ ਕਰਾਇਆ, ਪੱਗ ਬੰਨ੍ਹਣ ਦਾ, ਜਿਹੜੇ ਮੁੰਡੇ ਪੱਗ ਬੰਨ੍ਹਦੇ ਆ ਵੀ ਜਿਹੜਾ ਸਭ ਤੋਂ ਵਧੀਆ ਬੰਦਾ ਉਹਦਾ ਵੀ ਕੰਪੀਟੀਸ਼ਨ ਕਰਵਾਇਆ। ਓਕੇ, ਸੋ ਅਲੱਗ ਨਾਟ ਰਿਗਾਰਡਿੰਗ ਟੂ ਆਵਰ ਸਪੋਰਟਸ ਬਟ ਅਲੱਗ-ਅਲੱਗ ਤਰ੍ਹਾਂ ਦੇ ਉਹ ਫਿਰ ਇੱਦਾਂ ਹੁੰਦਾ ਵੀ ਸੋਚੀਦਾ ਵੀ ਹਰ ਇੱਕ ਬੰਦਾ ਜੁੜੇ, ਇਨਵੋਲਵ ਹੋਵੇ। ਹੁਣ ਜੇ ਬੱਚੇ ਆ ਉਹ ਵੀ ਖੁਸ਼ ਹੋ ਕੇ ਜਾਣ, ਉਹਨਾਂ ਨੇ ਕਹਿਣਾ ਵੀ ਤੁਸੀਂ ਪਿੰਡ ਆਏ ਹੋ, ਤੁਸੀਂ ਇਕੱਲਾ ਕ੍ਰਿਕਟ ਦੇ ਮੈਚ ਕਰਾ ਕੇ ਚਲੇ ਗਏ, ਹੈ ਨਾ। ਤੇ ਇਸ ਲਈ ਬੰਦਾ ਕਹਿੰਦਾ ਵੀ ਕਿਸੇ ਨੇ ਆਈਡੀਆ ਦਿੱਤਾ ਵੀ ਤੂੰ ਆ ਵੀ ਕਰਾ ਦੇ, ਉਹ ਵੀ ਆਪਾਂ ਆਈਡੀਆ ਕੈਪਚਰ ਕਰ ਲਿਆ। ਫਿਰ ਸਾਰਾ ਇਕੱਠਾ 3 ਦਿਨ ਦਾ ਪ੍ਰੋਗਰਾਮ ਹੁੰਦਾ ਜੇ ਆਪਾਂ ਟੂਰਨਾਮੈਂਟ ਕਰਾਈਏ ਕੋਈ, ਤੇ ਫਿਰ ਸਾਰੇ ਖੁਸ਼ ਹੋ ਜਾਂਦੇ ਆ। ਸੋ ਤੁਸੀਂ ਇੱਕ ਗੱਲ ਤੁਹਾਡੀ ਮੈਨੂੰ ਵਧੀਆ ਲੱਗੀ ਕਿ ਤੁਸੀਂ ਸਾਰਿਆਂ ਨੂੰ ਵੇਖ ਕੇ ਜਿਹੜਾ ਵੀ ਕੁਝ ਕਰਦੇ ਹੋ, ਹਰੇਕ ਇਨਸਾਨ ਨੂੰ ਮੋਟੀਵੇਟ, ਜਿਹਦੇ 'ਚ ਬੱਚੇ ਵੀ ਇੰਕਲੂਡ ਨੇ, ਬਜ਼ੁਰਗ ਵੀ ਨੇ ਐਂਡ ਵੀਮਨਸ ਵੀ ਨੇ, ਤੇ ਹੋਰ ਜਿਹੜੇ ਸਾਡੇ ਜਿਹੜੇ ਇੰਜੋਏਮੈਂਟ ਕਰ ਸਕਣ, ਆ ਕੇ ਸਾਰੇ ਹੀ ਦੇਖ ਸਕਣ ਪ੍ਰੋਗਰਾਮ, ਜਾਂ ਕਹਿ ਲਓ ਵੀ ਜਿਹੜਾ ਸਪੋਰਟਸ ਨੇ ਉਹਦੇ ਵਿੱਚ ਇਨਵੋਲਵ ਹੋ ਸਕਣ। ਸਭ ਤੋਂ ਵੱਡੀ ਇਨਵੋਲਵਮੈਂਟ ਮੇਰੇ ਹਿਸਾਬ ਨਾਲ ਪੇਰੈਂਟਸ ਦੀ ਹੁੰਦੀ ਆ, ਤੁਹਾਡੇ ਮਦਰ ਤੇ ਫਾਦਰ ਦੀ। ਸਾਡੀ ਮਦਰ ਨੇ ਸਾਨੂੰ ਬਹੁਤ ਇਨਕਰੇਜ ਕੀਤਾ ਵੀ ਹਾਂ ਤੁਸੀਂ ਖੇਡ ਸਕਦੇ ਹੋ, ਤੇ ਫਾਦਰ ਸਾਹਿਬ ਨੇ ਵੀ, ਸਾਡੇ ਫਾਦਰ ਸਾਹਿਬ ਜ਼ਿਆਦਾ ਚਾਹੁੰਦੇ ਹੁੰਦੇ ਸੀ ਪੜ੍ਹਾਈ ਕਰੋ, ਹੈ ਨਾ। ਹਾਂਜੀ, ਜਿਹੜੀ ਮਮ ਸੀਗੀ ਉਹ ਕਹਿੰਦੇ ਕੋਈ ਨਾ ਖੇਡਣ ਚੱਲਿਆ, ਕਿਉਂਕਿ ਮਮ ਨੂੰ ਪੁੱਛ ਕੇ ਜਾ ਸਕਦੇ ਆ, ਤਾਂ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਤੂੰ ਘੰਟਾ ਖੇਡਿਆ, ਬਾਅਦ 'ਚ ਆ ਕੇ ਆਪਣਾ ਕੰਮ ਕਰ ਲਈ। ਤਾਂ ਪੇਰੈਂਟਸ ਮੇਨ ਚੀਜ਼ ਹੁੰਦੀ ਹੈ। ਜਿੱਦਾਂ ਹੁਣ ਮੇਰੇ ਬੱਚੇ ਆ, ਤਾਂ ਮੈਂ ਆਪਣੀ ਕੁੜੀ ਨੂੰ ਫੁੱਟਬਾਲ ਖੇਡਣ ਐਵਰੀ ਮੰਡੇ ਲੈ ਕੇ ਜਾਂਦਾ, 6 to 7 ਉਹਦੀ ਫੁੱਟਬਾਲ ਹੁੰਦੀ ਆ। ਮੇਰੀ ਵਾਈਫ ਆ, ਉਹ ਵੀ ਬੜਾ ਲਾਈਕ ਕਰਦੀ ਆ ਵੀ ਹਾਂ ਬੱਚੇ ਸਪੋਰਟਸ ਖੇਡ ਰਹੇ ਆ, ਉਹਦੇ ਨਾਲ ਹੈਲਦੀ ਵੀ ਰਹਿਣਗੇ। ਹਾਂਜੀ, ਇਹ ਤੇ ਹੁੰਦਾ ਕਿ ਲਾਈਕ ਪੇਰੈਂਟਸ ਨੂੰ ਵੈਲਿਊ ਜਦੋਂ ਪਤਾ ਹੁੰਦੀ ਹੈ ਕਿ ਵੀ ਸਾਡੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਹੈਗੀ ਆ, ਸਪੋਰਟਸ ਸਾਡੇ ਬੱਚਿਆਂ ਲਈ ਕਿੰਨੇ ਕੁ ਜ਼ਰੂਰੀ ਆ। ਤੇ ਗੱਲ ਕਰਾਂਗੇ ਕਿ ਜਿਹੜੀ ਫੁੱਟਬਾਲ ਤੇ ਕ੍ਰਿਕਟ, ਜਿਹੜੇ ਸਾਡੇ ਵਿਊਅਰਸ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਖੇਡਦੇ ਨੇ ਜਾਂ ਕੀ ਰੂਲਸ ਵਗੈਰਾ ਹੁੰਦੇ ਆ ਕ੍ਰਿਕਟ ਤੇ ਫੁੱਟਬਾਲ ਦੇ, ਉਹ ਥੋੜ੍ਹਾ ਜਿਹਾ ਸਾਨੂੰ ਇੱਕ ਗੇਮਸ ਦੇ ਬਾਰੇ ਤੁਸੀਂ ਦੱਸੋਗੇ ਵੀ ਕਿਸ ਤਰੀਕੇ ਦੇ ਨਾਲ ਫੁੱਟਬਾਲ ਤੇ ਕ੍ਰਿਕਟ ਖੇਡੀ ਜਾਂਦੀ ਹੈ, ਤੇ ਕੀ ਰੂਲਸ ਰੈਗੂਲੇਸ਼ਨ ਹੁੰਦੇ ਆ, ਤੇ ਥੋੜ੍ਹੀ ਜਿਹੀ ਇਹਨਾਂ ਦੀ ਹਿਸਟਰੀ ਕੀ ਸੀਗੀ? ਹਾਂਜੀ, ਜਿਹੜੀ ਫੁੱਟਬਾਲ ਹੁੰਦੀ ਹੈ ਉਹਦੇ 'ਚ 11 ਦੀ ਸਾਈਡ ਹੁੰਦੀ ਹੈ, ਦੋਨੇ ਪਾਸੇ ਪਲੇਅਰ, ਤੇ ਫਾਰਵਰਡ ਖੇਡਦੇ ਆ, ਬੈਕ ਖੇਡਦੇ ਆ, ਇਹ ਗੋਲਕੀਪਰ ਹੁੰਦਾ ਹੈ। ਹਾਂਜੀ, ਤੇ ਦੂਸਰੀ ਟੀਮ ਵੀ ਸੇਮ ਹੀ ਹੁੰਦੀ ਆ, ਰੈਫਰੀ ਹੁੰਦੇ ਆ। ਤੇ ਪਿੰਡਾਂ ਵਿੱਚ ਤਾਂ ਇੱਕ ਰੈਫਰੀ ਨਾਲ ਵੀ ਸਰ ਜਾਂਦਾ, ਇੱਥੇ ਹੁਣ ਇੰਟਰਨੈਸ਼ਨਲ ਪੱਧਰ ਤੇ ਇੱਦਾਂ 2-2 ਰੈਫਰੀ ਹੁੰਦੇ ਆ ਜੀ। ਤੇ ਜਦੋਂ ਤੁਸੀਂ ਖੇਡਣਾ ਆ, ਆਪਣਾ ਧਿਆਨ ਨਾਲ ਆਪਣਾ ਅਚੀਵਮੈਂਟ ਦੇਖਣੀ ਆ। ਇੱਕ ਹੁੰਦਾ ਖੇਡਣਾ ਤੇ ਇੱਕ ਹੁੰਦਾ ਜਿੱਤਣਾ। ਜਿਹੜਾ ਬੰਦਾ ਖੇਡਦਾ ਨਾ ਉਹ ਵੀ ਜਿੱਤ ਹੀ ਗਿਆ ਹੁੰਦਾ। ਹਮੇਸ਼ਾ ਤੁਸੀਂ ਇਹ ਸਮਝ ਕੇ ਚੱਲਣਾ ਵੀ ਜੇ ਤੁਸੀਂ ਖੇਡਣ ਗਏ ਹੋ, ਐਟਲੀਸਟ ਤੁਸੀਂ ਸਮਥਿੰਗ ਯੂ ਹੈਵ ਡਨ ਫॉर द ਸਪੋਰਟਸ, ਈਵਨ ਯੂ ਹੈਵ ਪਲੇਡ ਔਰ ਈਵਨ ਯੂ ਹੈਵ ਵਿਨ। ਜੇ ਤੁਸੀਂ ਵਿਨ ਕੀਤਾ ਉਹ ਚਲੋ ਵਧੀਆ ਗੱਲ ਹੁੰਦੀ ਆ, ਪਰ ਜੇ ਤੁਸੀਂ ਖੇਡੇ ਵੀ ਹੋ, ਖੇਡਣਾ ਵੀ ਬਹੁਤ ਵੱਡੀ ਗੱਲ ਹੈ। ਸੋ ਪਾਰਟ ਆਫ ਪਲੇਇੰਗ ਇਜ਼ ਹਾਰ ਜਿੱਤ ਜਿਹੜੀ ਹੈਗੀ ਆ ਉਹ ਤਾਂ ਮੰਨਣੀ ਹੈਗੀ ਹੈ। ਸੋ ਐਜ਼ ਏ ਸਪੋਰਟ ਤੁਸੀਂ ਇਹ ਸੋਚੋ ਵੀ ਮੈਂ ਸਿਰਫ ਖੇਡ ਰਿਹਾ, ਤੇ ਉਹ ਫਿਰ ਜ਼ਿਆਦਾ ਤੁਹਾਡਾ ਹੈਗਾ ਰਿਲੈਕਸੇਸ਼ਨ ਰਹਿੰਦੀ ਹੈਗੀ ਹੈ। ਜਦੋਂ ਜਿੱਤ ਹਾਰ ਤੇ ਆ ਜਾਂਦੀ ਫਿਰ ਸਟ੍ਰੈਸ ਵੀ ਕਈ ਵਾਰੀ ਬਣ ਜਾਂਦੀ ਹੈ। ਜਿਹੜੇ ਦੇਖਿਆ ਸਪੋਰਟਸ ਪਲੇਅਰਸ ਜਿਹੜੇ ਹੁੰਦੇ ਆ ਦੇ ਗੈਟ ਰੀਲੀ ਇਰੀਟੇਟਿਡ, ਐਂਗਰੀ ਐਜ਼ ਵੈਲ। ਉਸ ਟਾਈਮ ਤੇ ਕਈ ਵਾਰੀ ਉਹ ਪਾਰਟ ਆਫ ਦ ਗੇਮ ਹੋ ਜਾਂਦਾ। ਹੁਣ ਤੁਸੀਂ ਦੇਖੋ ਕ੍ਰਿਕਟ ਦੇ ਵਿੱਚ ਇੱਦਾਂ ਵਿਰਾਟ ਕੋਹਲੀ ਹੁੰਦੀ ਹੈ, ਵਿਰਾਟ ਕੋਹਲੀ ਆਪਣਾ ਇੰਡੀਆ ਦਾ ਕੈਪਟਨ ਹੈ, ਉਹ ਸਭ ਤੋਂ ਐਂਗਰੀ ਕੈਪਟਨ ਹੈ, ਪਰ ਗੇਮ ਦੇ ਵਿੱਚ ਹੁੰਦਾ, ਤੇ ਬਾਅਦ ਦੇ ਵਿੱਚ ਤੁਸੀਂ ਉਹਨੂੰ ਮਿਲੋ
ਹੀ ਵਿਲ ਨੈਵਰ ਬੀ ਐਂਗਰੀ। ਦੈਟਸ ਅ ਪਾਰਟ ਆਫ ਗੇਮ। ਜਿੱਤਣ ਦੇ ਲਈ ਆਪਣੇ ਜੋਸ਼ ਹੁੰਦਾ ਹੈ ਨਾ ਹਰ ਇੱਕ ਬੰਦੇ ਦੇ ਵਿੱਚ ਆਪਣਾ ਜਿੱਦਾਂ ਜੋਸ਼ ਕਈ ਹੁੰਦਾ। ਕਹਿ ਲਓ ਵੀ ਜਿੱਤਣ ਲਈ ਕੋਈ ਨਾ ਕੋਈ ਉਹਨਾਂ ਦਾ ਮੋਟੀਵੇਟਡ ਐਕਸ਼ਨ ਹਾਂਜੀ, ਹੁੰਦਾ ਹੈਗਾ ਹਾਂਜੀ। ਉਸ ਤਰੀਕੇ ਦੇ ਨਾਲ ਸਪੋਰਟਸ ਪਰਸਨ person, ਐਂਗਰ ਹੈਜ਼ ਟੂ ਬੀ ਹਾਂਜੀ। ਦੇयर। ਸੋ ਅਗਰ ਜ਼ਿਆਦਾ ਐਂਗਰ ਵੱਜ ਜਾਏ ਕਾਬੂ ਕਿਸ ਤਰੀਕੇ ਦੇ ਨਾਲ ਕਰਦੇ ਆ? ਦੇਰ ਇਜ਼ ਕਿਉਂਕਿ ਹਾਰ ਜਿੱਤ ਐਜ਼ ਯੂ ਮੈਂਸ਼ਨ ਕਿ ਹਰੇਕ ਗੇਮ ਦੇ ਨਾਲ ਜੁੜੀ ਹੋਈ ਹੈ ਹਾਂਜੀ। ਤੇ ਐਂਗਰ ਫਿਰ ਕਿਸ ਤਰੀਕੇ ਦੇ ਨਾਲ ਮੈਨੇਜ ਬਹੁਤ ਹੀ ਕਰਦੇ ਵਧੀਆ ਸੀ? ਤੁਸੀਂ ਕੁਐਸਚਨ ਪੁੱਛਿਆ। ਦੇਖੋ ਵੀਅਰ ਵੀ ਆਪਣੇ ਦੇਖ ਰਹੇ ਆ ਵੀ ਗੁੱਸੇ ਨੂੰ ਕਿੱਦਾਂ ਕੰਟਰੋਲ ਕਰਨਾ। ਹਾਂਜੀ ਦੇਖੋ ਗੁੱਸੇ ਨੂੰ ਦੇਖੋ ਆਪਣੇ 5 ਉਂਗਲਾਂ ਹੁੰਦੀਆਂ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। 11 ਪਲੇਅਰ ਖੇਡਦੇ ਹੁੰਦੇ ਆ। ਹਾਂਜੀ 11 ਪਲੇਅਰਾਂ ਦੇ ਵਿੱਚੋਂ 11 ਦੇ 11 ਪਲੇਅਰ ਐਂਗਰੀ ਨਹੀਂ ਹੁੰਦੇ ਹੈਗੇ। ਜਿੱਦਾਂ Okay. ਉਹਨਾਂ ਦੇ ਵਿੱਚੋਂ ਕਈ ਪਲੇਅਰ ਹੁੰਦੇ ਆ ਜਿਹੜੇ ਕਾਮ ਵਾਲੇ ਹੁੰਦੇ ਆ, ਜਿਹਨੇ ਜਿੱਦਾਂ ਹੁਣ ਧੋਨੀ ਸੀ, ਉਹਨੂੰ ਕਹਿੰਦੇ ਹਾਂਜੀ। ਕੈਪਟਨ ਕੂਲ। ਕੈਪਟਨ ਕੂਲ ਕ੍ਰਿਕਟ ਦੇ ਵਿੱਚ। ਹਾਂਜੀ ਤੇ ਇਦਾਂ ਦੇ ਬੰਦੇ ਵਿੱਚ ਹੁੰਦੇ ਆ, ਉਹ ਬੰਦੇ ਜਿਹੜੇ ਐਂਗਰੀ ਹੁੰਦਾ ਉਹਨੂੰ ਕਾਮ ਡਾਊਨ ਕਰ ਲੈਂਦੇ ਆ। ਠੀਕ ਹੈ। ਸੋ ਹਾਂਜੀ। ਇੱਕ ਟੀਮ ਵਰਕ Team ਜਿਹੜਾ work ਹੈਗਾ ਹੁੰਦਾ। ਉਹਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਕਿ ਹਾਂਜੀ। ਹਰ ਤਰੀਕੇ ਦਾ ਜਿਹੜਾ ਸਪੋਰਟ ਪਰਸਨ ਹੋਏ ਜਿਹਦੇ ਵਿੱਚ ਐਜ਼ ਕੂਲ ਐਜ਼ ਹਾਂ। ਮੋਟੀਵੇਟਰ। ਇੱਕ ਟੀਮ ਦੇ ਵਿੱਚ ਹੁਣ ਇਦਾਂ ਆ ਵੀ ਕੋਈ ਚੰਗਾ ਪਲੇਅਰ ਵੀ ਹੁੰਦਾ, ਕੋਈ ਮਾੜਾ ਵੀ ਹੁੰਦਾ। ਐਜ਼ ਅ ਟੀਮ ਜਦੋਂ ਉਹਨਾਂ ਨੇ ਵਿਨ ਕਰਨਾ, ਉਹ 11 ਨੇ ਹੀ ਵਿਨ ਕਰਨਾ ਹੈ। ਕੋਈ ਹੁਣ ਗੁੱਸੇ ਵਾਲਾ ਬੰਦਾ ਵੀ ਹੋਣਾ ਆ, ਕੋਈ ਪਿਆਰ ਵਾਲਾ ਬੰਦਾ ਵੀ ਹੋਣਾ ਆ, ਹਰ ਇੱਕ ਤਰ੍ਹਾਂ ਦਾ ਬੰਦਾ ਹੁੰਦਾ। ਫਿਰ ਉਹ ਟੀਮ ਉਹੀ ਕੰਟਰੋਲ ਹੁੰਦੀ ਹੈ। ਜੇ ਤੁਹਾਡੀ ਟੀਮ ਦੇ ਵਿੱਚ ਕੋਈ ਜੋਸ਼ ਵਾਲਾ ਬੰਦਾ ਹੈ ਨਹੀਂਗਾ ਤੇ ਤਾਂ ਵੀ ਔਖਾ ਹੋ ਜਾਂਦਾ ਵੀ ਤੁਸੀਂ ਜਿੱਤਣਾ ਔਖਾ ਹੋ ਜਾਂਦਾ। ਸਾਰੇ ਕੂਲ ਹੋਣ। ਇੱਕ ਅੱਧਾ ਬੰਦਾ ਇੱਦਾਂ ਕੂਲ ਹੁੰਦਾ, ਇੱਕ ਬੰਦਾ ਘਰ ਦੇ ਵਿੱਚ ਵੀ ਆਪਣੇ ਲਾ ਲਓ ਜਿੱਦਾਂ ਫੈਮਿਲੀ ਹੋਵੇ ਇੱਦਾਂ ਲਾਈਕ ਅ ਫੈਮਿਲੀ ਇਟਸ ਲਾਈਕ ਅ ਫੈਮਿਲੀ ਇੱਦਾਂ। ਇੱਕ ਬੰਦਾ ਗਰਮ ਹੋਵੇ, ਦੂਸਰਾ ਨਰਮ ਹੋ ਜਾਂਦਾ ਤੇ ਫਿਰ ਉਹ ਜੀ। ਵਧੀਆ ਚੱਲਦਾ ਰਹਿੰਦਾ ਇੱਦਾਂ। ਹਾਂ ਦੈਟਸ ਨਾਈਸ। ਜਿੱਦਾਂ ਕਹਿੰਦੇ ਨੇ ਇੰਦਰਧਨੁਸ਼ ਦੇ ਜਿਹੜੇ 7 ਰੰਗ ਹੁੰਦੇ ਆ ਉਹਨਾਂ ਦੇ ਨਾਲ ਹੀ ਜਿੱਦਾਂ ਧਨੁਸ਼ ਬਣਦਾ ਹੈਗਾ, ਨਹੀਂ ਤੇ ਹਾਂਜੀ। ਉਹ ਕਲਰਫੁਲ ਨਹੀਂ ਹੁੰਦਾ। ਜੀ। ਸੋ ਚੱਲਾਂਗੇ ਹੁਣ ਥੋੜੀ ਜਿਹੀ ਇਨਫੋਰਮੇਸ਼ਨ ਜਾਣਾਂਗੇ ਕਿ ਜਿਹੜੇ ਸਾਡੇ ਸਪੋਰਟਸ ਨੇ ਉਹਨਾਂ ਦੇ ਬੈਨੀਫਿਟਸ ਕੀ ਕੀ ਹੁੰਦੇ ਆ। ਸਾਨੂੰ ਇਹ ਤੇ ਹੈਗਾ ਵੀ ਹਾਂ ਅਸੀਂ ਖੇਡ ਰਹੇ ਹਾਂ, ਪਰ ਕਈ ਵਾਰੀ ਹੁੰਦਾ ਕਿ ਕਈ ਲੋਕ ਐਸੇ ਸਮਝਦੇ ਵੀ ਖੇਡ ਹੀ ਰਿਹਾ ਫਿਰ ਕੀ ਹੈ, ਪਰ ਫਿਜ਼ੀਕਲੀ ਜਿਹੜੇ ਬੈਨੀਫਿਟ ਦੇਖਣ ਦੇ ਵਿੱਚ ਆਏ ਆ ਖੇਡਾਂ ਦੇ ਵਿੱਚ ਐਜ਼ ਅ ਹੈਲਥ, ਤੁਸੀਂ ਕੀ ਕਹੋਗੇ ਕਿ ਕਿਹੜੇ ਕਿਹੜੇ ਹੈਲਥ ਬੈਨੀਫਿਟਸ ਹੁੰਦੇ ਆ ਇਹਦੇ ਦੇਖੋ ਵਿੱਚ? ਜੀ, ਪਹਿਲਾਂ ਤਾਂ ਆਪਾਂ ਕਹਾਂਗੇ ਹੈਲਥ ਇਜ਼ ਵੈਲਥ। ਜੀ ਠੀਕ ਹੈ। ਤੇ ਜੇ ਆਪਾਂ ਖੇਡਦੇ ਆ ਆਪਣਾ ਸਰੀਰ ਫਿੱਟ ਰਹਿੰਦਾ ਤੇ ਤੁਸੀਂ ਦੇਖੋ ਵੀ ਇਮਿਊਨ ਸਿਸਟਮ ਵੀ ਹਾਈ ਹੋ ਜਾਂਦਾ। ਤੇ ਸਭ ਤੋਂ ਵੱਡੀ ਗੱਲ ਆ weight lose ਹੁੰਦਾ। ਹੁਣ ਤੁਸੀਂ ਦੇਖੋ ਲਾਸਟ ਈਅਰ ਤੋਂ ਖੇਡਾਂ ਨਹੀਂ ਹੋਈਆਂ ਹਾਂਜੀ ਤਾਂ ਉਸ ਦੇ ਕਰਕੇ ਇਦਾਂ ਕਈਆਂ ਦੀ ਫਿਟਨੈਸ ਖਰਾਬ ਹੋ ਗਈ ਹੈ। ਤੇ ਜੇ ਖੇਡਦੇ ਆ ਆਪਾਂ ਗਰਾਊਂਡ ਦੇ ਵਿੱਚ ਜਾਂਦੇ ਆ, ਆਪਣਾ ਫਿਟਨੈਸ ਪੂਰੀ ਪ੍ਰੋਪਰ ਰਹਿੰਦੀ ਆ। ਤੇ ਆਪਣੇ ਕੋਲ ਦੇਖੋ ਡਾਕਟਰ ਦੇ ਵੀ ਘੱਟ ਜਾਣਾ ਪੈਂਦਾ। ਤੁਹਾਨੂੰ ਡਾਇਬੀਟਿਕਸ ਵਗੈਰਾ ਦੀ ਕਮੀ ਵੀ ਹੋ ਜਾਂਦੀ ਆ, ਕੋਈ ਸ਼ੂਗਰ ਆ। ਜੇ ਤੁਸੀਂ ਖੇਡਦੇ ਹੋ, ਰਨਿੰਗ ਕਰਦੇ ਹੋ, ਕੋਈ ਸਪੋਰਟਸ, ਮੇਨਲੀ ਇਹ ਸਪੋਰਟਸ ਦਾ ਇਹ ਹੁੰਦਾ ਹੈ ਵੀ ਤੁਸੀਂ ਰੈਗੂਲਰ ਜਾ ਸਕਦੇ ਹੋ ਕਿਉਂਕਿ 11 ਪਲੇਅਰ ਹੁੰਦੇ ਆ। ਹਾਂਜੀ ਤੇ 11 ਨੇ ਤੁਹਾਨੂੰ ਫੋਨ ਕਰਕੇ ਬੰਦੇ ਨੇ ਸੱਦ ਲੈਣਾ ਦੂਸਰੇ ਨੇ ਵੀ ਹਾਂਜੀ ਤੁਸੀਂ ਆਓ ਖੇਡਣ, ਹੈ ਨਾ। ਫਿਰ ਇਸ ਤਰੀਕੇ ਦੇ ਨਾਲ ਵੀ ਫਿਟਨੈਸ ਬਹੁਤ ਜ਼ਿਆਦਾ ਰਹਿੰਦੀ ਹੈ ਇੱਦਾਂ। ਸੋ ਗੱਲ ਕਰਾਂ ਕਿ ਫਿਜ਼ੀਕਲੀ ਜਿਹੜੀ ਹੈਗੀ ਹੈ ਨਾ, ਜਿੱਦਾਂ ਤੁਸੀਂ ਦੱਸਿਆ ਵੀ ਸਾਨੂੰ ਜਿਹੜੀ ਬਿਮਾਰੀਆਂ ਤੋਂ ਰਾਹਤ ਮਿਲਦੀ ਹਾਂਜੀ। ਹੈਗੀ ਹੈ ਐਜ਼ ਮਾਈਂਡਫੁਲਨੈਸ, ਸਾਡਾ ਠੀਕ ਰਹਿੰਦਾ ਹੈਗਾ, ਹਾਂਜੀ। ਸਟ੍ਰੈਸ ਰਿਲੀਫ ਰਹਿੰਦੀ ਹੈਗੀ ਹੈ। ਤੇ ਸਟਾਰਟ ਕਰਾਂਗੇ ਫਿਜ਼ੀਕਲ ਜਿਹੜੇ ਬੈਨੀਫਿਟਸ ਨੇ, ਜਿੱਦਾਂ ਕਿ ਫਿਟਨੈਸ ਲੈਵਲ ਕਿੱਦਾਂ ਇੰਪਰੂਵ ਹੁੰਦਾ ਜਾਂ ਮੈਸਕੂਲਰ ਜਿਹੜੀ ਸਾਡੀ ਸਟਰੈਂਥ ਹੁੰਦੀ ਉਹ ਕਿਸ ਤਰੀਕੇ ਦੇ ਨਾਲ ਸਪੋਰਟਸ ਜਿਹੜੇ ਆ ਸਾਡੀ ਇੰਪਰੂਵ ਕਰਦੇ ਹੈਗੇ ਆ। ਦੇਖੋ ਨਾਲ ਤੁਹਾਡੇ ਜਿੱਦਾਂ ਦਾ ਆਪਾਂ ਖੇਡਣ ਜਾਂਦੇ ਆ, ਹਾਂਜੀ। ਵਧੀਆ ਲੈਵਲ ਤੇ ਤੁਹਾਡੇ ਕੋਲ ਕੋਚ ਵੀ ਹੁੰਦੇ ਆ। ਠੀਕ ਹੈ। ਉਹ ਕੋਚ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਆ, ਤੁਸੀਂ ਬੋਡੀ ਨੂੰ ਕਿੱਦਾਂ ਫਿੱਟ ਰੱਖਣਾ, ਹਾਂਜੀ ਪ੍ਰੋਟੀਨ ਤੁਸੀਂ ਕਿੰਨਾ ਲੈਣਾ ਹੈ, ਕੈਲਸ਼ੀਅਮ ਦੀ ਤੁਹਾਡੀ ਕਮੀ ਹੈਗੀ ਆ, ਉਹ ਸਾਰਾ ਤੁਹਾਨੂੰ ਦੱਸਦੇ ਆ। ਡਾਈਟ ਨਾਲ ਵੀ ਤੁਹਾਨੂੰ ਮੇਨਟੇਨ ਕਰਨੀ ਪੈਂਦੀ ਆ ਤੁਹਾਨੂੰ ਫਿਜ਼ੀਕਲੀ ਫਿੱਟ ਰੱਖਣ ਦੇ ਲਈ। ਪਰ ਸਪੋਰਟਸ ਮੇਨ ਚੀਜ਼ ਹੈ। ਇੱਦਾਂ ਸਪੋਰਟਸ ਤੁਸੀਂ ਖੇਡਦੇ ਹੋ, ਦੇਖੋ ਤੁਸੀਂ ਕ੍ਰਿਕਟ ਖੇਡਦੇ ਹੋ, ਤੁਹਾਨੂੰ ਭੱਜਣਾ ਪੈਣਾ, ਰਨਿੰਗ ਕਰਨੀ ਪੈਣੀ ਹੈ। ਤੁਸੀਂ ਰਨ ਲੈਂਦੇ ਹੋ, ਇੱਕ ਐਂਡ ਤੋਂ ਦੂਸਰੇ ਐਂਡ ਤੇ ਜਾਂਦੇ ਹੋ, ਬੈਟਿੰਗ ਕਰਦੇ ਹੋ, ਤੁਹਾਡੇ ਮਸਲ ਪੁੱਲ ਹੁੰਦੇ ਆ। ਜੇ ਫੁੱਟਬਾਲ ਖੇਡਦੇ ਹੋ, ਇਸ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਫੁੱਟਬਾਲ ਵੀ ਚੱਲਦੀ ਹੈ। ਤੁਹਾਨੂੰ ਦੇਖ ਲਓ ਵੀ ਇਹ ਪੂਰਾ ਅੱਧਾ ਘੰਟਾ ਜਿੰਨਾ ਚਿਰ ਆਪਣਾ ਬ੍ਰੇਕ ਨਹੀਂ ਹੁੰਦੀ, ਤੁਹਾਨੂੰ ਭੱਜਣਾ ਹੀ ਪੈਣਾ ਇੱਧਰੋਂ ਉੱਪਰੋਂ, ਅਪ ਐਂਡ ਡਾਊਨ। ਸੋ ਫਿਜ਼ੀਕਲੀ ਬੰਦਾ ਫਿੱਟ ਰਹਿੰਦਾ ਜਿਹੜਾ ਖੇਡਦਾ ਹੈ। ਖੇਡਾਂ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਜਿਉਣ ਲਈ। ਮੈਂਟਲੀ ਤੁਹਾਡਾ ਸਟ੍ਰੈਸ ਬਹੁਤ ਘੱਟ ਹੋ ਜਾਂਦਾ ਇੱਦਾਂ। ਹਾਂਜੀ ਸੋ ਲੋਟਸ ਆਫ ਵੇਜ਼ ਇੰਪਰੂਵਮੈਂਟ ਤੁਹਾਡੀ ਜਿਹੜੀ ਹੈ ਫਿਜ਼ੀਕਲੀ, ਇਮੋਸ਼ਨਲੀ ਅਗਰ ਅਸੀਂ ਕਹੀਏ ਤੇ ਉਹਦੇ ਵਿੱਚ ਕੀ ਯੋਗਦਾਨ ਹੁੰਦਾ ਸਪੋਰਟਸ ਦਾ? ਇਮੋਸ਼ਨਲੀ ਦੇਖੋ ਆਪਾਂ ਹੁਣ ਇੱਕ ਤਾਂ ਆਪਣਾ ਕੰਮ ਤੇ ਜਾਂਦੇ ਹਾਂ। ਹਾਂਜੀ ਠੀਕ ਹੈ। ਇੱਕ ਆਪਾਂ ਘਰੇ ਹੁੰਦੇ ਹਾਂ। ਠੀਕ ਹੈ। ਘਰੇ ਆਪਣਾ ਫੈਮਿਲੀ ਲਾਈਫ ਡਿਫਰੈਂਟ ਹੁੰਦੀ ਹੈ, ਕੰਮ ਦੀ ਲਾਈਫ ਡਿਫਰੈਂਟ ਹੁੰਦੀ ਹੈ। ਠੀਕ ਹੈ। ਹਾਂਜੀ। ਤੇ ਜਦੋਂ ਆਪਾਂ ਖੇਡਣ ਚਲੇ ਜਾਂਦੇ ਹਾਂ, ਆਪਾਂ ਇਹ ਦੋਨੇ ਚੀਜ਼ਾਂ ਦਿਮਾਗ 'ਚੋਂ ਕੱਢ ਦਿੰਦੇ ਹਾਂ ਤਾਂ ਤੁਹਾਡਾ ਮਾਈਂਡ ਸੈਟ ਬਣ ਜਾਂਦਾ ਵੀ ਜਦੋਂ ਤੁਸੀਂ ਖੇਡਦੇ ਹੋ ਤੁਹਾਡਾ ਮਾਈਂਡ ਸੈਟ ਬਿਲਕੁਲ ਕੂਲ ਹੋ ਜਾਂਦਾ। ਤੁਸੀਂ ਦੋਨੇ ਚੀਜ਼ਾਂ ਨੂੰ ਛੱਡ ਕੇ ਕੋਈ ਤੁਹਾਡੀ ਸਟ੍ਰੈਸ ਹੁੰਦੀ ਹੈ ਉਹ ਸਭ ਕੁਝ ਦੂਰ ਹੋ ਜਾਂਦੀ ਹੈ ਇੱਦਾਂ ਖੇਡਣ ਦੇ ਨਾਲ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਹੈਗੀ ਹੈ ਫਿਟਨੈਸ ਇਮੋਸ਼ਨਲੀ ਜਿਹੜੀ ਹੈਗੀ ਹੈ ਤੁਹਾਡੀ ਸਲੀਪਿੰਗ ਪ੍ਰੋਬਲਮ ਵੀ ਠੀਕ ਕਰ ਸਕਦੀ ਹੈ ਨਾ, ਜਿਹੜੀ ਤੁਹਾਨੂੰ ਸਟ੍ਰੈਸ ਹੈਗੀ ਹੈ ਉਹ ਤੋਂ ਐਂਜ਼ਾਈਟੀ ਤੋਂ ਤੁਹਾਨੂੰ ਛੁਟਕਾਰਾ ਦਿੰਦੀ ਹੈ। ਸੋ ਦੇयर ਇਜ਼ ਸੋ ਮੈਨੀ ਥਿੰਗਸ ਜਿਹੜੀ ਕਿ ਸਾਡੀ ਇਮੋਸ਼ਨਲ ਹੈਲਥ ਨਾਲ ਜੁੜੇ ਹੋਏ ਨੇ ਜੋ ਕਿ ਸਪੋਰਟਸ ਜਿਹੜੀ ਹੈਗੀ ਹੈ ਮਦਦਗਾਰ ਹੁੰਦੀ ਹੈ। ਨਾਟ ਜਸਟ ਕਿ ਓਬੇਸਿਟੀ
ਅਗਰ ਦੇਖਿਆ ਜਾਏ ਅੱਜ ਦੇ ਦੌਰ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ ਮੋਟਾਪੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕੰਪੇਅਰ ਟੂ ਬਿਕੋਜ਼ ਜਿਹੜੇ ਪਹਿਲੇ ਗੇਮਸ ਖੇਡਦੇ ਸੀ ਹੁਣ ਇੰਨਾ ਮੋਟੀਵੇਟ ਬੱਚੇ ਨਹੀਂ ਹੋ ਰਹੇ, ਜਿਹਦੇ ਕਰਕੇ ਕਿ ਮੋਟਾਪੇ ਦੀ ਸ਼ਿਕਾਇਤ ਜਸਟ ਬੱਚਿਆਂ ਨੂੰ ਨਹੀਂ, ਬਜ਼ੁਰਗਾਂ ਨੂੰ, ਵੂਮਨਸ ਨੂੰ, ਮੈਨਸ ਨੂੰ, ਨੇਮ ਇਟ ਐਵਰੀਬਾਡੀ ਹੈਜ਼। ਤੇ ਜੇਕਰ ਸਪੋਰਟਸ ਦੇ ਵਿੱਚ ਅਸੀਂ ਜਾਈਏ ਤੇ ਇਹ ਓਬੇਸਿਟੀ ਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਜਿਹਦੇ ਕਰਕੇ ਅਸੀਂ ਕਹਿੰਦੇ ਵੀ ਸਟ੍ਰੋਕ ਹੋ ਗਿਆ ਜਾਂ ਫਿਰ ਜਿਹੜੀ ਹੋਰ ਬਲੱਡਸ ਰਿਲੇਟਿਡ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਸਾਰੀ ਓਬੇਸਿਟੀ ਕਰਕੇ ਹੁੰਦੀਆਂ ਹੈ। ਡਾਇਬੀਟੀਜ਼ ਇਜ਼ ਵਨ ਆਫ ਦਾ ਕੋਜ਼ ਇਨ UK ਦੇ ਵਿੱਚ ਡੈਥ ਦੇ ਕਾਰਨ ਜਿਹੜੇ ਹੈਗੇ ਆ। ਐਂਡ ਡਾਇਬੀਟੀਜ਼ ਕਰਕੇ ਜਦੋਂ ਸਾਡੇ ਫੰਕਸ਼ਨਸ ਜਿਹੜੇ ਹੈ ਬੋਡੀ ਦੇ ਹੌਲੀ ਹੌਲੀ ਡਾਈ ਹੋਣਾ ਚਾਲੂ ਹੋ ਜਾਂਦੇ ਆ ਤੇ ਫਿਰ ਉਹਦੇ ਰਿਜ਼ਲਟ ਤਾਂ ਸਾਨੂੰ ਪਤਾ ਹੈ ਕਿ ਇਟਸ ਅ ਡੈਥ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਕੀਪਿੰਗ ਆਵਰ ਸੈਲਫ ਫਿਟ, ਓਬੇਸਿਟੀ ਤੋਂ ਬਚਣ ਵਾਸਤੇ ਵੀ ਸਾਨੂੰ ਜਿਹੜੀ ਹੈ ਫਿਜ਼ੀਕਲ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਕਰਨੀ ਚਾਹੀਦੀ ਹੈ। ਜਿੱਦਾਂ ਕਿ ਹੈਡ ਜੀ ਨੇ ਮੈਂਸ਼ਨ ਕੀਤਾ ਕਿ ਇਮੋਸ਼ਨਲੀ ਜਦੋਂ ਅਸੀਂ ਇੰਪਰੂਵ ਹੁੰਦੇ ਆ ਸਾਡੀ ਜਿਹੜੇ ਹਾਰਮੋਨਸ ਨੇ ਬੈਲੈਂਸ ਹੋ ਜਾਂਦੇ ਨੇ ਐਂਡ ਅਦਰ ਥਿੰਗਸ ਵੀ ਆਰ ਏਬਲ ਟੂ ਕੋਆਪਰੇਟ ਵੈਲ ਇਜ਼ ਵੈਲ, ਜੋ ਕਿ ਸਟ੍ਰੈਸ, ਐਂਜ਼ਾਈਟੀ ਐਂਡ ਫੀਅਰਸ ਵਗੈਰਾ ਜਿਹੜੇ ਸਾਡੀ ਲਾਈਫ ਦੇ ਕਈ ਸਾਨੂੰ ਸਾਹਮਣੇ ਕਰਨੇ ਪੈਂਦੇ ਉਹਨਾਂ 'ਚ ਮਦਦਗਾਰ ਹੁੰਦਾ ਹੈ। ਐਂਡ ਜਿਨ੍ਹਾਂ ਨੂੰ ਸਲੀਪਿੰਗ ਪ੍ਰੋਬਲਮ ਹੈਗੀ ਹੈ ਉਹ ਵੀ ਇਹਦੇ ਵਿੱਚ ਹੈਲਪਫੁਲ ਹੁੰਦੀ ਹੈ। ਫਿਜ਼ੀਕਲੀ ਐਕਸਰਸਾਈਜ਼ ਜਦੋਂ ਅਸੀਂ 1 ਘੰਟਾ ਅੱਧਾ ਘੰਟਾ ਐਕਸਰਸਾਈਜ਼ ਕਰਦੇ ਹਾਂ ਸਾਨੂੰ ਨੀਂਦ ਬੈਟਰ ਆਉਂਦੀ ਹੈ, ਸਾਡੇ ਹਾਰਮੋਨਸ ਜਿਹੜੇ ਨੇ ਜਿਹੜੇ ਕਿ ਕੈਮੀਕਲਸ ਸਾਡਾ ਬ੍ਰੇਨ ਬਿਲਟਅਪ ਕਰਦਾ ਉਹ ਇੱਕ ਅਲੱਗ ਕਿਸਮ ਦੇ ਹੁੰਦੇ ਆ, ਉਹ ਸਾਡੇ ਰਿਲੈਕਸਿੰਗ ਜਿਹੜੇ ਕੈਮੀਕਲਸ ਹੁੰਦੇ ਆ ਸਾਡੇ ਬ੍ਰੇਨ ਦੇ ਵਿੱਚ ਵੱਧਦੇ ਨੇ। ਸੋ ਜਿਹਦੇ ਕਰਕੇ ਸਾਡੇ ਸਲੀਪਿੰਗ ਪੈਟਰਨਸ ਜਿਹੜੇ ਆ ਉਹ ਬੈਟਰ ਹੋਣੇ ਚਾਲੂ ਹੋ ਜਾਂਦੇ ਆ। ਜਿੱਥੇ ਅਸੀਂ ਵੈਲਥ ਦੀ ਗੱਲ ਕਰੀਏ, ਵੈਲਥ ਦੇ ਬਾਰੇ ਤੁਸੀਂ ਕੀ ਕਹੋਗੇ ਵੀ ਅੱਜ ਕੱਲ੍ਹ ਜਿਹੜੇ ਖੇਡਾਂ 'ਚ ਕਿੰਨੇ ਕੁ ਪੈਸੇ ਮਿਲਦੇ ਹੈਗੇ ਇਹਨਾਂ ਨੂੰ ਔਰ ਹਾਊ ਡਿਡ ਦੇ ਇੰਪਰੂਵ ਦੇਅਰ ਵੈਲਥ ਏਰੀਆ? ਦੇਖੋ ਜਿਹੜੇ ਤਾਂ ਬਹੁਤ ਇੰਟਰਨੈਸ਼ਨਲ ਹਾਈ ਲੈਵਲ ਤੇ ਖੇਡਦੇ ਆ, ਠੀਕ ਹੈ, ਪਹਿਲਾਂ ਤਾਂ ਆਪਾਂ ਥੱਲੇ ਵਾਲੇ ਲੈਵਲ ਤੋਂ ਵੀ ਲਾ ਲੈਂਦੇ ਹਾਂ, ਉੱਪਰ ਵਾਲੇ ਲੈਵਲ ਤੋਂ ਵੀ ਲਾ ਲੈਂਦੇ ਹਾਂ। ਹੁਣ ਆਪਣੇ ਇੰਡੀਆ ਤੋਂ ਕੋਈ ਮੁੰਡੇ ਆਉਂਦੇ ਆ ਇੱਥੇ ਕਾਉਂਟੀ ਜਾਂ ਡਿਵੀਜ਼ਨ 1 ਕ੍ਰਿਕਟ ਖੇਡਦੇ ਆ ਜੀ, ਤਾਂ ਉਹਨਾਂ ਨੂੰ ਕਈ ਵਾਰ ਇੱਕ ਮੈਚ ਦਾ 200-300 ਪਾਉਂਡ ਮਿਲ ਜਾਂਦਾ ਤੇ ਇੱਕ ਮੈਚ 20 ਓਵਰ ਦਾ ਹੁੰਦਾ ਹੈ ਤੇ ਕਈ ਵਾਰੀ ਇੱਕ ਮੈਚ ਦੇ ਇਟਸ ਡਿਪੈਂਡ ਹੁੰਦਾ ਤੁਸੀਂ ਕਿਹੜੀ ਸਟੇਜ 'ਤੇ ਕਿਹੜਾ ਟੂਰਨਾਮੈਂਟ ਖੇਡ ਰਹੇ ਹੋ, ਤੁਹਾਨੂੰ ਉਸ ਹਿਸਾਬ ਨਾਲ ਪੈਸੇ ਮਿਲ ਜਾਂਦੇ। ਤੇ ਦੂਸਰਾ ਆ ਗਿਆ ਹਾਈ ਸਟੈਂਡਰਡ, ਜਿੱਦਾਂ ਹੁਣ IPL ਚੱਲਦਾ, ਇੰਡੀਅਨ ਪ੍ਰੀਮੀਅਰ ਲੀਗ, ਉਹਦੇ 'ਚ ਤਾਂ ਜੇ ਤੁਹਾਨੂੰ ਇੰਟਰਨੈਸ਼ਨਲ ਖੇਡਣ ਦੀ ਲੋੜ ਨਹੀਂ, ਜੇ ਤੁਸੀਂ IPL ਖੇਡ ਲਿਆ ਤੁਹਾਡੇ ਫੈਮਿਲੀ ਪੂਰੀ ਸੈੱਟ ਆ, ਚਾਹੇ ਇੱਕ ਵਾਰੀ ਖੇਡ ਲਓ 2 ਵਾਰੀ ਖੇਡ ਲਓ। ਤੇ ਕਾਫੀ ਵੱਡਾ ਕਰੋੜਾਂ ਦੇ ਵਿੱਚ ਇੱਦਾਂ ਲੱਖਾਂ ਕਰੋੜਾਂ ਦੇ ਵਿੱਚ ਪੈਸੇ ਮਿਲਦੇ ਆ ਜੇ ਵੱਡੇ ਸਟੇਜ 'ਤੇ ਖੇਡਣ ਦੇ। ਹੁਣ ਇੱਦਾਂ ਦੇ ਟੂਰਨਾਮੈਂਟ ਸਟਾਰਟ ਹੋ ਗਿਆ, ਇਹ ਨਹੀਂ ਵੀ ਇਕੱਲੇ ਇੰਡੀਆ ਦੇ ਵਿੱਚ ਹੋਇਆ, ਹੁਣ LPL ਸਟਾਰਟ ਹੋ ਗਿਆ, ਪਾਕਿਸਤਾਨ ਵਾਲੇ ਵੀ ਕਰਾ ਰਹੇ ਆ ਲੀਗ ਦੁਬਈ ਦੇ ਵਿੱਚ ਤੇ ਸਾਊਥ ਅਫਰੀਕਾ 'ਚ ਵੀ ਹੋ ਰਹੀ ਆ। ਸਾਰੇ ਪਾਸੇ ਇੱਦਾਂ ਜਿਹੜੇ ਕ੍ਰਿਕਟ ਖੇਡਦੇ ਆ ਕੋਈ ਵੀ ਲੈਵਲ ਹੈਗਾ, ਸ਼੍ਰੀਲੰਕਾ ਦੇ ਵਿੱਚ ਵੀ ਲੀਗ ਹੋ ਰਹੀ ਹੈ, ਬੰਗਲਾਦੇਸ਼ ਦੇ ਵਿੱਚ ਵੀ ਬੰਗਲਾਦੇਸ਼ ਪ੍ਰੀਮੀਅਰ ਲੀਗ ਹੋ ਰਹੀ ਹੈ, ਉਹ ਸਾਰਿਆਂ ਦੇ ਵਿੱਚ ਵਧੀਆ ਪੈਸੇ ਮਿਲਦੇ ਆ। ਈਵਨ ਜਿਹੜੇ ਰਿਟਾਇਰ ਪਲੇਅਰ ਨੇ ਉਹ ਵੀ ਵਾਪਸ ਆ ਰਹੇ ਆ ਕਈ ਖੇਡਣ ਦੇ ਲਈ, ਇੱਦਾਂ ਵੀ ਉਹ ਆਪਣਾ ਕਈ ਚੈਰਿਟੀ ਲਈ ਖੇਡ ਲੈਂਦੇ ਆ ਤੇ ਕਈ ਆਪਣੀ ਫਿਜ਼ੀਕਲ ਫਿਟਨੈਸ ਲਈ ਖੇਡਦੇ ਆ। ਸੋ ਦੈਟ ਮੀਨ ਕਿ ਜਿਹੜਾ ਹੈਗਾ ਸਪੋਰਟਸ ਦਾ ਜਿਹੜਾ ਫੀਲਡ ਹੈ ਕਾਫੀ ਤੁਹਾਨੂੰ ਇਹ ਨਾ ਸੋਚੇ ਵੀ ਸਾਨੂੰ ਇੰਪਲੋਇਮੈਂਟ ਨਹੀਂ ਹੋਏਗੀ, ਅਨਇੰਪਲੋਇਡ ਰਹਾਂਗੇ। ਦੇਰ ਇਜ਼ ਲੋਟਸ ਆਫ ਆਪਸ਼ਨ ਜਿਹਦੇ ਕਰਕੇ ਲੋਟਸ ਆਫ ਪਲੇਅਰਸ ਬੈਕ ਆ ਰਹੇ ਨੇ, ਜਿੱਦਾਂ ਕਿ ਤੁਸੀਂ ਮੈਂਸ਼ਨ ਕੀਤਾ। ਸੋ ਦੇਰ ਇਜ਼ ਲੋਟਸ ਆਫ ਇੰਪਰੂਵਮੈਂਟ ਜ਼ਰੂਰ ਹੋਇਆ ਹੋਣਾ ਸਾਡੇ ਖੇਡਾਂ ਵਿੱਚ, ਬਹੁਤ ਹੀ ਜ਼ਿਆਦਾ ਇੰਪਰੂਵਮੈਂਟ ਹੋਇਆ। ਦੇਖੋ ਹਰ ਇੱਕ ਕੰਮ ਚਲਾਉਣ ਲਈ ਪੈਸਾ ਵੀ ਜ਼ਰੂਰੀ ਹੁੰਦਾ, ਬੈਲੈਂਸ ਹੈ ਨਾ। ਤੇ ਮੇਰੇ ਹਿਸਾਬ ਨਾਲ ਜੇ ਕੋਈ ਬੱਚਾ ਕੋਈ ਵੀ ਸਪੋਰਟਸਮੈਨ ਕਿਸੇ ਕੰਟਰੀ ਲਈ ਖੇਡ ਲੈਂਦਾ ਤੇ ਉਹਨੂੰ ਜੌਬ ਨਾਲੋਂ ਵੀ ਵਧੀਆ ਇੱਕ ਤਾਂ ਆਪਣੇ ਆਪ ਨੂੰ ਫਿਟਨੈਸ ਰੱਖਦਾ ਹੈ, ਠੀਕ ਹੈ, ਇੱਕ ਇਹ ਆ ਵੀ ਤੁਹਾਡਾ ਵੈਲਥ ਵਾਈਜ਼ ਵੀ ਤੁਸੀਂ ਠੀਕ ਹੋ ਜਾਂਦੇ ਹੋ। ਜਿਹੜੀਆਂ ਤੁਹਾਡੇ ਏਮਸ ਹੁੰਦੇ ਆ ਤੁਸੀਂ ਆਪਣੇ ਏਮ ਸਾਰੇ ਅਚੀਵ ਕਰ ਲੈਂਦੇ ਹੋ। ਖੇਡਾਂ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਤਾਂ ਮੈਂ ਆਪਣੇ ਬੱਚਿਆਂ ਨੂੰ ਬਹੁਤ ਟਰਾਈ ਕਰਦਾ ਵੀ ਖੇਡਣ। ਇਹ ਤਾਂ ਮੈਨੂੰ ਯਾਦ ਆਇਆ ਸਾਡੇ ਜਿੱਦਾਂ ਸਾਡਾ ਵੀ ਸੀ ਲੋਟਸ ਆਫ ਫਿਜ਼ੀਓਥੈਰੇਪਿਸਟ ਜਿਹੜੇ ਹੁੰਦੇ ਆ, ਇਟਸ ਰੀਅਲੀ ਨਾਈਸ ਜਦੋਂ ਉਹਨਾਂ ਨੂੰ ਦੇਖੀਦਾ ਕਿ ਆਵਰ ਏਸ਼ੀਅਨ ਲੋਟਸ ਆਫ ਜਿਹੜੇ ਯੰਗਸਟਰ ਨੇ ਦੇ ਕਮਿੰਗ ਟੂ ਫਿਜ਼ੀਓਥੈਰੇਪੀਜ਼ ਐਂਡ ਉਹਦੇ ਵਿੱਚ ਖੇਡਾਂ ਤੇ ਨਹੀਂ, ਆਈ ਵਿਲ ਸੇ ਮੋਰ ਆਫ ਫਿਜ਼ੀਕਲ ਐਕਸਰਸਾਈਜ਼ ਜਿਹੜੀ ਕਰਾਉਂਦੇ ਆ। ਐਂਡ ਹੈਗਾ ਕਿ ਨਾਲੇ ਤੇ ਦੇ ਆਰ ਕਨੈਕਟਡ ਵਿਦ NHS, ਉਹਨਾਂ ਨੂੰ ਜੌਬ ਹੁੰਦੀ ਹੈ ਤੇ ਨਾਲੇ ਕੀਪਿੰਗ ਦੈਮ ਸੈਲਫ ਫਿਟ ਇਜ਼ ਵੈਲ। ਸੋ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ। ਸਹੀ ਗੱਲ ਹੈ। ਸੋ ਚੱਲਾਂਗੇ ਵੈਲਥ ਦੀ ਅਸੀਂ ਗੱਲ ਕੀਤੀ, ਨਾਲੇ ਹੈਪੀਨੈਸ ਕਿੰਨੀ ਜੀ ਥਿੰਕ ਕਿੰਨਾ ਕੁ ਜਿਹੜੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਹੈਗੀ ਖੇਡਾਂ ਕਿੰਨਾ ਕੁ ਸਾਡੀ ਹੈਪੀਨੈਸ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ? ਦੇਖੋ ਜੀ ਬਹੁਤ ਜ਼ਿਆਦਾ ਹੈਪੀਨੈਸ ਹੁੰਦੀ ਹੈ ਜਦੋਂ ਤੁਸੀਂ ਖੇਡਣ ਜਾਂਦੇ ਹੋ। ਕੋਈ ਵੀ ਆਪਣੀ ਤੁਹਾਨੂੰ ਇਹ ਸਟ੍ਰੈਸ ਲੈਵਲ ਹੀ ਹੈ ਇੱਦਾਂ, ਜਦੋਂ ਤੁਹਾਡੀ ਸਟ੍ਰੈਸ ਦੂਰ ਹੋ ਜਾਂਦੀ ਹੈ ਤੁਹਾਨੂੰ ਹੈਪੀ ਹੋ ਜਾਂਦੇ ਹੋ ਤੁਸੀਂ, ਹੈ ਨਾ। ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਪਾਰਟੀਕੂਲਰਲੀ ਆਪਾਂ ਇਸ ਸਟੇਜ 'ਤੇ ਤਾਂ ਮਿਲੇ ਹਾਂ ਵੀ ਆਪਾਂ ਹੈਲਥ ਬਾਰੇ ਦੱਸਣ ਲਈ ਮਿਲੇ ਹਾਂ। ਜਦੋਂ ਆਪਾਂ ਖੇਡਣ ਜਾਣਾ ਆ, ਐਵਰੀ ਵੀਕ ਅਸੀਂ ਖੇਡਣ ਜਾਣਾ ਆ, ਤਾਂ ਉੱਥੇ ਇਹ ਆ ਵੀ ਆਪਾਂ ਨੂੰ ਆਪਣੇ ਫਰੈਂਡ ਸਰਕਲ ਜਿਹੜਾ ਮਿਲਦੇ ਆ ਉਹਨਾਂ ਨੂੰ ਦੇਖ ਕੇ ਆਪਾਂ ਖੁਸ਼ ਹੁੰਦੇ ਆ। ਦੂਸਰਾ ਆਪਣੀ ਬੋਡੀ ਫਿੱਟ ਹੁੰਦੀ ਆ ਤੇ ਕੋਈ ਗੱਲਾਂ ਕਰਦੇ ਹੋ ਤੁਸੀਂ ਆਪਸ ਦੇ ਵਿੱਚ, ਇੱਦਾਂ ਨਵੇਂ ਫਰੈਂਡ ਬਣਦੇ ਆ ਤਾਂ ਤੁਹਾਨੂੰ ਹੈਪੀਨੈਸ ਹੋਰ ਵੀ ਜ਼ਿਆਦਾ ਆਉਂਦੀ ਹੈ। ਕਈ ਚੰਗੇ ਬੰਦੇ ਬਹੁਤ ਮਿਲ ਜਾਂਦੇ ਆ, ਉਹਨਾਂ ਨਾਲ ਤੁਸੀਂ ਗੱਲ ਕਰਦੇ ਤੁਹਾਨੂੰ ਹੋਰ ਵੀ ਚੰਗਾ ਲੱਗਦਾ। ਖੁਸ਼ੀ ਇਹ ਆ, ਖੁਸ਼ੀ ਕਿਤੋਂ ਵੀ ਮਿਲ ਸਕਦੀ ਹੈ ਤੇ ਖੇਡਾਂ ਇੱਕ ਇੱਦਾਂ ਜ਼ਰੀਆ ਹੈ, ਉੱਥੇ ਤੁਸੀਂ ਉਸ ਪਲੇਟਫਾਰਮ 'ਤੇ ਤੁਸੀਂ ਹਰ ਇੱਕ ਨਵੇਂ ਪਲੇਅਰ ਨੂੰ ਵੀ ਮਿਲਣਾ ਹੈ
ਨਵੇਂ ਬੱਚੇ ਵੀ ਆਉਂਦੇ ਆ, ਯੰਗਸਟਰ ਵੀ ਆਉਂਦੇ ਆ, ਓਵਰ 40 ਵੀ ਹੁੰਦੇ ਆ, ਸਾਰੀ ਤਰ੍ਹਾਂ ਦੇ ਹੁੰਦੇ ਆ ਵੀ ਤੁਹਾਨੂੰ ਗੱਲਾਂ ਕਰਕੇ ਇੱਦਾਂ ਪੂਰੀ ਹੈਪੀਨੈਸ ਮਿਲ ਜਾਂਦੀ ਆ, ਨਾਲੇ ਤੁਹਾਡੀ ਐਕਸਰਸਾਈਜ਼ ਹੋ ਜਾਂਦੀ ਹੈ ਤੁਸੀਂ ਕੋਈ ਵੀ ਮੈਚ ਖੇਡਦੇ ਹੋ। ਸੋ ਹੈਲਥ, ਵੈਲਥ ਐਂਡ ਹੈਪੀਨੈਸ Happiness, ਤਿੰਨੇ ਜੁੜ ਜਾਂਦੇ ਹੈਗੇ ਆ। ਸੋ ਹਾਂਜੀ। ਇਫ ਯੂ ਆਰ ਫਿਜ਼ੀਕਲੀ ਫਿਟ ਆਲ ਥੀਸ ਆਰ ਇੰਪਰੂਵਮੈਂਟ। ਹੈਪੀਨੈਸ ਜਿਹੜੀ ਹੈਗੀ ਹੈ ਇੱਕ ਜਦੋਂ ਗੇਮਸ ਦੇ ਵਿੱਚ ਅਸੀਂ ਕਿਉਂਕਿ ਯੂ نو ਆਲਵੇਜ਼ ਜਿਹੜੇ ਸਾਡੇ ਪੇਰੈਂਟਸ ਹੁੰਦੇ ਆ ਸਾਨੂੰ ਐਨਕਰੇਜ ਕਰਦੇ ਕਿ ਤੁਸੀਂ ਪੜ੍ਹੋ ਭਾਵੇਂ ਮਮ ਔਰ ਡੈਡ ਔਰ ਯੂ نو ਪੀਪਲ ਅਰਾਊਂਡ ਅਸ ਵੈਨ ਵੀ ਆਰ ਗਰੋਇੰਗ ਅਪ। ਪਰ ਜਦੋਂ ਸਾਨੂੰ ਕਿਹਾ ਜਾਂਦਾ ਜਾ ਕੇ ਥੋੜੀ ਦੇਰ ਖੇਡੋ ਤੇ ਇੱਕ ਕੈਮੀਕਲ ਜਿਹਾ ਸਾਡੇ ਬ੍ਰੇਨ 'ਚ ਕਿ ਓ ਗॉड ਆਈ ਕੈਨ ਪਲੇ ਨਾਓ, ਹੈ ਨਾ, ਭਾਵੇਂ ਉਹ ਤੁਸੀਂ ਗੇਮਸ ਇਨਸਾਈਡ ਪਲੇ ਕਰ ਰਹੇ ਹੋ ਜਾਂ ਆਊਟਸਾਈਡ ਪਲੇ ਕਰ ਰਹੇ ਹੋ, ਬਟ ਇੱਕ ਰਿਲੀਫ ਆਫ ਸਟ੍ਰੈਸ ਹੋ ਜਾਂਦਾ ਵੀ ਅਸੀਂ ਹੁਣ ਥੋੜੀ ਦੇਰ ਕੁਝ ਹੋਰ ਕਰ ਸਕਦੇ ਹਾਂ। ਐਕਸਾਈਟਡ ਹੋ ਜਾਂਦੇ ਬੱਚੇ ਜੀ। ਨਾਲੇ ਇੱਕ ਰਿਸਰਚ ਵਿੱਚ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਗੇਮਸ ਹੈ ਇਟਸ ਵੈਰੀ ਇੰਪੋਰਟੈਂਟ। ਦਿਨ ਦੇ ਵਿੱਚ ਜੇਕਰ ਬੱਚਾ ਕੋਈ ਗੇਮ ਖੇਲਦਾ ਹਾਫ ਐਨ ਆਵਰ ਔਰ ਐਨ ਆਵਰ, ਉਹ ਜ਼ਿਆਦਾ ਵਧੀਆ ਪੜ੍ਹਾਈ ਕਰਦਾ ਹੈਗਾ ਨੋਰਮਲ ਦੂਸਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਅਲਾਉਡ ਨਹੀਂ ਹੁੰਦਾ ਵੀ ਗੇਮ ਨਹੀਂ ਤੁਸੀਂ ਸਾਰਾ ਦਿਨ ਪੜ੍ਹਦੇ ਰਹੋ। ਬਿਕੋਜ਼ ਪੇਰੈਂਟਸ ਐਕਸਪੈਕਟ ਕਿ ਸਾਰਾ ਦਿਨ ਬੱਚੇ ਕਈ ਪੇਰੈਂਟਸ, ਆਮ ਨਾਟ ਟੋਕਿੰਗ ਅਬਾਊਟ ਕਿ ਸਾਰੇ ਪੇਰੈਂਟਸ ਇੱਦਾਂ ਗੱਲਾਂ ਕਰਦੇ, ਪਰ ਕੁਝ ਪੇਰੈਂਟਸ ਜਿਹੜੇ ਹੁੰਦੇ ਆ ਉਹ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਪੜ੍ਹਦੇ ਰਹੋ। ਐਂਡ ਸਮਟਾਈਮ children are not studying because 45 to 50 ਮਿੰਟ ਸਾਡੀ ਕੈਪੈਸਿਟੀ ਹੁੰਦੀ ਹੈ ਬ੍ਰੇਨ ਦੀ ਵੀ ਅਸੀਂ ਓਬਜ਼ਰਵ ਕਰ ਲਈਏ ਜਿਹੜੀ ਇਨਫੋਰਮੇਸ਼ਨ ਹੈ, ਉਸ ਤੋਂ ਬਾਅਦ ਦੇ ਨੀਡ ਅ ਬ੍ਰੇਕ। ਸੋ ਕੋਈ ਨਾ ਕੋਈ ਐਕਟੀਵਿਟੀ ਅਸੀਂ ਵੀ ਐਜ਼ ਅ ਪੇਰੈਂਟਸ ਜਿਹੜੇ ਵਿਊਅਰਸ ਦੇਖ ਰਹੇ ਨੇ, ਸੋ ਗਿਵ them a break। ਜਿਹੜੇ ਬੱਚੇ ਪੜ੍ਹਦੇ ਨੇ ਉਸ ਟਾਈਮ ਤੇ ਥੋੜਾ ਜਿਹਾ ਬ੍ਰੇਕ ਉਹਨਾਂ ਨੂੰ ਦੇਣਾ ਚਾਹੀਦਾ ਤੇ ਜਦੋਂ ਹੈਪੀ ਹੋਣਗੇ ਦੈਨ ਦੇ ਗੋ ਬੈਕ ਇਨਟੂ देयर ਸਟੱਡੀ, ਫਿਰ ਉਹ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈ ਐਂਡ ਜ਼ਿਆਦਾ ਵਧੀਆ ਪੜ੍ਹਾਈ ਕਰ ਸਕਦੇ ਨੇ। ਅਚੀਵਮੈਂਟ ਵੱਲ ਚੱਲਾਂਗੇ, ਉਹਦੇ ਬਾਰੇ ਕੁਝ ਦੱਸੋ ਵੀ ਸਪੋਰਟਸ ਦੇ ਵਿੱਚ ਅਚੀਵਮੈਂਟਸ ਕਿੱਥੇ ਤੱਕ ਤੁਸੀਂ ਲੈ ਸਕਦੇ ਹੋ, ਵਾਟਸ ਦ ਕਰੀਅਰ ਪਾਥ ਐਂਡ ਆਲ ਦੈਟ। ਦੇਖੋ ਪਹਿਲਾਂ ਤਾਂ ਕੋਈ ਵੀ ਅਚੀਵਮੈਂਟ ਲੈਣ ਲਈ ਤੁਹਾਨੂੰ ਗਰਾਊਂਡ ਫਲੋਰ ਤੋਂ ਖੇਡਣਾ ਪੈਂਦਾ। ਹਾਂਜੀ। ਕੋਈ ਵੀ ਅਚੀਵਮੈਂਟ ਕਰਨੀ ਹੈ, ਜਿੱਦਾਂ ਤੁਸੀਂ ਪਹਿਲਾਂ ਸਟੇਟ ਲੈਵਲ ਖੇਡਦੇ ਹੋ, ਡਿਸਟ੍ਰਿਕਟ ਲੈਵਲ ਖੇਡਦੇ ਹੋ, ਫਿਰ ਸਟੇਟ ਲੈਵਲ ਖੇਡਦੇ ਹੋ, ਫਿਰ ਤੁਸੀਂ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਖੇਡਦੇ ਹੋ। ਤੇ ਅੱਜ ਕੱਲ੍ਹ ਦਾ ਅਚੀਵਮੈਂਟ ਜੇ ਤੁਸੀਂ ਇੱਕ ਮੈਚ ਵੀ ਜਿੱਤ ਜਾਓ ਜਾਂ ਇੱਕ ਟੂਰਨਾਮੈਂਟ ਜਿੱਤ ਜਾਓ, ਉਹ ਵੀ ਤੁਹਾਡੀ ਅਚੀਵਮੈਂਟ ਹੈ। ਹਾਂਜੀ। ਘਰੇ ਤੁਸੀਂ ਖੇਡਣ ਜਾਂਦੇ ਹੋ, ਤੁਹਾਨੂੰ ਇੱਕ ਮੈਡਲ ਮਿਲ ਜਾਵੇ। ਮੇਰੀ ਬੇਟੀ ਸੀ ਲਾਸਟ ਵੀਕ ਫੁੱਟਬਾਲ ਕੈਂਪ ਲਾਇਆ, ਉੱਥੇ ਉਹਨੂੰ ਮੈਡਲ ਮਿਲਿਆ। ਉਹਨੇ ਘਰੇ ਮੇਰੀ ਵਾਈਫ ਲੈ ਗਈ ਤੇ ਮੈਂ ਬਿਜ਼ੀ ਸੀ ਕੰਮ ਤੇ, ਜਦੋਂ ਘਰੇ ਆਈ ਉਹਨੇ ਘੱਟੋ ਘੱਟ ਨਹੀਂ ਤਾਂ 6 ਵਾਰ ਮੈਨੂੰ ਮੈਡਲ ਦਿਖਾਇਆ, ਡੈਡ ਆਈ ਵਨ ਦਾ ਮੈਡਲ। ਸੋ ਦੈਟ ਇਜ਼ ਅਚੀਵਮੈਂਟ। ਤੁਹਾਨੂੰ ਛੋਟਾ ਪ੍ਰਾਈਜ਼ ਮਿਲੇ, ਕੋਈ ਵੀ ਵੱਡਾ ਪ੍ਰਾਈਜ਼ ਮਿਲੇ ਤਾਂ ਸਾਰੀ ਹੀ ਅਚੀਵਮੈਂਟ ਆ। ਉਸ ਨੂੰ ਇਨਕਰੇਜ ਕਰੋ। ਮੈਂ ਬੱਚੇ ਨੂੰ ਬਹੁਤ ਇਨਕਰੇਜ ਕੀਤਾ, ਮੈਂ ਕਿਹਾ ਅੱਜ ਤੂੰ ਮੈਡਲ ਲੈ ਕੇ ਆਈ ਹੈ, ਨੈਕਸਟ ਟਾਈਮ ਤੈਨੂੰ ਟਰੋਫੀ ਵੀ ਮਿਲੂਗੀ। ਉਸ ਤੋਂ ਬਾਅਦ ਜੇ ਤੂੰ ਇੰਟਰਨੈਸ਼ਨਲ ਲੈਵਲ ਖੇਲੇਂਗੀ ਦੈਨ ਤੇਰੀ ਵੈਲਥ ਐਵਰੀਥਿੰਗ ਇਜ਼ ਸੈਟ, ਡੋਂਟ ਵਰੀ, ਸੋ ਲੈਟਸ ਪਲੇ ਦ ਗੇਮ। ਹਾਂ, ਸੋ ਦੈਟਸ ਰੀਅਲੀ ਨਾਈਸ ਵੇ ਆਫ ਐਕਸਪਲੇਨਿੰਗ ਜਿੱਦਾਂ ਤੁਸੀਂ ਕੀਤਾ ਵੀ ਹਾਂ ਸਟਾਰਟਿੰਗ ਵਿਦ ਅ ਸਮੋਲ। ਕਈ ਵਾਰੀ ਹੁੰਦਾ ਕਿ ਅਸੀਂ ਕੋਈ ਗੇਮ ਖੇਡਦੇ ਹਾਂ ਹੈਰੀ ਜੀ ਤੇ ਵੀ ਲੂਜ਼ ਹੋ ਜਾਂਦੇ ਆ, ਸਾਡਾ ਮਨ ਕਰਦਾ ਹੁਣ ਦੁਬਾਰਾ ਨਾ ਖੇਡੀਏ, ਬਟ ਇਹ ਹੁੰਦਾ ਕਿ ਜਿੱਦਾਂ ਤੁਸੀਂ ਕਿਹਾ ਵੀ ਜ਼ਰੂਰ ਖੇਡਦੇ ਰਹੋ, ਫਿਰ ਹੌਲੀ ਹੌਲੀ ਪ੍ਰੈਕਟਿਸ ਮੇਕ ਯੂ ਪਰਫੈਕਟ। ਇਹ ਹੈਗਾ ਕਿ ਤੁਹਾਡਾ ਆਪਣਾ ਦਿਲ ਕਰਨਾ ਚਾਹੀਦਾ ਵੀ ਮੈਂ ਗੇਮ ਨਾਲੇ ਆਪਣੇ ਪੰਜਾਬੀਆਂ ਕਹਿੰਦੇ ਵੀ ਹਾਰ ਕੇ ਜਿੱਤ ਮਿਲਦੀ ਹੈ। ਇੱਦਾਂ ਜੇ ਆਪਾਂ ਪਹਿਲਾਂ ਹੀ ਜਿੱਤ ਗਏ ਤਾਂ ਫਿਰ ਓਵਰ ਪ੍ਰਾਊਡ ਹੋ ਜਾਂਦਾ। ਇੱਦਾਂ ਜਿਹੜਾ ਬੰਦਾ ਹਾਰ ਕੇ ਜਿੱਤੇ ਉਹਨੂੰ ਪਤਾ ਹੁੰਦਾ ਵੀ ਮੈਂ ਕਿਸ ਤਰ੍ਹਾਂ ਵੀ ਮੈਂ ਜਿੱਤਿਆ, ਮੈਂ ਪਹਿਲਾਂ ਹਾਰਦੇ ਵੀ ਰਹੇ ਹਾਂ ਅਸੀਂ ਤੇ ਹੁਣ ਜਿੱਤ ਵੀ ਗਏ ਹਾਂ। ਉਹੀ ਹੁੰਦਾ ਜਦੋਂ ਤੁਸੀਂ ਵੀ ਇੰਡੀਆ ਤੋਂ ਆਏ ਹੋ, ਮੈਂ ਵੀ ਇੰਡੀਆ ਤੋਂ ਆਇਆ, ਜਦੋਂ ਬੰਦਾ ਇੰਡੀਆ ਤੋਂ ਆਉਂਦਾ ਸੋਚਦਾ ਵੀ ਮੈਂ ਆ ਕੇ ਕਾਮਯਾਬ ਹੋਊਂਗਾ ਜਾਂ ਨਹੀਂ ਹੋਊਂਗਾ। ਹੁਣ ਮੈਂ ਜਿੱਦੇ ਤੁਹਾਨੂੰ ਦੱਸਾਂ ਵੀ ਮੈਂ ਇੰਗਲੈਂਡ ਆਇਆ ਸੀ, ਮੈਂ ਸਿਰਫ 100 ਪਾਉਂਡ ਲੈ ਕੇ ਆਇਆ ਸੀ ਤੇ ਆਈ ਬਿਲੋਂਗਸ ਟੂ ਟੀਚਿੰਗ ਪ੍ਰੋਫੈਸ਼ਨ। ਹਾਂਜੀ। ਤੋ ਦੇਖ ਲਓ ਵੀ ਉਹ 100 ਪਾਉਂਡ ਵੀ ਉਸ ਟਾਈਮ ਇਹ ਲੱਗਦਾ ਵੀ 100 ਪਾਉਂਡ ਬਹੁਤ ਜ਼ਿਆਦਾ ਆ, ਪਰ ਉਹ 100 ਪਾਉਂਡ ਇੱਥੇ ਆ ਕੇ ਬਦਲਾ ਦੇ, ਦੈਟਸ ਨਥਿੰਗ, ਯੂ ਕਾਂਟ ਈਵਨ ਪੇ ਦ ਰੈਂਟ। ਸੋ ਤੁਸੀਂ ਇੰਡੀਆ ਤੋਂ ਜਦੋਂ ਆਏ ਸੀ ਹੈਰੀ ਜੀ, ਤੁਹਾਨੂੰ ਕਾਫੀ ਜਿੱਦਾਂ ਐਜ਼ ਏ ਤੁਸੀਂ ਪ੍ਰਮੋਟ ਵੀ ਕਰਦੇ ਸੀ, ਫਿਰ ਤੁਹਾਨੂੰ ਗੇਮਾਂ ਛੱਡਣੀਆਂ ਪਈਆਂ ਸੀ ਜਿਹੜੀ, ਔਰ ਡਿਡ ਯੂ ਸਟਿਲ ਕੰਟੀਨਿਊ? ਮਸਟ ਬੀ ਵੈਰੀ ਹਾਰਡ ਕਿ ਤੁਸੀਂ ਜਦੋਂ, ਮੈਂ ਤੇ ਚਲੋ ਯੰਗ ਸੀ ਜਦੋਂ ਆਈ ਸੀ, ਆਈ ਵਾਜ਼ ਏਬਲ ਟੂ ਕੋਪ ਕੁਆਇਟ ਗੁੱਡ, ਬਟ ਜਿੱਦਾਂ ਤੁਸੀਂ ਏਜ ਜਿੱਥੇ ਕਿ ਤੁਸੀਂ ਸਟਾਰਟਿੰਗ ਆਪਣੀ ਕਰੀਅਰ ਕਰਨੀ ਹੁੰਦੀ ਹੈ ਐਂਡ ਤੁਹਾਡੇ ਡ੍ਰੀਮਸ ਹੁੰਦੇ ਆ ਮੈਂ ਕਰਨਾ, ਉਹ ਫਿਰ ਤੁਹਾਨੂੰ ਹਾਊ ਡਿਡ ਯੂ ਮੈਨੇਜ ਆਲ ਦਿਸ? ਦੇਖੋ 5-7 ਸਾਲ ਦਾ ਤੁਸੀਂ ਇਹ ਮੈਨੇਜ ਕਰ ਹੀ ਨਹੀਂ ਸਕਦੇ ਜਦੋਂ ਤੁਸੀਂ ਇੱਥੇ ਇੰਗਲੈਂਡ ਦੇ ਵਿੱਚ ਆ ਜਾਓ। ਹਾਂ ਤੁਸੀਂ ਖੇਡਣ ਜਾ ਸਕਦੇ ਹੋ ਕਦੇ ਵੀਕਐਂਡ ਤੇ। ਇਹ ਆ ਵੀ ਤੁਹਾਨੂੰ ਪਹਿਲਾਂ ਕੰਮ ਦੇ ਵਿੱਚ ਇੱਥੇ ਜਦੋਂ ਇਸ ਜ਼ਿਆਦਾ ਆਪਾਂ ਵੈਲਥ ਹੋਈਏ ਪੂਰੇ, ਆਈ ਬਿਲੋਂਗਸ ਟੂ ਮੀਡੀਅਮ ਫੈਮਿਲੀ, ਆਈ ਕਾਂਟ ਸੇ ਲਾਈਕ ਆਈ ਬਿਲੋਂਗਸ ਟੂ ਪੂਅਰ ਫੈਮਿਲੀ, ਇਟਸ ਅ ਗੁੱਡ ਫੈਮਿਲੀ ਆਈ ਬਿਲੋਂਗਸ ਟੂ। ਤੋਂ ਇੱਥੇ ਆ ਕੇ ਤੁਸੀਂ ਮਿਹਨਤ ਕਰਦੇ ਹੋ, ਫਿਰ ਤੁਹਾਡੇ 4 ਪੈਸੇ ਜੁੜ ਜਾਂਦੇ ਆ, ਦੈਨ ਯੂ ਨੋਜ਼ ਵਾਟ ਟੂ ਡੂ, ਦੈਨ ਉਸ ਤੋਂ ਬਾਅਦ ਹੀ ਤੁਹਾਡੀ ਅਚੀਵਮੈਂਟ ਸਟਾਰਟ ਹੁੰਦੀਆਂ ਨੇ। ਹਾਂਜੀ। ਸੋ ਕਾਫੀ ਸਟਰਗਲ 7-8 ਸਾਲ ਜਿੱਦਾਂ ਲਾ ਲਓ ਵੀ ਤੁਸੀਂ ਕਹਿ ਦਿਓ ਵੀ ਸਟਰਗਲ ਤਾਂ ਨਹੀਂ ਕਹਿ ਸਕਦੇ, ਬਟ ਇਹ ਕਹਿ ਸਕਦੇ ਵੀ ਆਪਾਂ ਮਿਹਨਤ ਕੀਤੀ, ਮਿਹਨਤ ਕਰਕੇ ਇੱਦਾਂ ਹੌਲੀ ਹੌਲੀ ਵੀ ਹੁਣ ਸਟੇਜ ਵੀ ਹੁਣ ਸੈੱਟ ਹੈ ਇੱਦਾਂ।
I like the word ਜਿਹੜਾ ਤੁਸੀਂ ਯੂਜ਼ ਕੀਤਾ ਵੀ ਮਿਹਨਤ ਸਟਰਗਲ ਨਹੀਂ, ਮਿਹਨਤ ਸੀ, ਕੰਮ ਕੀਤਾ ਤੇ ਅਸੀਂ ਅੱਜ ਉਸ ਮੁਕਾਮ ਤੇ ਹੈਗੇ ਆ ਕਿ ਵੀ ਗਿਵ ਦ ਇਨਫੋਰਮੇਸ਼ਨ ਐਂਡ ਵੀ ਆਰ ਏਬਲ ਟੂ ਸੇ ਲੋਟਸ ਆਫ ਥਿੰਗਸ ਅਬਾਊਟ ਕਿ ਅਸੀਂ ਕੀ ਅਚੀਵਮੈਂਟ ਕੀਤੇ। ਸੋ ਇਹ ਤੁਹਾਡੇ ਅਚੀਵਮੈਂਟ 'ਚ ਆ ਗਿਆ ਹੈ ਨਾ, ਇਟਸ ਵਟ ਯੂ ਹੈਵ ਬੀਨ ਥਰੂ ਐਂਡ ਉਸ ਤੋਂ ਬਾਅਦ ਤੁਸੀਂ ਆਪਣੀ ਮਿਹਨਤ ਕਰਕੇ ਕਾਮਯਾਬ ਹੋਏ। ਖੇਡਣ ਦਾ ਵੀ ਇਹ ਆ ਵੀ ਤੁਹਾਨੂੰ ਜੇ ਖੇਡਣਾ, ਕੋਈ ਵੀ ਬੱਚਾ ਖੇਡਣ ਜਾਂਦਾ ਤੁਹਾਨੂੰ ਤੁਹਾਡੀ ਫੈਮਿਲੀ ਦੀ ਸਪੋਰਟ ਵੀ ਫੁੱਲ ਚਾਹੀਦੀ ਹੈ ਜੀ। ਜਿੱਦਾਂ ਮੈਂ ਹੁਣ ਵੀ ਖੇਡਣ ਜਾਂਦਾ ਤਾਂ ਵਾਈਫ ਨੇ ਮਨਾ ਨਹੀਂ ਕਰਨਾ ਵੀ ਹਾਂ ਵੀ ਚੱਲ ਜਾਂਦਾ, ਵੀ ਬੰਦਾ ਫਿੱਟ ਰਹਿੰਦਾ ਹੈ। ਤੁਹਾਨੂੰ ਪੇਰੈਂਟਸ, ਫੈਮਿਲੀ ਸਾਰਿਆਂ ਦੀ ਸਪੋਰਟ ਫੁੱਲ ਚਾਹੀਦੀ ਹੈ। ਤੇ ਹਰ ਇੱਕ ਪੇਰੈਂਟਸ ਨੂੰ, ਮੈਂ ਤਾਂ ਹਰ ਇੱਕ ਵਿਊਅਰ ਨੂੰ ਇਹ ਕਹਿਣਾ ਚਾਹੂੰਗਾ ਵੀ ਤੁਸੀਂ ਆਪਣੇ ਬੱਚੇ ਨੂੰ ਸਪੋਰਟਸ ਦੇ ਨਾਲ ਜ਼ਰੂਰ ਜੋੜੋ। ਇੱਕ ਤਾਂ ਫਿਜ਼ੀਕਲੀ ਫਿੱਟ ਰਹਿੰਦਾ, ਇੱਕ ਮਾਈਂਡ ਸੈਟ ਰਹਿੰਦਾ, ਤੇ ਤੀਸਰਾ ਨੰਬਰ ਜਦੋਂ ਅਚੀਵਮੈਂਟ ਹੁੰਦੀ ਹੈ ਤੇ ਫਿਰ ਵੈਲਥ ਵੀ ਸਹੀ ਹੋ ਜਾਂਦੀ ਹੈ। ਹਾਂਜੀ, ਹਰ ਇੱਕ ਹੋਰ ਗੱਲ ਮੈਂ ਪੁੱਛਣਾ ਚਾਹਾਂਗੀ, ਜਿੱਦਾਂ ਤੁਸੀਂ ਤੇ ਆਈ ਮੀਨ ਇੰਡੀਆ ਦੇ ਵਿੱਚ ਵੀ ਕਾਫੀ ਤੁਹਾਡਾ ਯੋਗਦਾਨ ਰਿਹਾ, ਸਪੋਰਟ ਵੱਲ ਤੁਸੀਂ ਕਾਫੀ ਖੇਡਦੇ ਰਹੇ ਤੇ ਇੱਥੇ ਆ ਕੇ ਵੀ। ਸੋ ਏਸ਼ੀਅਨ ਕਮਿਊਨਿਟੀ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਸਾਨੂੰ ਕੀ ਚੇਂਜਸ ਲਿਆਉਣੇ ਚਾਹੀਦੇ ਹੈਗੇ ਸਪੋਰਟਸ ਦੇ ਵਿੱਚ? ਜਿਹੜੇ ਸਾਡੇ ਵਿਊਅਰਸ ਨੇ, ਤੁਹਾਨੂੰ ਕੀ ਲੱਗਦਾ ਵੀ ਇਹ ਸਰਟਨ ਚੇਂਜਸ ਹੋਣ ਤੇ ਅਸੀਂ ਕਾਫੀ ਜਿਹੜੇ ਸਪੋਰਟਸ ਨੇ ਉਹਨੂੰ ਪ੍ਰਮੋਟ ਕਰ ਸਕਦੇ ਹਾਂ ਜਾਂ ਉਹਨਾਂ ਦੀ ਜ਼ਿਆਦਾ ਅਸੀਂ ਸਾਂਝ ਪਾ ਸਕਦੇ ਹਾਂ ਉਹਨਾਂ ਦੇ ਨਾਲ? ਹਾਂਜੀ, ਦੇਖੋ ਕਮਿਊਨਿਟੀ ਤਾਂ ਆਪਣੀ ਜਿਹੜੀ ਏਸ਼ੀਅਨ ਕਮਿਊਨਿਟੀ ਆ ਇਹ ਬਹੁਤ ਹੀ ਅੱਗੇ ਜਾ ਰਹੀ ਹੈ ਇਸ ਟਾਈਮ ਜੀ। ਜਿਹੜੀ ਵੀ ਕੰਟਰੀ ਦੇਖ ਲਓ, ਚਾਹੇ ਕੈਨੇਡਾ ਦੇਖ ਲਓ, ਚਾਹੇ ਅਮਰੀਕਾ ਦੇਖ ਲਓ, ਇੰਗਲੈਂਡ ਦੇਖ ਲਓ, ਜਿਹੜੀ ਏਸ਼ੀਅਨ ਕਮਿਊਨਿਟੀ ਨੇ ਜਿੰਨਾ ਯੋਗਦਾਨ ਕੰਟਰੀ ਦੇ ਵਿੱਚ ਪਾਇਆ, ਇਹਨਾਂ ਕਿਸੇ ਨੇ ਨਹੀਂ ਪਾਇਆ। ਤੇ ਖੇਡਾਂ ਦੇ ਵਿੱਚ ਵੀ ਜੇ ਤੁਸੀਂ ਦੇਖੋ ਤਾਂ ਏਸ਼ੀਅਨ ਕਮਿਊਨਿਟੀ ਨੇ ਬਹੁਤ ਹੀ ਜ਼ਿਆਦਾ ਯੋਗਦਾਨ ਪਾਇਆ। ਤੇ ਆਪਾਂ ਵੀ ਇਹ ਆ ਵੀ ਜਿੰਨੇ ਵੀ ਏਸ਼ੀਅਨ ਫੈਮਲੀਜ਼ ਨੇ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਕਿਸੇ ਨਾ ਕਿਸੇ ਸਪੋਰਟਸ ਦੇ ਨਾਲ ਜ਼ਰੂਰ ਜੋੜੋ ਜਾਂ ਬੱਚਿਆਂ ਨੂੰ ਜੋੜੋ। ਈਵਨ ਓਵਰ 40 ਗੇਮਸ ਵੀ ਹੁੰਦੀਆਂ ਨੇ, ਈਵਨ ਅੰਡਰ 30 ਵੀ, ਅੰਡਰ 17 ਵੀ ਹੁੰਦੀਆਂ ਨੇ, ਸਾਰੇ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਨੇ। ਜੇ ਤੁਹਾਨੂੰ ਨਹੀਂ ਪਤਾ ਤਾਂ ਸਾਨੂੰ ਪੁੱਛ ਲਓ, ਅਸੀਂ ਤੁਹਾਨੂੰ ਕਿਸੇ ਨਾ ਕਿਸੇ ਪਲੇਟਫਾਰਮ 'ਤੇ ਜ਼ਰੂਰ ਪਾ ਦਾਂਗੇ। ਚਲੋ ਫਿਰ ਤੇ ਠੀਕ ਹੈ। ਸੋ ਦੇयर ਇਜ਼ ਦ ਚੇਂਜਸ ਹੈਗਾ ਕਿ ਸਾਨੂੰ ਹੋਰ ਅਵੇਅਰ ਕਰਨ ਦੀ ਲੋੜ ਹੈ। ਤਾਂ ਆਪਾਂ ਇੱਕ ਦੂਸਰੇ ਨੂੰ ਦੱਸੀਏ, ਜਿੱਦਾਂ ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਹਾਂ ਫਲਾਨੀ ਜਗ੍ਹਾ ਇੱਥੇ ਟੂਰਨਾਮੈਂਟ ਹੁੰਦਾ, ਇੱਥੇ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਨੇ। ਤੇ ਇੱਕ ਦੂਸਰੇ ਨਾਲ ਕਮਿਊਨੀਕੇਸ਼ਨ ਜਿੰਨਾ ਰੱਖੋਗੇ ਤੁਹਾਨੂੰ ਉਨਾ ਹੀ ਅਵੇਅਰਨੈਸ ਜ਼ਿਆਦਾ ਹੋਊਗੀ। ਆਪਣੀ ਏਸ਼ੀਅਨ ਕਮਿਊਨਿਟੀ ਦੇ ਵਿੱਚ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੈ ਨਹੀਂ ਗੀ। ਆਪਣੇ ਤਾਂ ਵੱਡੀਆਂ ਪਾਰਟੀਆਂ ਵੀ ਕਰਦੇ ਸੀ, ਚਲੋ ਹੁਣ ਕੋਵਿਡ ਕਰਕੇ ਹੋ ਗਿਆ, ਤੇ ਪਰ ਕਮਿਊਨੀਕੇਸ਼ਨ ਬਹੁਤ ਇੱਕ ਜ਼ਰੂਰ ਨਾਲ ਦੱਸੋ। ਹਾਂ, ਇਹ ਗੱਲ ਦਾ ਖਿਆਲ ਰੱਖੋ ਵੀ ਹਾਂ ਇਹ ਤੁਹਾਡਾ ਬੱਚਾ ਖੇਡਦਾ ਹੈ, ਤੁਸੀਂ ਇਹ ਵੀ ਸੋਚੋ ਵੀ ਦੂਸਰੇ ਦਾ ਬੱਚਾ ਵੀ ਇਹਦੇ ਵਾਂਗ ਖੇਡੇ। ਹਾਂਜੀ, ਜਦੋਂ ਅਸੀਂ ਸਾਰੇ ਬੱਚਿਆਂ ਨੂੰ ਸੇਮ ਸਮਝਾਂਗੇ ਤਾਂ ਆਪਣੇ ਆਪ ਹੀ ਆਪਣੀ ਕਮਿਊਨਿਟੀ ਆਪਣੇ ਆਪ ਹੀ ਉੱਪਰ ਚਲੀ ਜਾਣੀ ਹੈ। ਸੋ ਇਕੁਐਲਿਟੀ ਦੀ ਵੀ ਗੱਲ ਤੁਸੀਂ ਇੱਥੇ ਕੀਤੀ ਵੀ ਇਕੁਐਲਿਟੀ ਹੋਣੀ ਜ਼ਰੂਰੀ ਹੈ। ਸਾਨੂੰ ਕਿਸੇ ਨੂੰ ਦੇਖ ਕੇ ਜਲਣਾ ਨਹੀਂ ਚਾਹੀਦਾ ਵੀ ਉਹਦਾ ਬੱਚਾ ਇੰਪਰੂਵ ਹੋ ਰਿਹਾ ਹੈ ਤੇ ਐਂਡ ਉਹਨੂੰ ਦੇਖ ਕੇ ਆਪਣੇ ਬੱਚੇ ਨੂੰ ਫੋਰਸ ਵੀ ਨਹੀਂ ਕਰਨਾ ਚਾਹੀਦਾ। ਮੈਂ ਕਹਾਂਗੀ ਵੀ ਹਰੇਕ ਬੱਚੇ ਦੀ ਆਪਣੀ ਕੁਆਲਿਟੀ ਹੁੰਦੀ ਹੈ ਜੋ ਉਹਦੇ ਵਿੱਚ ਮਾਹਿਰ ਹੈਗਾ। ਐਂਡ ਤੁਹਾਡਾ ਹੋ ਸਕਦਾ ਬੱਚਾ ਕੁਝ ਹੋਰ ਗੇਮ ਪਸੰਦ ਕਰਦਾ ਹੈ ਤੇ ਉਹਦੇ ਵਿੱਚ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਸੋ ਐਜ਼ ਅ ਕਮਿਊਨਿਟੀ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਕਿ ਸਾਨੂੰ ਹੋਰ ਅਵੇਅਰ ਹੋਣਾ ਚਾਹੀਦਾ ਵੀ ਸਾਡੇ ਆਲੇ ਦੁਆਲੇ ਕਿਹੜੇ ਸਪੋਰਟਸ ਅਵੇਲੇਬਲ ਨੇ, ਕਿਹੜੀ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ ਹੈ ਸਪੋਰਟਸ ਬਾਰੇ, ਖੇਡਾਂ ਬਾਰੇ ਜਾਂ ਗੇਮਸ ਜਿਹੜੀਆਂ ਹੈਗੀਆਂ ਕੀ ਅਸੀਂ ਆਪਣੇ ਬੱਚਿਆਂ ਨੂੰ ਦੇ ਰੂਬਰੂ ਕਰਾ ਸਕਦੇ ਹਾਂ, ਉਹਨਾਂ ਨੂੰ ਦਿਖਾ ਸਕਦੇ ਹਾਂ ਵੀ ਜਿਹੜਾ ਉਹਨਾਂ ਦਾ ਇੰਟਰਸਟ ਹੋਏ ਤੇ ਗਾਂ ਵਧਾ ਸਕਦੇ ਹੈਗੇ ਆ, ਜਿਹਦੇ ਨਾਲ ਬੱਚੇ ਦੀ ਸਟ੍ਰੈਸ ਲੈਵਲ ਘੱਟਦੇ ਆ। ਕਿਉਂਕਿ ਅੱਜ ਕੱਲ੍ਹ ਦੇਖਣ 'ਚ ਆਇਆ ਕਿ ਬੱਚਿਆਂ ਨੂੰ ਕਾਫੀ ਸਟ੍ਰੈਸ ਹੁੰਦੀ ਹੈ ਐਂਡ ਹੈਲਥ ਇਸ਼ੂਜ਼ ਆਰ ਰਿਲੇਟਿਡ ਟੂ ਦੈਟ। ਬਟ ਜੇਕਰ ਉਹ ਫਿਜ਼ੀਕਲ ਫਿਟ ਰਹਿੰਦੇ ਨੇ ਤੇ ਉਹ ਕਾਫੀ ਹੱਦ ਤੱਕ ਇਸ ਤੋਂ ਰਾਹਤ ਪਾ ਸਕਦੇ ਹੈਗੇ ਆ। ਨੈਕਸਟ ਕੁਐਸਚਨ ਮੈਂ ਚੱਲਾਂਗੀ ਕਿ ਹਾਊ ਡੂ ਯੂ ਮੋਟੀਵੇਟ ਯੋਰਸੈਲਫ? ਤੁਸੀਂ ਆਪਣੇ ਆਪ ਨੂੰ ਕਿੱਦਾਂ ਮੋਟੀਵੇਟ ਕਰਦੇ ਹੋ? ਆਪਾਂ ਦੂਸਰਿਆਂ ਨੂੰ ਤੇ ਕਰਦੇ ਹਾਂ ਪਰ ਕਈ ਵਾਰੀ ਅਸੀਂ ਆਪਣੇ ਬਾਰੇ ਭੁੱਲ ਜਾਂਦੇ ਹਾਂ ਵੀ ਆਈ ਨੀਡ ਟੂ ਮੋਟੀਵੇਟ ਮਾਈ ਸੈਲਫ, ਕਿਉਂਕਿ ਅਸੀਂ ਜਦੋਂ ਤੱਕ ਆਪਣੇ ਆਪ ਨੂੰ ਨਹੀਂ ਮੋਟੀਵੇਟ ਕਰਦੇ ਵੀ ਕਾਂਟ ਡੂ ਇਟ। ਸੋ ਹਾਊ ਡੂ ਯੂ ਮੇਕ ਯੋਰਸੈਲਫ ਮੋਟੀਵੇਟ ਟੂ ਸਪੋਰਟਸ ਐਂਡ ਅਦਰ ਐਕਟੀਵਿਟੀਜ਼ ਯੂ ਆਰ ਡੂਇੰਗ? ਯੂ ਬੀਨ ਡੂਇੰਗ ਟੀਚਿੰਗ ਐਂਡ ਤੁਸੀਂ ਉੱਦਾਂ ਵੀ ਕੰਮ ਵੀ ਕਰ ਰਹੇ ਹੈਗੇ ਹੋ ਐਂਡ ਉਹਦੇ ਵਿੱਚ ਟਾਈਮ ਕੱਢ ਕੇ ਆਪਣੇ ਆਪ ਨੂੰ ਸਪੋਰਟਸ ਲਈ ਕਰਨਾ ਕਿਸ ਤਰੀਕੇ ਦੇ ਨਾਲ ਕਰਦੇ ਹੋ? ਦੇਖੋ, ਇਟਸ ਨਾਟ ਅ ਡਿਫੀਕਲਟ ਟਾਸਕ, ਕੋਈ ਵੀ ਡਿਫੀਕਲਟੀ ਨਹੀਂ ਹੈਗੀ ਇੱਦਾਂ। ਤੁਸੀਂ ਹੁਣ ਜਿੱਦਾਂ ਅਸੀਂ ਸੈਚਰਡੇ ਅਸੀਂ ਕ੍ਰਿਕਟ ਖੇਡਣੀ ਆ, 50 ਓਵਰ ਗੇਮ ਹੁੰਦੀ ਹੈ। ਹਾਂਜੀ। ਤੇ ਵੈਡਨਸਡੇ ਹੁੰਦਾ, ਅਸੀਂ ਵੈਡਨਸਡੇ ਫੁੱਟਬਾਲ ਖੇਡਣੀ ਹੈ। ਇਨਡੋਰ ਗੇਮਸ ਵੀ ਹੁੰਦੀਆਂ ਨੇ, ਆਊਟਡੋਰ ਗੇਮਸ ਵੀ ਹੁੰਦੀਆਂ। ਤੇ ਵੀਕ ਦੇ ਵਿੱਚ 3 ਦਿਨ ਖੇਡਣਾ ਹੈ। ਇੱਕ ਦਿਨ ਇਨਡੋਰ ਖੇਡਣਾ ਹੈ ਤੇ ਇੱਕ ਦਿਨ ਬਰਮਿੰਘਮ ਇਨਡੋਰ ਖੇਲੀ ਤਾਂ ਅਸੀਂ ਕ੍ਰਿਕਟ। ਹੁਣ ਇਨਡੋਰ ਇਸ ਟਾਈਮ ਬੰਦ ਨੇ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਜੂਨ ਤੱਕ, ਤਾਂ ਹੁਣ ਅਸੀਂ ਆਊਟਡੋਰ ਖੇਡਦੇ ਹਾਂ। ਸੈਚਰਡੇ ਗੇਮ ਹੁੰਦੀ ਹੈ ਤੇ ਸੰਡੇ ਗੇਮਸ ਹੁੰਦੀਆਂ ਨੇ। ਤੇ ਵੀਕ ਦੇ ਵਿੱਚ 2 ਦਿਨ ਖੇਡਣਾ ਹੈ। ਮੰਡੇ ਹੁਣ ਹੁੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਵੀ ਦੇਖਣਾ ਪੈਂਦਾ, ਹੁਣ ਬੱਚੇ ਵੀ ਨੇ। ਮੰਡੇ ਵਾਲੇ ਦਿਨ ਜਿੱਦਾਂ ਬੱਚਿਆਂ ਦਾ ਹੁੰਦਾ ਫਿਰ ਉਹਨਾਂ ਨੂੰ ਆਪਾਂ ਲੈ ਕੇ ਜਾਈਦਾ। ਇੱਦਾਂ ਆਪਣੀ ਇਨਵੋਲਵਮੈਂਟ ਸਪੋਰਟਸ ਦੇ ਵਿੱਚ ਪੂਰੀ ਰੱਖੀ ਹੈ। ਜੋਬ ਤੋਂ ਬਾਅਦ ਆਪਣਾ ਬੱਚਿਆਂ ਨੂੰ ਫਿਜ਼ੀਕਲੀ ਫਿੱਟ ਰੱਖਣ ਦੀ ਪੂਰੀ ਤਿਆਰੀ ਕਰੀ ਦੀ ਹੈ ਤੇ ਆਪ ਵੀ ਖੁਦ ਇਨਵੋਲਵ ਹੈ ਤੇ ਅੱਗੇ ਵੀ ਇੱਦਾਂ ਇਨਵੋਲਵ ਹੁੰਦੇ ਰਹਿਣਾ। ਇਹ ਵੀ ਆ ਵੀ ਜਿਹੜੇ ਹੋਰ ਸਾਡੇ ਫਰੈਂਡ ਸਰਕਲ ਵੀ ਆ, ਜੇ ਕਿਸੇ ਨੇ ਨਹੀਂ ਖੇਡਣ ਦਾ ਪਲੇਟਫਾਰਮ ਹੁੰਦਾ। ਇੱਕ ਮੁੰਡਾ ਮੇਰਾ ਫਰੈਂਡ ਸੀਗਾ ਤੇ ਹੀ ਇਜ਼ ਵੈਰੀ ਗੁੱਡ ਫਰੈਂਡ ਐਂਡ ਹੀ ਇਜ਼ ਅ ਅਕਾਊਂਟੈਂਟ।
ਮੈਂ ਉਹਦੇ ਗਿਆ ਮਿਲਣ ਗਿਆ, ਮੈਂ ਕਿਹਾ ਜਿੱਦਾਂ ਬੈਠੇ ਹੀ ਮੈਂ ਕਿਹਾ ਕਿੰਨੇ ਵਜੇ ਫਿਨਿਸ਼ ਕਰ ਦਿੰਦਾ, ਕਹਿੰਦਾ ਆਫਿਸ 5 ਵਜੇ ਬੰਦ ਕਰ ਦਈਦਾ। ਹਾਂਜੀ। ਤੇ ਮੈਂ ਕਿਹਾ ਹੋਰ ਕੋਈ ਐਕਟੀਵਿਟੀ, ਕਹਿੰਦਾ ਨਹੀਂ। ਮੈਂ ਕਿਹਾ ਤੂੰ ਇੱਦਾਂ ਕਰ, ਸਾਡੇ ਨਾਲ ਫੁੱਟਬਾਲ ਖੇਡਣ ਚਲੇ ਜਾ। ਐਂਡ ਤੁਸੀਂ ਦੇਖੋ ਵੀ ਮੈਂ ਵੈਡਨਸਡੇ ਕਦੇ ਇੱਕ ਅੱਧਾ ਵਾਰੀ ਮਿਸ ਕਰਦਾ ਪਰ ਉਹ ਪਹਿਲਾਂ ਹਮੇਸ਼ਾ ਉੱਥੇ ਹੁੰਦਾ ਹੈ ਤੇ ਬੰਦੇ ਦਾ ਇੰਟਰਸਟ ਵੱਧ ਜਾਂਦਾ ਇੱਦਾਂ। ਇਹ ਆ ਤੁਹਾਨੂੰ ਹਰ ਇੱਕ ਬੰਦੇ ਨੂੰ ਲੈ ਕੇ ਜਾਣਾ ਪੈਂਦਾ ਨਾਲ, ਤੇ ਤੁਹਾਡੀ ਫਰੈਂਡਸ਼ਿਪ ਆ, ਨਾਲ ਤਾਂ ਤੁਸੀਂ ਗੱਲਾਂ ਕਰ ਲੈਂਦੇ ਹੋ ਉੱਥੇ, ਨਾਲੇ ਤੁਹਾਡੀ ਫਿਜ਼ੀਕਲੀ ਵੀ ਫਿਟ ਰਹਿੰਦੇ ਹੋ। ਦੈਟਸ ਸੋ ਗ੍ਰੇਟ। ਕਈ ਵਾਰ ਸਾਨੂੰ ਕਿਸੇ ਨੂੰ ਇਨਕਰੇਜ ਕਰਨ ਚ, ਜਦੋਂ ਤੁਸੀਂ ਕਿਸੇ ਨੂੰ ਇਨਕਰੇਜ ਕਰਦੇ ਹੋ, ਜਿੱਦਾਂ ਹੈਰੀ ਤੁਸੀਂ ਕਿਹਾ ਵੀ ਤੁਹਾਡੇ ਫਰੈਂਡਸ ਜਿਹੜੇ ਸੀ ਉਹ ਨਹੀਂ ਪਲੇ ਕਰਦੇ ਸੀ, ਬਟ ਯੂ ਟੋਲਡ ਹਿਮ ਕਿ ਨਹੀਂ ਆਪਾਂ ਵੈਨਸਡੇ ਜਾਂਦੇ ਹਾਂ ਐਂਡ ਵਿਲ ਹੈਵ ਯੂ ਨੋ ਟੁਗੇਦਰ, ਅਸੀਂ ਗੱਲਬਾਤ ਵੀ ਕਰ ਸਕਦੇ ਹਾਂ। ਹੁਣ ਅੱਗੇ ਤਾਂ ਮੈਂ ਉਹਨੂੰ ਦੱਸਿਆ ਸੀਗਾ ਵੀ ਹਾਂ ਆਪਾਂ ਫੁੱਟਬਾਲ ਖੇਡਣ ਜਾਂਦੇ ਹਾਂ। ਹੀ ਕਾਲਡ ਮੀ ਲਾਸਟ ਵੀਕ, ਕਹਿੰਦਾ ਆਪਾਂ ਜਿਮ ਜੁਆਇਨ ਕਰਦੇ ਹਾਂ। ਸੋ ਇਟਸ ਰੀਅਲੀ ਨਾਈਸ, ਲਾਈਕ ਹੀ ਗਾਈਡਡ ਮੀ ਐਜ਼ ਵੈਲ। ਸੋ ਹੁਣ ਦੇਖ ਲਓ ਤੁਹਾਨੂੰ ਗਾਈਡ ਕਰ ਰਹੇ। ਦੈਟਸ ਰੀਅਲੀ ਗੁੱਡ ਬਿਕਾਜ਼ ਹੈਰੀ ਇਹਦੇ ਵਿੱਚ ਇਹ ਲੱਗਦਾ ਕਿ ਜਦੋਂ ਅਸੀਂ ਕਿਸੇ ਨੂੰ ਗਾਈਡ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਸਾਨੂੰ ਜਦੋਂ ਉਹ ਗਾਈਡ ਕਰਦਾ ਸਾਨੂੰ ਉਹ ਵੀ ਮੰਨਣਾ ਪੈਂਦਾ ਹੈ ਕਿ ਵੀ ਹੈਵ ਟੂ ਲਿਸਨ। ਕਮਿਊਨੀਕੇਸ਼ਨ ਇਜ਼ 2 ways, ਇਜ਼ ਇਟ? ਤਾਂ ਕਰਕੇ ਚਲੋ ਇਹ ਤੁਸੀਂ ਦੱਸਿਆ ਬਹੁਤ ਵਧੀਆ ਕਿ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰਦੇ ਹੋ ਤਾਂ ਕਿ ਦੂਸਰਿਆਂ ਨੂੰ ਵੀ ਮਦਦ ਕਰਕੇ ਤਾਂ ਕਿ ਉਹ ਤੁਹਾਨੂੰ ਮੋਟੀਵੇਟ ਕਰਨ। ਵੈਰੀ ਗੁੱਡ। ਸੋ ਵਾਟ ਕੁਆਲਿਟੀ ਐਜ਼ ਇਟ, ਤੁਸੀਂ ਅਗਰ ਕਿਸੇ ਨੂੰ ਕਹੋ ਵੀ ਸਪੋਰਟ ਪਰਸਨ ਦੇ ਵਿੱਚ ਕੀ ਕੁਆਲਿਟੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਕਿ ਇੱਕ ਸਪੋਰਟਸ ਪਰਸਨ ਵਿੱਚ ਹੋਣੀਆਂ ਚਾਹੀਦੀਆਂ? ਦੇਖੋ ਸਪੋਰਟਸ ਪਰਸਨ ਕੈਨ ਬੀ ਐਨੀਵਨ ਜੀ, ਠੀਕ ਹੈ। ਕੁਆਲਿਟੀਜ਼ ਕੈਨ ਬੀ ਮੇਨਟੇਨ। ਜਦੋਂ ਤੁਸੀਂ ਫਿਜ਼ੀਕਲੀ ਫਿਟ ਰਹੋਗੇ, ਖੇਡਣ ਜਾਓਗੇ ਤਾਂ ਕੁਆਲਿਟੀਜ਼ ਤੁਹਾਡੀਆਂ ਆਪਣੇ ਆਪ ਬਣ ਜਾਂਦੀਆਂ ਨੇ। ਹਾਂਜੀ। ਤੇ ਜੇ ਤੁਸੀਂ ਐਵਰੀ ਡੇ ਜਾਓਗੇ ਤੇ ਜਿੱਦਾਂ ਐਵਰੀ ਵੀਕ ਰੂਟੀਨ ਦੇ ਵਿੱਚ ਕੋਈ ਵੀ ਕੰਮ ਕਰੋਗੇ ਐਂਡ ਯੂ ਵਿਲ ਬੀ ਆਲਵੇਜ਼ ਫਿਜ਼ੀਕਲੀ ਫਿਟ ਐਂਡ ਯੂਰ ਕੁਆਲਿਟੀਜ਼ ਵਿਲ ਬੀ ਆਲਵੇਜ਼ ਇੰਪਰੂਵ। ਐਂਡ ਖੇਡਾਂ ਦੇ ਵਿੱਚ ਤਾਂ ਹਮੇਸ਼ਾ ਇੰਪਰੂਵਮੈਂਟ ਦੀ ਸੰਭਾਵਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ। ਤੁਸੀਂ ਕੋਈ ਵੀ ਖੇਡ ਖੇਡਣ ਜਾਓ, ਚਾਹੇ ਤੁਸੀਂ ਫੁੱਟਬਾਲ ਖੇਡਣ ਜਾਓ, ਚਾਹੇ ਤੁਸੀਂ ਕ੍ਰਿਕਟ ਖੇਡਣ ਜਾਓ, ਤੁਹਾਡੀ ਇੰਪਰੂਵਮੈਂਟ ਦਾ ਹਮੇਸ਼ਾ ਚੱਲਦਾ ਹੀ ਰਹਿੰਦਾ। ਜੇ ਤੁਸੀਂ ਕੋਚਿੰਗ ਲੈ ਸਕਦੇ ਹੋ ਤੁਸੀਂ ਆਪਣੀ ਕੁਆਲਿਟੀ ਨੂੰ ਇੰਪਰੂਵ ਕਰਨ ਲਈ। ਫਿਰ ਦੂਸਰਾ ਚੀਜ਼ ਇਹ ਹੁੰਦੀ ਹੈ ਵੀ ਤੁਹਾਡੇ ਕੋਈ ਕਲੱਬ ਦੇ ਵਿੱਚ ਕੋਈ ਮੁੰਡਾ ਵਧੀਆ ਖੇਡਦਾ ਹੈ ਸਪੋਜ਼, ਤਾਂ ਉਹਦੀ ਕੁਆਲਿਟੀ ਤੁਹਾਡੇ ਨਾਲੋਂ ਵਧੀਆ ਹੈ, ਤਾਂ ਤੁਸੀਂ ਉਹ ਤੋਂ ਟੈਕਨੀਕਲੀ ਪੁੱਛ ਸਕਦੇ ਹੋ ਵੀ ਹਾਂ ਤੂੰ ਮੈਨੂੰ ਥੋੜ੍ਹਾ ਜਿਹਾ ਸਿਖਾ ਦੇ। ਜਦੋਂ ਤੁਸੀਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਉਹਨੇ ਵੀ ਤੁਹਾਨੂੰ ਦੱਸ ਦੇਣਾ, ਕਿਉਂਕਿ ਦੈਨ ਯੂ ਵਿਲ ਇੰਪਰੂਵ ਯੂਰ ਕੁਆਲਿਟੀਜ਼ ਯੋਰਸੈਲਫ। ਸੋ ਇਟਸ ਗਿਵ ਐਂਡ ਟੇਕ। ਕੁਆਲਿਟੀਜ਼ ਕੁਝ ਕੁਆਲਿਟੀਆਂ ਸਾਡੇ ਚ ਆਲਰੇਡੀ ਐਜ਼ ਅ ਸਪੋਰਟ ਪਰਸਨ ਹੁੰਦੀਆਂ ਤੇ ਕੁਝ ਅਸੀਂ ਦੂਸਰਿਆਂ ਤੋਂ ਗ੍ਰੈਂਡ ਕਰਦੇ ਹੈਗੇ ਆ, ਦੈਨ ਵੀ ਗੈਟ ਅ ਕੰਪਲੀਟ ਇੱਕ ਸਾਡਾ ਪਜ਼ਲ ਜਿਹੜੀ ਹੈ ਕੰਪਲੀਟ ਹੋ ਜਾਂਦੀ ਹੈ। ਤੇ ਗੈਰੀ ਜਿਹੜੇ ਸਾਡੇ ਵਿਊਅਰਸ ਨੇ ਹਨਾ, ਅਗਰ ਉਹ ਜਿੱਦਾਂ ਐਜ਼ ਕਈ ਇਨਕਰੇਜ ਕਰਦੇ ਆ, ਕਈ ਨਹੀਂ ਕਰਦੇ ਹਨਾ ਆਪਣੇ ਬੱਚਿਆਂ ਨੂੰ, ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਵੀ ਕਿਸ ਤਰੀਕੇ ਦੇ ਨਾਲ ਐਜ਼ ਅ ਪੇਰੈਂਟਸ ਜਿਹੜੇ ਸਾਡੇ ਵਿਊਅਰਸ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਇਸ ਫੀਲਡ ਦੇ ਵਿੱਚ ਲੈ ਕੇ ਆਉਣ ਜਾਂ ਥੋੜਾ ਪ੍ਰਮੋਟ ਕਰਨ? ਕੁਝ ਆਈਡੀਆਜ਼ ਐਂਡ ਟਿਪਸ ਉਹਨਾਂ ਨੂੰ ਤੁਸੀਂ ਦਿਓ। ਦੇਖੋ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ, ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਚਾਹੀਦਾ ਵੀ ਆ ਖੇਡਾਂ ਦੇ ਨਾਲ ਜੁੜਨਾ, ਫਿਜ਼ੀਕਲੀ ਫਿਟ ਰਹਿਣਾ। ਦੇਖੋ ਸਭ ਤੋਂ ਵਧੀਆ ਇੱਦਾਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੋ। ਫੁੱਟਬਾਲ ਅਤੇ ਕ੍ਰਿਕਟ ਕਲੱਬ ਬਹੁਤ ਜ਼ਿਆਦਾ ਨੇ ਇੰਗਲੈਂਡ ਦੇ ਵਿੱਚ, ਅਤੇ ਅੰਡਰ 5, ਅੰਡਰ 7, ਅੰਡਰ 10 ਐਂਡ ਅੰਡਰ 15, 17 ਸਾਰੀਆਂ ਸਟੇਜਾਂ ਦੀਆਂ ਗੇਮਾਂ ਹੈਗੀਆਂ ਨੇ। ਜੇ ਤੁਹਾਡਾ ਬੱਚਾ ਸਾਰਾ ਦਿਨ ਟੀ ਵੀ ਦੇਖਦਾ ਰਹੂਗਾ, ਦੇਖੋ ਉਹਦੇ ਐਨਕਾਂ ਲੱਗ ਜਾਣੀਆਂ ਅਤੇ ਆਈਸਾਈਡ ਵੀਕ ਹੋ ਜਾਣੀ ਹੈ, ਅਤੇ ਮੈਂਟਲੀ ਵੀ ਉਹਨੇ ਇੰਨਾ ਖੁਸ਼ ਨਹੀਂ ਹੋਣਾ। ਤੁਸੀਂ ਉਹਨੂੰ ਵੀਕ ਦੇ ਵਿੱਚ 2 ਜਾਂ 3 ਦਿਨ ਜ਼ਰੂਰ ਖੇਡਣ ਲਈ ਲੈ ਕੇ ਜਾਓ। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਆਪਣਾ ਕਮਿਊਨੀਕੇਸ਼ਨ ਕਰੋ ਏਸ਼ੀਅਨ ਕਮਿਊਨਿਟੀ ਦੇ ਵਿੱਚ। ਜੇ ਫਿਰ ਵੀ ਨਹੀਂ ਪਤਾ ਲੱਗਦਾ ਸਾਨੂੰ ਵੀ ਕੰਟੈਕਟ ਕਰ ਸਕਦੇ, ਅਸੀਂ ਵੀ ਤੁਹਾਨੂੰ ਪਲੇਟਫਾਰਮ ਦੇ ਸਕਦੇ। ਬੱਚਿਆਂ ਨੂੰ ਖਿਡਾਉਣਾ ਬਹੁਤ ਜ਼ਰੂਰੀ ਹੈ, ਉਹਨਾਂ ਦੀ ਹੈਲਥ ਬਹੁਤ ਵਧੀਆ ਰਹੂਗੀ। ਕੋਈ ਵੀ ਉਹਨਾਂ ਨੂੰ ਵੱਡੇ ਹੋਣ ਦੇ ਜਿੱਦਾਂ ਵੱਡੇ ਹੁੰਦੇ ਆ ਕੋਈ ਬਿਮਾਰੀ ਕੋਈ ਨਹੀਂ ਲੱਗੂਗੀ, ਕੋਈ ਸ਼ੂਗਰ ਦੀ ਬਿਮਾਰੀ ਨਹੀਂ, ਕੋਈ ਡਾਇਬਟੀਕ, ਇਹਨਾਂ ਚੀਜ਼ਾਂ ਤੋਂ ਦੂਰ ਰਹਿਣਗੇ ਇੱਦਾਂ। ਕਿਉਂਕਿ ਜਦੋਂ ਬੱਚਾ ਖੇਡਣ ਜਾਂਦਾ ਬਾਹਰ, ਉਹਨੂੰ ਪਤਾ ਲੱਗਦਾ ਵੀ ਮੈਂ ਕੀ ਖਾਣਾ ਕੀ ਪੀਣਾ। ਹੁਣ ਆਪਾਂ ਕਈ ਵਾਰ ਤਲੀਆਂ ਚੀਜ਼ਾਂ ਖਾਂਦੇ ਰਹਿੰਦੇ ਹਾਂ, ਡਾਕਟਰ ਦੱਸਦੇ ਆ ਵੀ ਤਲੀ ਹੋਈ ਚੀਜ਼ ਨਾ ਖਾਓ, ਤੁਹਾਡੀ ਆਪਣੀ ਹੈਲਥ ਨੂੰ ਸਹੀ ਰੱਖੋ। ਅਤੇ ਜੇ ਆਪਾਂ ਬਾਹਰ ਜਾਂਦੇ ਹਾਂ ਤਾਂ ਉੱਥੇ ਜਿਹੜੇ ਤੁਹਾਡੇ ਕੋਚ ਹੁੰਦੇ ਆ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੱਸ ਦਿੰਦੇ ਆ, ਅਤੇ ਜੇ ਤੁਹਾਡੇ ਕੋਚ ਨਹੀਂ ਤਾਂ ਜਿਹੜਾ ਤੁਹਾਡਾ ਨਾਲ ਦਾ ਫਰੈਂਡ ਸਰਕਲ ਹੁੰਦਾ ਉਹੀ ਦੱਸ ਦਿੰਦਾ ਵੀ ਹਾਂ ਤੂੰ ਆਹ ਚੀਜ਼ ਨਾ ਖਾ, ਆਹ ਚੀਜ਼ ਖਾਧੀ ਆ ਮੈਂ, ਮੇਰੀ ਆਹ ਇੰਪਰੂਵਮੈਂਟ ਹੋ ਗਈ ਆ, ਆਹ ਕੁਆਲਿਟੀਜ਼ ਹੋ ਗਈਆਂ, ਮੇਰੀ ਬੋਡੀ ਆਹ ਮੇਨਟੇਨ ਹੋ ਗਈ ਆ। ਤਾਂ ਇਹ ਬਹੁਤ ਜ਼ਰੂਰੀ ਆ ਵੀ ਬੱਚੇ ਨੂੰ ਤੁਸੀਂ ਖੇਡ ਦੇ ਨਾਲ ਜੋੜੋ, ਖੇਡ ਦੇ ਨਾਲ ਤੁਹਾਡੀ ਹੈਲਥ ਇੰਪਰੂਵ ਹੋਊਗੀ। ਸੋ ਬਹੁਤ ਵਧੀਆ ਗੱਲ ਕੀਤੀ ਕਿ ਜਿੱਦਾਂ ਗੇਮਸ ਜਿਹੜੀਆਂ ਇੱਕ ਰਿਸਰਚ ਸੀਗਾ ਅਮਰੀਕਨ ਸੁਸਾਇਟੀ ਵੱਲੋਂ ਜੋ ਕਿ ਉਹਨਾਂ ਨੇ ਪਬਲਿਸ਼ ਕੀਤਾ ਸੀਗਾ 1994 ਦੇ ਵਿੱਚ, ਵਿਚ ਇਜ਼ ਵੇ ਬੈਕ ਦੈਟ ਟਾਈਮ, ਤੇ ਉਹਨਾਂ ਨੇ ਦੱਸਿਆ ਸੀ ਕਿ ਇੱਕ ਜਿਹੜੀ ਸਾਨੂੰ ਹੁੰਦੀ ਹੈ, ਜਿਹੜੇ ਸਾਡੇ ਜੀਨਸ ਅਸੀਂ ਪੈਦਾ ਹੁੰਦੇ ਲਿੱਤੇ ਹੁੰਦੇ ਆਪਣੇ ਪੇਰੈਂਟਸ ਤੋਂ, ਉਹਨਾਂ ਦੇ ਵਿੱਚ ਹੁੰਦਾ ਕਿ ਕਈ ਜਿੱਦਾਂ ਡਾਇਬੀਟੀਜ਼ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ, ਸਾਨੂੰ ਵਿਰਾਸਤ 'ਚ ਜਿੱਦਾਂ ਕਹਿੰਦੇ ਹੋਰ ਚੀਜ਼ਾਂ ਮਿਲਦੀਆਂ, ਇੱਦਾਂ ਜਿਹੜੀ ਕਈ ਬਿਮਾਰੀਆਂ ਸਾਨੂੰ ਆਪਣੇ ਪੇਰੈਂਟਸ ਤੋਂ ਮਿਲਦੀਆਂ। ਬਟ ਜੇਕਰ ਅਸੀਂ ਫਿਜ਼ੀਕਲੀ ਫਿਟ ਐਂਡ ਆਪਣੀ ਨਿਊਟ੍ਰੀਸ਼ਨ ਚੇਂਜ ਕਰ ਲੈਂਦੇ ਹਾਂ,
ਤੇ ਉਹ ਸਾਰੀਆਂ ਉਹਨਾਂ ਤੋਂ ਅਸੀਂ ਰਾਹਤ ਪਾ ਸਕਦੇ ਹਾਂ। ਸੋ ਜਿਹੜਾ ਤੁਸੀਂ ਮੈਂਸ਼ਨ ਕੀਤਾ ਇਜ਼ ਵੈਰੀ ਵੈਰੀ ਗੁੱਡ ਕਿ ਸਾਡੇ ਜਿਹੜੇ ਵਿਊਅਰਸ ਨੇ, ਹਾਂ ਸਾਨੂੰ ਬਿਮਾਰੀਆਂ ਹੈਗੀਆਂ ਬਟ ਅਗਰ ਅਸੀਂ ਆਪਣੀ ਨਿਊਟ੍ਰੀਸ਼ਨ ਐਂਡ ਫਿਜ਼ੀਕਲ ਹੈਲਥ ਅਸੀਂ ਚੇਂਜ ਕਰਦੇ ਹਾਂ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਬਿਮਾਰੀ ਤੋਂ ਅਸੀਂ ਰਾਹਤ ਪਾ ਸਕਦੇ ਹਾਂ। ਤੇ ਥੋੜ੍ਹੀ ਜਿਹੀ ਗੱਲਬਾਤ ਇਹ ਕਰਾਂ ਕਿ ਜਦੋਂ ਸਾਡੀ ਏਜ ਹੈਰੀ 40s ਦੀ ਹੋਣ ਲੱਗਦੀ ਹੈ, ਦੇਰ ਇਜ਼ ਵੈਰੀ, ਕਈ ਕਹਿੰਦੇ ਆ ਵੀ ਸਾਡੇ ਕੋਲ ਲੈਸ ਐਕਟੀਵਿਟੀਜ਼ ਹੈਗੀਆਂ ਜਾਂ ਸਾਡੇ ਕੋਲ ਉਹ ਐਨਰਜੀ ਲੈਵਲ ਨਹੀਂ ਹੈਗਾ, ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਹੋਰ ਦੱਸੋਗੇ? ਜਦੋਂ ਤੁਸੀਂ ਓਵਰ 40 ਹੋ ਜਾਂਦੇ ਹੋ ਤੁਹਾਨੂੰ ਉਦੋਂ ਵੀ ਤੁਸੀਂ ਖੇਡਾਂ ਦੇ ਨਾਲ ਜੁੜ ਕੇ ਰਹਿ ਸਕਦੇ ਹੋ, ਸਪੋਰਟਸ ਦੇ ਨਾਲ ਜੀ। ਹੁਣ ਇੰਗਲੈਂਡ ਦੇ ਵਿੱਚ ਇਨਡੋਰ ਦੀਆਂ ਗੇਮਾਂ ਹੁੰਦੀਆਂ ਓਵਰ 40 ਹੁੰਦੀਆਂ ਨੇ, ਉਹ ਸਿਰਫ ਓਵਰ 40 ਹੀ ਖੇਡ ਸਕਦੇ ਆ। ਫਿਰ ਤੁਸੀਂ ਇੰਟਰਨੈਸ਼ਨਲੀ ਖੇਡਣ ਜਾ ਸਕਦੇ ਹੋ, ਜਿੱਦਾਂ ਵਰਲਡ ਕੱਪ ਵੀ ਹੁੰਦੇ ਆ, ਵਰਲਡ ਕੱਪ ਓਵਰ 40 ਵਰਲਡ ਕੱਪ ਵੀ ਹੁੰਦਾ ਕ੍ਰਿਕਟ ਦੇ ਵਿੱਚ। ਤਾਂ ਹੀ ਮੈਂ ਤੁਹਾਨੂੰ ਦੱਸਦਾ ਵੀ ਇਹ ਕ੍ਰਿਕਟ ਦੇ ਨਾਲ ਜੁੜੇ ਹੋਏ ਆ। ਕ੍ਰਿਕਟ ਇਨਡੋਰ ਵੀ ਖੇਡੀ ਜਾਂਦੀ ਹੈ ਤੇ ਆਊਟਡੋਰ ਵੀ ਖੇਡੀ ਜਾਂਦੀ ਹੈ। ਇਨਡੋਰ ਖੇਡਣ ਦਾ ਵੀ ਤੁਹਾਨੂੰ ਬਹੁਤ ਫਾਇਦੇ ਆ। ਜੇ ਤੁਸੀਂ ਆਊਟਡੋਰ ਨਹੀਂ ਖੇਡ ਸਕਦੇ ਤੁਸੀਂ ਇਨਡੋਰ ਖੇਲੋ, ਕਿਉਂਕਿ ਉਹ ਤੁਹਾਡੇ ਕਈਆਂ ਕੋਲ ਟਾਈਮ ਦੀ ਕਮੀ ਹੁੰਦੀ ਹੈ ਜੌਬ ਦੇ ਹਿਸਾਬ ਨਾਲ ਜੀ। ਤੇ ਜੇ ਤੁਸੀਂ ਓਵਰ 40 ਹੋ, ਤੁਸੀਂ ਆਊਟਡੋਰ ਨਹੀਂ ਖੇਡ ਸਕਦੇ, ਤੁਸੀਂ ਪੂਰਾ ਦਿਨ ਨਹੀਂ ਬਤੀਤ ਕਰ ਸਕਦੇ, ਤੁਸੀਂ ਇਨਡੋਰ ਸਟਾਰਟ ਕਰ ਦਿਓ ਖੇਡਣਾ। ਇਨਡੋਰ ਸਾਰੇ ਆਪਣੇ ਚਾਹੇ ਵੋਲਵਰਹੈਂਪਟਨ ਲਾ ਲਓ, ਬਰਮਿੰਘਮ ਲਾ ਲਓ, ਲੈਸਟਰ ਲਾ ਲਓ, ਨੋਟਿੰਘਮ, ਸਾਰੇ ਸ਼ਹਿਰਾਂ ਦੇ ਵਿੱਚ ਇਨਡੋਰ ਸੈਂਟਰ ਖੁੱਲ੍ਹੇ ਹੋਏ ਆ। ਤੇ ਆਪਣਾ ਕਿਸੇ ਟੀਮ ਨਾਲ ਜੁੜ ਜਾਓ। ਜੇ ਤੁਹਾਨੂੰ ਨਹੀਂ ਪਤਾ ਸਾਨੂੰ ਪੁੱਛ ਲਓ, ਅਸੀਂ ਤੁਹਾਨੂੰ ਜ਼ਰੂਰ ਹੈਲਪ ਕਰਾਂਗੇ ਕਿਸੇ ਟੀਮ ਦੇ ਨਾਲ ਜੁੜਨ ਦੀ। ਤਾਂ ਓਵਰ 40 ਦੇ ਲਈ ਵੀ ਬਹੁਤ ਵਧੀਆ ਹੈ। ਤੁਹਾਡੀ ਦੇਖੋ, ਕਦੇ ਵੀ ਇਹ ਨਾ ਸੋਚੋ ਵੀ ਮੇਰੀ ਏਜ ਕਿੰਨੀ ਹੋਊਗੀ, ਸੋਚੋ ਨਾ ਵੀ ਏਜ ਕਿੰਨੀ ਹੋਈ। ਤੁਸੀਂ ਹਮੇਸ਼ਾ ਆਪਣੇ ਆਪ ਨੂੰ, ਜੇ ਤੁਸੀਂ ਖੇਡਦੇ ਰਹੋਗੇ ਤੁਸੀਂ ਹਮੇਸ਼ਾ ਯੰਗ ਫੀਲ ਕਰੋਗੇ ਤੇ ਤੁਹਾਡੀ ਹੈਲਥ ਵਧੀਆ ਰਹੂਗੀ। ਤੁਸੀਂ ਜੇ ਓਵਰ 40 ਹੋ, ਤੁਸੀਂ ਖੇਡਦੇ ਹੋ, ਤੁਹਾਨੂੰ ਇਹੀ ਲੱਗੂਗਾ ਵੀ ਮੈਂ 35 ਹਾਂ। ਤੇ ਉਮਰ ਤੁਹਾਡੀ ਖੇਡਾਂ ਨਾਲ ਜੇ ਰੈਗੂਲਰ ਖੇਡਦੇ ਹੋ ਆਲਰੇਡੀ ਲੁੱਕ ਜਾਂਦੀ ਹੈ। ਸੋ ਕਹਿੰਦੇ ਉਮਰ ਇਜ਼ ਜਸਟ ਅ ਨੰਬਰ। ਜੋ ਤੁਸੀਂ ਬਹੁਤ ਵਧੀਆ ਕਿਹਾ ਹੈਗਾ ਕਿ ਜਿਹੜੀ ਏਜ ਹੈਗੀ ਆ ਐਜ਼ ਜਦੋਂ ਤੁਸੀਂ ਗਰੋ ਹੁੰਦੇ ਹੋ, ਯੈਸ ਦੇਰ ਇਜ਼ ਚੇਂਜਸ, ਬਟ ਜੇਕਰ ਅਸੀਂ ਸਪੋਰਟਸ ਦੇ ਨਾਲ ਮੇਨਟੇਨ ਰਹਿੰਦੇ ਹਾਂ ਤੇ ਸਾਡੀ ਹੋਰ ਹੈਲਥ ਐਕਚੁਅਲੀ ਇੰਪਰੂਵ ਹੋ ਜਾਂਦੀ ਹੈ। ਬਿਕੋਜ਼ ਜਿਨ੍ਹਾਂ ਨੂੰ ਓਬੇਸਿਟੀ ਹੈਗੀ ਹੈ, ਜਦੋਂ ਉਹ 40s ਆ ਕੇ ਵੇਟ ਲੂਜ਼ ਕਰਨਾ ਚਾਲੂ ਕਰ ਦਿੰਦੇ ਆ ਐਂਡ ਦੇ ਲੁੱਕ ਯੰਗ ਆ। ਐਂਡ ਜਿਹੜੀ ਜਸਟ ਮੋਟਾਪਾ ਹੀ ਇੱਕ ਬੰਦੇ ਨੂੰ ਕਾਫੀ ਚੇਂਜਸ, ਯੂ ਨੋ, ਦੇ ਲੁੱਕ ਮੋਰ ਯੰਗਰ ਐਂਡ ਮੋਰ ਹੈਲਥੀਅਰ ਐਂਡ ਕਈ ਡਿਜ਼ੀਜ਼ਸ ਜਿਹੜੇ ਆਪਣੇ ਆਪ ਰਿਕਵਰ ਹੋ ਜਾਂਦੇ ਆ। ਸੋ ਸਪੈਸ਼ਲੀ ਜਿਹੜੇ ਬਲੱਡ ਫਲੋ ਸਰਕੂਲੇਸ਼ਨ ਦੀ ਪ੍ਰੋਬਲਮਸ ਜਿਹੜੀ ਹੁੰਦੀ ਹੈ ਉਹ 40s ਤੋਂ ਬਾਅਦ ਕਾਫੀ ਲੋਕਾਂ ਨੂੰ ਹੁੰਦੀ ਹੈ। ਈਵਨ ਜੇ ਡਾਕਟਰ ਜਦੋਂ ਆਪਾਂ ਜੀਪੀ ਦੇ ਕੋਲ ਜਾਈਦਾ, ਉਹ ਆਪਾਂ ਨੂੰ ਦੱਸਦੇ ਆ ਵੀ ਜੇ ਤੁਹਾਨੂੰ ਬਲੱਡ ਕਲਸਟਰ ਆ ਜਾਂ ਕੁਛ ਵੀ ਆ, ਉਹ ਕਹਿੰਦੇ ਜੇ ਤੁਸੀਂ ਰਨਿੰਗ ਕਰੋ ਜਾਂ ਕਿ ਸਪੋਰਟਸ ਨਾਲ ਜੁੜੋ, ਫੁੱਟਬਾਲ ਹੋਵੇ, ਕ੍ਰਿਕਟ ਹੋਵੇ, ਜਾਂ ਤੁਸੀਂ ਰਨਿੰਗ ਵੀ ਕਰੋ ਜਾਂ ਰੈਗੂਲਰ ਐਕਸਰਸਾਈਜ਼ ਕਰੋ ਤਾਂ ਤੁਹਾਡੀ ਆਪਣੀ ਹੈਲਥ ਨੂੰ ਤੁਸੀਂ ਫਿੱਟ ਰੱਖ ਸਕਦੇ ਹੋ। ਟਰੂ। ਐਂਡ 40 ਇੱਥੇ ਟੈਸਟ ਵੀ ਹੁੰਦਾ ਆਫਟਰ 40s, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਸਾਡੀ ਫਿਜ਼ੀਕਲ ਐਕਟੀਵਿਟੀ ਅਸੀਂ ਕਿੰਨੀ ਫਿਜ਼ੀਕਲੀ, ਜਿਹੜਾ ਮੇਨ ਜਿਹੜੀ ਹੁੰਦੀ ਹੈ ਜਿਹਦੇ ਸਾਨੂੰ ਸਵੈਟ ਆਏ, ਜਿਹਦੇ 'ਚ ਸਾਡੀ ਹਾਰਟ ਬੀਟ ਜਿਹੜੀ ਹੈਗੀ ਹੈ, ਕਾਰਡੀਓਵੈਸਕੂਲਰ ਐਕਸਰਸਾਈਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਅਸੀਂ ਕਰਦੇ ਤੇ ਕਾਫੀ ਹੱਦ ਤੱਕ ਸਾਡੀ ਉਹਦੀ ਇੰਪਰੂਵਮੈਂਟ ਬਹੁਤ ਜ਼ਿਆਦਾ ਹੁੰਦੀ ਹੈ। ਨਾ ਕਿ ਸਿਟਿੰਗ ਗੇਮਸ ਨਹੀਂ, ਬਲਕਿ ਸਪੋਰਟਸ ਟਾਈਪ ਜਿਹਦੇ ਸਾਡਾ ਹਾਰਟ ਮਸਲ ਜਿਹੜਾ ਹੈ ਉਹ ਪੰਪਿੰਗ ਜ਼ਿਆਦਾ ਕਰਦਾ ਹੈ ਤੇ ਉਹਦੇ ਨਾਲ ਹੀ ਸਾਡਾ ਜਿਹੜਾ ਵੇਟ ਹੈ ਬਹੁਤ ਜਲਦ ਲੂਜ਼ ਹੁੰਦਾ ਹੈਗਾ। ਐਂਡ ਨਾਲ ਅਸੀਂ ਗੱਲਬਾਤ ਕਰਾਂਗੇ ਸਪੈਸ਼ਲ ਨੀਡ ਚਿਲਡਰਨਸ ਦੇ ਬਾਰੇ ਕਿ ਉਹ ਸਪੋਰਟਸ ਦੇ ਵਿੱਚ ਕਿੰਨਾ ਕੁ ਇਨਵੋਲਵ ਹੋ ਸਕਦੇ ਨੇ ਤੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇਨਵੋਲਵ ਅਸੀਂ ਕਰ ਸਕਦੇ ਹਾਂ। ਦੇਖੋ, ਜਿਹੜੇ ਸਪੈਸ਼ਲ ਨੀਡ ਵਾਲੇ ਚਿਲਡਰਨ ਆ, ਇਹਨਾਂ ਦੀ ਵੀ ਗੇਮਾਂ ਹੁੰਦੀਆਂ ਨੇ ਜੀ ਤੇ ਇਹਨਾਂ ਦੇ ਵੀ ਟੂਰਨਾਮੈਂਟ ਵਗੈਰਾ ਹੁੰਦੇ ਆ। ਆਪਣੇ ਇੰਡੀਆ ਦੇ ਵਿੱਚ ਬਲਾਈਂਡ ਦੀ ਸਪੋਰਟਸ ਕ੍ਰਿਕਟ ਟੀਮ ਵੀ ਆ, ਜਿਹੜੇ ਬੱਚਿਆਂ ਨੂੰ ਦੇਖਦਾ ਨਹੀਂ ਹੈਗਾ। ਇੱਥੇ ਯੂਕੇ ਦੀ ਵੀ ਆ ਤੇ ਤੁਹਾਨੂੰ ਇਹ ਪਲੇਟਫਾਰਮ ਆ, ਤੁਹਾਨੂੰ ਜੇ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮਿਊਨੀਕੇਸ਼ਨ ਦੇ ਹਿਸਾਬ ਨਾਲ ਕਿਸੇ ਨੂੰ ਪੁੱਛ ਸਕਦੇ ਹੋ, ਗੂਗਲ 'ਤੇ ਵੀ ਸਰਚ ਕਰ ਸਕਦੇ ਹੋ। ਤਾਂ ਹਰ ਇੱਕ ਚੀਜ਼ ਤੁਹਾਨੂੰ, ਜੇ ਕੋਈ ਨਾ ਵੀ ਕੋਈ ਦੱਸੇ, ਤੁਹਾਨੂੰ ਮੈਂ ਐਂਡ 'ਤੇ ਇਹ ਦੱਸ ਰਿਹਾ, ਤੁਹਾਨੂੰ ਨਾ ਪਤਾ ਲੱਗੇ ਤੁਸੀਂ ਕਿੱਥੇ ਖੇਡਣਾ ਆ, ਗੂਗਲ ਬਹੁਤ ਵੱਡੀ ਚੀਜ਼ ਹੈ ਇੱਦਾਂ। ਹਾਂਜੀ, ਗੂਗਲ ਦੇਵਤਾ। ਗੂਗਲ ਦੇਵਤਾ ਇੱਦਾਂ ਵੀ ਉੱਥੋਂ ਵੀ ਸਰਚ ਕਰ ਸਕਦੇ ਹੋ ਸਭ। ਪਰ ਉਸ ਤੋਂ ਵੱਡੀ ਗੱਲ ਤੁਹਾਡੀ ਕਮਿਊਨੀਕੇਸ਼ਨ ਹੈ। ਜੇ ਤੁਸੀਂ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਜਿਹੜੇ ਤੁਹਾਡੇ ਖੇਡਾਂ ਦੇ ਨਾਲ ਬੰਦੇ ਜੁੜੇ ਹੋਏ ਆ, ਤੁਸੀਂ ਉਹਨਾਂ ਦੇ ਨਾਲ ਜ਼ਰੂਰ ਕਮਿਊਨੀਕੇਟ ਰਹੋ, ਤੁਹਾਨੂੰ ਕੋਈ ਨਾ ਕੋਈ ਪਲੇਟਫਾਰਮ ਜ਼ਰੂਰ ਮਿਲ ਜੂਗਾ। ਅਤੇ ਸਪੈਸ਼ਲ ਨੀਡ ਵਾਲੇ ਜਿਹੜੇ ਚਿਲਡਰਨ ਆ ਤੇ ਅਸੀਂ ਵੀ ਸੋਚ ਰਹੇ ਹਾਂ ਵੀ ਉਹਨਾਂ ਦੇ ਬਾਰੇ ਕੋਈ ਟੂਰਨਾਮੈਂਟ ਕਰਵਾਉਣ ਦੀ ਇਨ ਦਾ ਫਿਊਚਰ। ਓਕੇ, ਸੋ ਹੈਰੀ ਜੀ ਨੇ ਦੱਸਿਆ ਕਿ ਜਿਹੜਾ ਪਲੇਟਫਾਰਮ ਫॉर ਸਪੈਸ਼ਲ ਨੀਡ ਜਿਹੜੇ ਹੈਗੇ ਬੱਚੇ, ਸਕੂਲੇ ਤੇ ਥੋੜਾ ਬਹੁਤ ਪਤਾ ਹੁੰਦਾ ਵੀ ਕਿਹੜੀ ਐਕਟੀਵਿਟੀਜ਼ ਜਿਹੜੀ ਹੈਗੀ ਹੈ ਸਪੈਸ਼ਲ ਨੀਡ ਬੱਚਿਆਂ ਲਈ ਬਿਹਤਰ ਹੈਗੀ ਹੈ। ਪਰ ਜੇਕਰ ਅਸੀਂ ਜਿਹੜੇ ਸਾਡੇ ਰਿਲੀਜੀਅਸ ਜਿਹੜੇ ਹੈਗੇ ਸੰਸਥਾਵਾਂ, ਗੁਰਦੁਆਰਾ ਸਾਹਿਬ ਕਹਿ ਲਓ, ਮੰਦਿਰ ਕਹਿ ਲਓ, ਚਰਚ ਕਹਿ ਲਓ, ਉਹਨਾਂ ਦੇ ਵਿੱਚ ਵੀ ਕਈ ਵਾਰੀ ਗੱਤਕਾ ਜਾਂ ਹੋਰ ਜਿਹੜੀ ਗੇਮਸ ਕਈ ਜਿਹੜੀ ਬੱਚੇ ਖੇਡ ਸਕਦੇ ਨੇ, ਉਹਨਾਂ ਦੀ ਵੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਸੋ ਅਗਰ ਨਹੀਂ ਪਤਾ ਲੱਗੇ ਤੇ ਐਜ਼ ਹੈਰੀ ਨੇ ਮੈਂਸ਼ਨ ਕੀਤਾ ਕਿ ਗੂਗਲ ਤੋਂ ਤੁਸੀਂ ਪਤਾ ਕਰ ਸਕਦੇ ਹੋ। ਜੇਕਰ ਤੁਹਾਨੂੰ ਪੰਜਾਬੀ ਜਾਂ ਇੰਗਲਿਸ਼ ਕੁਝ ਸਮਝਣ 'ਚ ਡਿਫਿਕਲਟੀ ਹੁੰਦੀ ਹੈ ਤੇ ਤੁਸੀਂ ਆਪਣੇ ਰਿਲੇਟਿਵਸ ਦੀ ਮਦਦ ਕਰ ਸਕਦੇ ਹੋ। ਜੇਕਰ ਤਾਂ ਵੀ ਗੱਲ ਨਹੀਂ ਬਣਦੀ ਤੇ ਹੈਰੀ ਇਜ਼ ਦੇਅਰ ਟੂ ਹੈਲਪ, ਤੇ ਉਹ ਫਿਰ ਤੁਹਾਡੀ ਮਦਦ ਕਰ ਸਕਦੇ ਹੈਗੇ। ਇਹਦੇ ਵਿੱਚ
ਤੇ ਨਾਲ ਇਹ ਦੱਸਦੀ ਹੈ ਕਿ ਜਿਹੜੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦਿੰਦੇ ਹਾਂ ਬੜੀ ਬੇਸਿਕ ਅਵੇਅਰਨੈਸ ਹੁੰਦੀ ਹੈਗੀ। ਇਹਦੇ ਵਿੱਚ ਤੁਸੀਂ ਜੇਕਰ ਹੋਰ ਸੰਪਰਕ GP ਦੇ ਨਾਲ ਕਰੋ ਸਪੈਸ਼ਲ ਨੀਡ ਚਿਲਡਰਨਸ ਦੇ ਬਾਰੇ ਕਿ ਅਸੀਂ ਕਿੱਥੋਂ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ, ਤੇ ਉਹ ਤੁਹਾਨੂੰ ਜ਼ਰੂਰ ਦੱਸਦੇ ਹੈਗੇ ਆ ਕਿ ਇਸ ਜਗ੍ਹਾ ਤੋਂ ਤੁਸੀਂ ਇਨਫੋਰਮੇਸ਼ਨ ਆਪਣੇ ਬੱਚਿਆਂ ਤੇ ਲੈ ਸਕਦੇ ਹੋ। ਸੋ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਪੈਸ਼ਲ ਨੀਡ ਬੱਚਾ ਸ਼ਾਇਦ ਇਹਨੂੰ ਕੋਈ ਗੇਮ ਨਹੀਂ ਖੇਲ ਸਕਦਾ। ਦੇयर इज़ ਮੈਨੀ अपॉर्चुनिटीज़ ਐਂਡ ਡਿਪੈਂਡਿੰਗ ਔਨ ਦੇ ਨੀਡਸ ਉਹਨਾਂ ਦੀ ਕੀ ਹੈਗੀ ਆ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਜਿਹੜਾ ਕੋਚ ਜਿਹੜੇ ਪ੍ਰੋਵਾਈਡ ਕਰਦੇ ਗਏ ਕੋਚਿੰਗ ਦੇਖ ਕੇ ਵੀ ਇਹ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਇਹ ਜਿਹੜੀ ਡਿਫਿਕਲਟੀ ਇਹਦਾ ਸਾਹਮਣਾ ਕਰਾ ਕੇ ਇਹਨੂੰ ਫਿਜ਼ੀਕਲੀ ਫਿਟ ਰੱਖ ਸਕਦੇ ਆ। ਇਹਦੀ ਇਨਫੋਰਮੇਸ਼ਨ ਸਾਰੀ ਤੁਹਾਨੂੰ ਤੁਹਾਡੇ GP ਤੋਂ ਮਿਲ ਸਕਦੀ ਹੈਗੀ ਆ। ਨੈਕਸਟ ਕੁਐਸਚਨ ਚੱਲਾਂਗੇ ਹੈਰੀ ਕਿ ਜਿਹੜੇ ਹੈਗੇ ਆ ਹਾਊ ਕੈਨ ਵੀ ਇਨਕਰੇਜ ਯੰਗ ਚਿਲਡਰਨ ਐਂਡ ਉਹ ਤਾਂ ਅਸੀਂ ਥੋੜ੍ਹੀ ਜਿਹੀ ਗੱਲਬਾਤ ਕੀਤੀ ਸੀ, ਪਰ ਪੇਰੈਂਟਸ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਇਨਕਰੇਜ ਕਰੀਏ, ਕਿਉਂਕਿ ਕਈ ਜਿਹੜੇ ਪੇਰੈਂਟਸ ਹੁੰਦੇ ਉਹ ਇਹ ਚਾਹੁੰਦੇ ਵੀ ਸਾਡੇ ਬੱਚੇ ਬਸ ਪੜ੍ਹਦੇ ਰਹਿਣ। ਜਿੱਦਾਂ ਤੁਸੀਂ ਕਹਿੰਦੇ ਬੱਚਿਆਂ ਨੂੰ ਵੀ ਕਿੱਦਾਂ ਇਨਕਰੇਜ ਕਰਨਾ, ਪੇਰੈਂਟਸ ਨੂੰ ਹੁਣ ਪੇਰੈਂਟਸ ਦੀ ਵਾਰੀ ਹੈ, ਪੇਰੈਂਟਸ ਦੇ ਹਾਂਜੀ ਪੇਰੈਂਟਸ ਨੂੰ ਕਿੱਦਾਂ ਇਨਕਰੇਜ ਕੀਤਾ ਜਾਏ, ਬਿਕੋਜ਼ ਕਈਆਂ ਨੂੰ ਆਈ ਮੀਨ ਇੱਥੇ ਹੈਗਾ ਕਿ ਵੀ ਹੈਵ ਦਿਸ ਕਰਿਕੂਲਮ ਹੈ ਨਾ ਜਿੱਥੇ ਕਿ ਫਿਜ਼ੀਕਲ ਐਕਸਰਸਾਈਜ਼ ਕਰਾਈ ਜਾਂਦੀ ਹੈਗੀ ਹੈ, ਉਹਨਾਂ ਦੀ ਜਿੱਦਾਂ ਸਿਲੇਬਸ ਦੇ ਵਿੱਚ ਹੀ ਇਨਕਲੂਡ ਹੁੰਦਾ ਹੈ, ਪਰ ਜਦੋਂ ਘਰ ਆ ਕੇ ਆਪਣੇ ਪੇਰੈਂਟਸ ਨੂੰ ਕਹਿੰਦੇ ਤੇ ਉਹਨਾਂ ਨੂੰ ਇੰਨਾ ਮਹੱਤਵ ਨਹੀਂ, ਕਈਆਂ ਨੂੰ ਪਤਾ ਹੁੰਦਾ ਵੀ ਫਿਜ਼ੀਕਲ ਫਿਟ ਰਹਿਣ ਦਾ ਕੀ ਹੈ। ਤੇ ਤੁਸੀਂ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਸਾਡੇ ਪੇਰੈਂਟਸ ਨੇ ਜਾਂ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਜੋ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ, ਕਿ ਕੀਪਿੰਗ ਫਿਟ ਕਿੰਨਾ ਕੁ ਜ਼ਰੂਰੀ ਹੈਗਾ ਉਹਨਾਂ ਦੇ ਲਈ ਵੀ ਤੇ ਉਹਨਾਂ ਦੇ ਬੱਚਿਆਂ ਲਈ ਵੀ? ਦੇਖੋ ਕੀਪਿੰਗ ਫਿਟ ਬਹੁਤ ਜ਼ਰੂਰੀ ਹੈ। ਦੇਖੋ ਇੱਕ ਤਾਂ ਜਿਹੜੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਬਿਮਾਰੀਆਂ ਬਹੁਤ ਜਲਦੀ ਲੱਗਦੀਆਂ ਨੇ, ਠੀਕ ਹੈ, ਕੋਈ ਡਾਇਬੀਟਿਕ ਪੇਸ਼ੈਂਟ ਆ, ਕੋਈ ਕੋਲੈਸਟਰੋਲ ਆ ਖਾਈ ਆ, ਕੋਈ ਕੈਂਸਰ ਦਾ ਪੇਸ਼ੈਂਟ ਆ। ਹੁਣ ਮੈਂ ਕੱਲ੍ਹ ਮਿਸਟਰ ਧਾਲੀਵਾਲ ਦੀ ਇੱਕ ਇੰਟਰਵਿਊ ਸੁਣ ਰਿਹਾ ਜੀ, ਆਪਣੇ ਤੁਸੀਂ ਸੁਣਿਆ ਹੋਣਾ ਕੁਲਵੰਤ ਸਿੰਘ ਧਾਲੀਵਾਲ, ਉਹ ਵੀ ਹੈਲਥ ਦਾ ਬਹੁਤ ਹਾਂਜੀ ਅਵੇਅਰਨੈਸ ਨੇ, ਅਸੀਂ ਕੈਂਪ ਵੀ ਲਵਾਇਆ ਸੀਗਾ ਹੈਲਥ ਦਾ ਤੇ ਇੰਡੀਆ ਦੇ ਵਿੱਚ ਪਿੰਡ ਮਾਨਕਵਾਲ ਅਸੀਂ ਕੈਂਸਰ ਦਾ ਕੈਂਪ ਲਵਾਇਆ ਜੀ। ਉਹਨਾਂ ਤੋਂ ਵੀ ਮੈਂ ਕਾਫੀ ਦੇਖੀ ਆ, ਨੌਲੇਜ ਦੀਆਂ ਗੱਲਾਂ ਕਰਦੇ ਆ ਉਹ। ਜਿਹੜੇ ਪੇਰੈਂਟਸ ਆ ਆਪਾਂ ਨੂੰ ਇਹ ਆ ਵੀ ਉਹਨਾਂ ਨੂੰ ਵੀ ਹਮੇਸ਼ਾ ਇਨਕਰੇਜ ਕਰਨਾ ਚਾਹੀਦਾ ਵੀ ਤੁਸੀਂ ਕੋਈ ਨਾ ਕੋਈ ਐਕਸਰਸਾਈਜ਼ ਜ਼ਰੂਰ ਕਰੋ। ਅੱਜ ਕੱਲ੍ਹ ਤਾਂ YouTube 'ਤੇ ਜੰਬੋ ਵਗੈਰਾ ਬਹੁਤ ਚੱਲ ਰਹੀਆਂ ਨੇ, ਅਤੇ ਕਈਆਂ ਨੇ ਜ਼ੂਮ ਮੀਟਿੰਗ ਕਰਦੇ ਆ, ਜ਼ੂਮ ਮੀਟਿੰਗ ਕਰਕੇ ਤੁਹਾਡੇ ਜਿੱਦਾਂ ਕਈ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਨਹੀਂ ਤਾਂ ਤੁਹਾਡੇ ਆਪਣੇ ਜਿਹੜਾ ਫਰੈਂਡ ਸਰਕਲ ਹੁੰਦਾ, ਤੁਹਾਡੇ ਜਿਹੜੇ ਪੇਰੈਂਟਸ ਉਹਨਾਂ ਦਾ ਵੀ ਫਰੈਂਡ ਸਰਕਲ ਵਧੀਆ ਹੁੰਦਾ, ਸਗੋਂ ਉਹਨਾਂ ਨੂੰ ਇਨਕਰੇਜ ਕਰੋ ਵੀ ਤੁਸੀਂ ਆਪਣੇ ਜਿਹੜੇ ਪੁਰਾਣੇ ਫਰੈਂਡ ਆ ਉਹਨਾਂ ਨੂੰ ਮਿਲੋ, ਬੁਲਾਓ। ਜੇ ਤੁਸੀਂ ਨਹੀਂ ਮਿਲਣ ਜਾ ਸਕਦੇ ਤਾਂ ਤੁਸੀਂ ਜ਼ੂਮ ਮੀਟਿੰਗ ਕਰ ਲਓ ਜਾਂ WhatsApp 'ਤੇ ਅੱਜ ਕੱਲ੍ਹ 8 ਬੱਚੇ ਇਕੱਠੇ ਤੁਸੀਂ ਗੱਲ ਕਰ ਸਕਦੇ ਹੋ, ਤਾਂ ਤੁਸੀਂ ਉਸ ਦੇ ਥਰੂ ਐਕਸਰਸਾਈਜ਼ ਕੋਈ ਸਟਾਰਟ ਕਰ ਦਿਓ। ਤਾਂ ਇਹ ਆ ਵੀ ਤੁਹਾਡੇ ਤੁਸੀਂ ਫਿਜ਼ੀਕਲੀ ਫਿੱਟ ਵੀ ਰਹੋਗੇ ਅਤੇ ਤੁਹਾਡਾ ਸਟ੍ਰੈਸ ਵੀ ਦੂਰ ਹੋ ਜਾਊਗਾ, ਤੁਹਾਡਾ ਮਾਈਂਡ ਸੈੱਟ ਵੀ ਵਧੀਆ ਹੋ ਜਾਊਗਾ। ਇਨਕਰੇਜ ਕਰਨਾ ਪੜਦਾ, ਤੁਸੀਂ ਆਪਣੇ ਪੇਰੈਂਟਸ ਨੂੰ ਇਨਕਰੇਜ ਕਰੋ, ਉਹਨਾਂ ਨੂੰ ਕਹੋ ਤੁਹਾਡਾ ਕੋਈ ਪੁਰਾਣਾ ਫਰੈਂਡ ਹੈਗਾ ਉਹਦਾ ਨੰਬਰ ਲੱਭੋ। ਅੱਜ ਕੱਲ੍ਹ ਤਾਂ ਕਮਿਊਨੀਕੇਸ਼ਨ ਸਕਿੱਲਸ ਬਹੁਤ ਹਾਈ ਆ, ਫੇਸਬੁੱਕ ਆ, ਠੀਕ ਹੈ, ਅਤੇ ਤੁਸੀਂ ਕਿਸੇ ਨੂੰ ਵੀ ਲੱਭਣਾ ਹੋਵੇ ਬਹੁਤ ਈਜ਼ੀ ਲੱਭ ਸਕਦੇ ਹੋ, ਕੋਈ ਬੰਦਾ ਹਾਈਡ ਨਹੀਂ ਹੋ ਕੇ ਰਹਿ ਸਕਦਾ ਇੱਦਾਂ। ਅਤੇ ਇਸ ਲਈ ਜੇ ਉਹਨਾਂ ਨੂੰ ਤੁਸੀਂ ਲੱਭ ਕੇ ਦਿਓਗੇ ਉਹਨਾਂ ਦੇ ਫਰੈਂਡ, ਤਾਂ ਉਹਨਾਂ ਨੂੰ ਕਹੋ ਤੁਸੀਂ ਦੇਖੋ ਤੁਸੀਂ ਹੁਣ ਕੋਈ ਆਪਣਾ 8 ਬੰਦਿਆਂ ਦਾ ਤੁਸੀਂ ਸਟਾਰਟ ਕਰ ਦਿਓ ਹੈਲਥ ਪ੍ਰੋਗਰਾਮ, ਐਕਸਰਸਾਈਜ਼ ਸਟਾਰਟ ਕਰ ਦਿਓ, ਉਹਦੇ ਨਾਲ ਤੁਸੀਂ ਹੈਲਥੀ ਰਹੋਗੇ, ਨਾਲੇ ਤੁਹਾਡਾ ਕਮਿਊਨੀਕੇਸ਼ਨ, ਨਾਲੇ ਸਟ੍ਰੈਸ ਘੱਟ, ਅਤੇ ਨਾਲੇ ਪੇਰੈਂਟਸ ਹੈਪੀ ਵੀ ਰਹਿਣਗੇ, ਨਾਲੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ। ਸੋ ਵਾਟ ਦੇ ਯੂਜ਼ਡ ਟੂ ਡੂ ਇਟ। ਐਂਡ ਇੱਕ ਇਹੋ ਜਿਹੀ ਗੱਲ ਵੈਸੇ ਹੋਣੀ ਬਹੁਤ ਜ਼ਰੂਰੀ ਹੈ ਹੈਰੀ, ਜਿੱਥੇ ਕਿ ਤੁਸੀਂ ਸ਼ੇਅਰ ਕਰ ਸਕੋ ਵੀ ਜਦੋਂ ਤੁਸੀਂ ਕਈ ਵਾਰੀ ਜਿਹੜੇ ਦੂਸਰੇ ਪੇਰੈਂਟਸ ਨੇ ਜਦੋਂ ਇੱਕ ਦੂਸਰੇ ਨੂੰ ਦੇਖਦੇ ਆ ਕਹਿੰਦੇ ਵੀ ਹਾਂ ਇਹ ਤਾਂ ਬੜਾ ਹੈਲਥੀ ਲੱਗ ਰਿਹਾ ਹੈ ਨਾ ਕੰਪੇਅਰ ਟੂ ਵਟ ਆਈ ਸੀਨ ਲਾਸਟ ਟਾਈਮ, ਫਿਰ ਇੱਕ ਉਹਨਾਂ ਨੂੰ ਇੱਕ ਕਿਸਮ ਦੀ ਮੋਟੀਵੇਸ਼ਨ ਮਿਲਦੀ ਹੈ ਇੱਕ ਦੂਸਰੇ ਤੋਂ ਵੀ ਅਸੀਂ ਹੈਲਥੀ ਰਹਿਣਾ ਹੈਗਾ। ਤੇ ਨੈਕਸਟ ਕੁਐਸਚਨ ਮੈਂ ਪੁੱਛਾਂਗੀ ਜਿੱਦਾਂ ਕਿ ਫਿਜ਼ੀਕਲ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ, ਕਿਉਂ ਕਰਕੇ ਇਹ ਇੰਪੋਰਟੈਂਟ ਹੈਗੀ ਆ? ਫਿਜ਼ੀਕਲ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਇਟ ਕੈਨ ਮੇਕ ਯੂ ਫਿਟ, ਤੁਸੀਂ ਫਿਟ ਰਹਿੰਦੇ ਹੋ ਹਾਂਜੀ ਹਮੇਸ਼ਾ। ਅਤੇ ਫਿਜ਼ੀਕਲ ਐਜੂਕੇਸ਼ਨ ਇੱਕ ਆਪਣੇ ਇੰਡੀਆ ਦੇ ਵਿੱਚ ਤਾਂ ਸਬਜੈਕਟ ਵੀ ਹੁੰਦਾ, ਇੱਥੇ ਵੀ ਸਬਜੈਕਟ ਹੈ ਹਾਂਜੀ ਕਰਿਕੂਲਮ ਜਿਹੜਾ ਆਪਣਾ, ਉਹ ਤੁਹਾਨੂੰ ਇਹੀ ਇਸੇ ਕਰਕੇ ਸਬਜੈਕਟ ਹੈ ਕਿ ਤੁਹਾਨੂੰ ਫਿਜ਼ੀਕਲੀ ਫਿਟ ਰੱਖਦਾ, ਹੈਪੀਨੈਸ ਰੱਖਦਾ, ਅਤੇ ਤੁਹਾਡੇ ਮਸਲਸ ਵਗੈਰਾ ਵੀ ਇੱਦਾਂ ਪੁੱਲ ਹੁੰਦੇ ਰਹਿੰਦੇ ਆ। ਬੱਚਾ ਜੇ ਖੇਡਦਾ ਆ ਫਿਜ਼ੀਕਲੀ ਕੋਈ ਵੀ ਐਕਟੀਵਿਟੀ ਕਰਦਾ, ਚਾਹੇ ਕੋਈ ਐਕਸਰਸਾਈਜ਼ ਹੋਵੇ ਜਾਂ ਸਵਿਮਿੰਗ ਹੋਵੇ ਜਾਂ ਕ੍ਰਿਕਟ ਹੋਵੇ, ਫੁੱਟਬਾਲ ਹੋਵੇ, ਕੋਈ ਐਕਟੀਵਿਟੀ ਫਿਜ਼ੀਕਲੀ ਕਰਦੇ ਹੋ ਤੁਸੀਂ, ਯੂ ਵਿਲ ਬੀ ਫਿਟ। ਐਂਡ ਦੇਖੋ ਤੁਹਾਨੂੰ ਦਵਾਈਆਂ ਵੀ ਘੱਟ ਲੈਣੀਆਂ ਪੈਣਗੀਆਂ, ਡਾਕਟਰ ਦੇ ਵੀ ਘੱਟ ਜਾਣਾ ਪੈਣਾ, ਅਤੇ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ। ਉਹਦੇ ਨਾਲ ਤੁਸੀਂ ਜਿਹੜੇ ਹੈਲਥ ਕੇਅਰ ਨੇ ਉਹਨਾਂ ਦੀ ਵੀ ਤੁਸੀਂ ਹੈਲਪ ਕਰਦੇ ਹੋ ਇਸ ਤਰੀਕੇ ਦੇ ਨਾਲ। ਅਤੇ ਇਹ ਨਹੀਂ ਹੈਗਾ ਤੁਸੀਂ ਆਪਣੀ ਹੈਲਪ ਕਰਦੇ ਹੋ, ਤੁਸੀਂ ਕਮਿਊਨਿਟੀ ਦੀ ਵੀ ਹੈਲਪ ਕਰ ਰਹੇ ਹੋ। ਜੇ ਤੁਸੀਂ ਫਿੱਟ ਹੋ, ਤੁਸੀਂ ਦੇਖੋ ਹੁਣ ਵੀ ਕੋਵਿਡ ਦੀ ਕਿੱਡੀ ਵੱਡੀ ਸਿਚੁਏਸ਼ਨ ਚੱਲ ਰਹੀ ਹੈ, ਜੇ ਤੁਸੀਂ ਖੇਡਾਂ ਨਾਲ ਜੁੜੇ ਹੋਏ ਆ, ਤੁਹਾਡਾ ਇਮਿਊਨ ਸਿਸਟਮ ਹਾਈ ਆ ਅਤੇ ਵਧੀਆ ਆ, ਤੁਹਾਨੂੰ ਕੋਵਿਡ ਵੀ ਨਹੀਂ ਫੜਦਾ, ਤਾਂ ਤੁਸੀਂ
ਇਸ ਦੇ ਨਾਲ ਤੁਸੀਂ ਕਮਿਊਨਿਟੀ ਦੀ ਵੀ ਹੈਲਪ ਕਰ ਰਹੇ ਹੋ, ਡਾਕਟਰਾਂ ਦੀ ਵੀ ਹੈਲਪ ਕਰ ਰਹੇ ਹੋ, ਉਲਟਾ ਕੰਟਰੀ ਦੀ ਵੀ ਹੈਲਪ ਕਰ ਰਹੇ ਹੋ। ਸੋ ਹੈਲਥ, ਵੈਲਥ ਐਂਡ ਹੈਪੀਨੈਸ ਆਪਣੀ ਨਹੀਂ ਸਿਰਫ ਦੂਸਰਿਆਂ ਦੀ ਵੀ ਤੁਸੀਂ ਮਦਦ ਕਰ ਰਹੇ ਹੋ ਜਦੋਂ ਤੁਸੀਂ ਆਪ ਹੈਲਥੀ ਹੋ, ਕਿਉਂਕਿ ਅਗਰ ਅਸੀਂ ਆਪ ਹੈਲਥੀ ਹਾਂ ਤੇ ਤਾਂ ਹੀ ਅਸੀਂ ਕਿਸੇ ਹੋਰ ਦੀ ਹੈਲਪ ਕਰ ਸਕਦੇ। ਜੇਕਰ ਅਸੀਂ ਆਪ ਬਿਮਾਰ ਹੈਗੇ ਆ, ਨਾਟ ਫੀਲਿੰਗ ਗੁੱਡ, ਤੇ ਨਾ ਹੀ ਅਸੀਂ ਆਪਣੇ ਬੱਚਿਆਂ ਦਾ, ਨਾ ਹੀ ਆਪਣੇ ਪੇਰੈਂਟਸ ਦਾ ਜਾਂ ਆਪਣੀ ਲੋਕਲ ਕਮਿਊਨਿਟੀ ਦੀ ਕਿਸੇ ਤਰੀਕੇ ਦੇ ਮਦਦ ਕਰ ਸਕਦੇ ਆ। ਜਿੱਦਾਂ ਕਿ ਤੁਸੀਂ ਮੈਂਸ਼ਨ ਕੀਤਾ ਹੈਰੀ ਕਿ ਜਿਹੜੀ ਹੈ ਮੋਟਰ ਸਕਿੱਲ, ਹੈਂਡ ਐਂਡ ਆਈ ਕੋਆਰਡੀਨੇਸ਼ਨ ਹੈ ਨਾ, ਬੋਡੀ ਮੂਵਮੈਂਟ ਜਿਹੜੀ ਹੈ ਸਾਰੀ ਜਿਹੜੀ ਸਾਡੀ ਫਿਜ਼ੀਕਲ ਐਜੂਕੇਸ਼ਨ ਤੋਂ ਮਿਲਦੀ ਹੈ। ਰਾਈਟ ਫੂਡ ਅਸੀਂ ਕੀ ਖਾਣਾ ਹੈ ਇਹ ਵੀ ਸਾਨੂੰ ਇਹਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਦੱਸਿਆ ਜਾਂਦਾ ਹੈ। ਐਂਡ ਰਿਡਿਊਸ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਸਟ੍ਰੈਸ ਕਰ ਸਕਦੇ ਹਾਂ ਇਹ ਵੀ ਸਾਨੂੰ ਫਿਜ਼ੀਕਲ ਐਜੂਕੇਸ਼ਨ ਤੋਂ ਮਿਲਦਾ ਹੈ। ਕਿ ਹਾਰਟ ਡਿਜ਼ੀਜ਼ਸ ਜਿਹੜੇ ਕਿ ਮੇਨ ਜਿਹੜਾ ਕੋਜ਼ ਇਨ ਡੈਥ UK ਦੇ ਵਿੱਚ ਹੈਗਾ, ਉਹਦੇ ਤੋਂ ਕਿਸ ਤਰੀਕੇ ਦੇ ਨਾਲ ਅਸੀਂ ਰਾਹਤ ਪਾ ਸਕਦੇ ਹਾਂ। ਇਹਦੇ ਨਾਲ ਨਾਲ ਕਿਸ ਤਰੀਕੇ ਦੇ ਨਾਲ ਅਸੀਂ ਬਿਲਡ ਕਰ ਸਕਦੇ ਹਾਂ ਆਪਣਾ ਸੈਲਫ ਕੌਨਫੀਡੈਂਸ। ਸੋ ਇਹ ਵੀ ਬਹੁਤ ਇੰਪੋਰਟੈਂਟ ਹੁੰਦਾ ਕਿ ਸਾਨੂੰ ਆਪਣੇ 'ਚ ਸੈਲਫ ਕੌਨਫੀਡੈਂਸ ਹੋਏ ਜਦੋਂ ਅਸੀਂ ਬਾਹਰ ਕਿਸੇ ਨੂੰ ਮਿਲਣਾ ਹੈ, ਵਰਤਣਾ ਹੈ, ਕਿਸ ਤਰੀਕੇ ਦੇ ਨਾਲ ਸਾਨੂੰ ਹੋਣਾ ਚਾਹੀਦਾ। ਇਹਦੇ ਨਾਲ ਨਾਲ ਰੈਗੂਲਰ ਫਿਟਨੈਸ ਐਕਟੀਵਿਟੀਜ਼ ਜਿਹੜੀਆਂ ਕਿਸ ਟਾਈਮ 'ਤੇ ਕਰਨੀਆਂ ਚਾਹੀਦੀਆਂ, ਉਹਦੇ ਬਾਰੇ ਸਾਰੀ ਇਨਫੋਰਮੇਸ਼ਨ ਸਾਨੂੰ ਮਿਲਦੀ ਹੈ ਕਿ ਸਾਡੀ ਫਿਜ਼ੀਕਲ ਐਜੂਕੇਸ਼ਨ ਤੋਂ। ਸੋ ਬਹੁਤ ਜ਼ਰੂਰੀ ਹੈ ਫਿਜ਼ੀਕਲ ਐਜੂਕੇਸ਼ਨ ਜਿਹੜਾ ਸਬਜੈਕਟ ਸਾਡੇ ਲਈ ਤਿਆਰ ਕੀਤਾ ਜਾਂਦਾ ਹੈਗਾ ਕਰਿਕੂਲਮ ਦੁਆਰਾ, ਕਿ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੰਕਲੂਡ ਹੋਣ। ਇਹਦੇ ਨਾਲ ਨਾਲ ਹੈਲਥ ਐਂਡ ਨਿਊਟ੍ਰੀਸ਼ਨ ਜਿਹੜੀ ਹੈਗੀ ਹੈ ਬਹੁਤ ਵੱਡੀ ਇਹਦੀ ਦੇਣ ਹੈਗੀ ਹੈ, ਕਿ ਇਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਕੀ ਫੂਡ ਖਾਣਾ ਹੈ, ਕੀ ਨਹੀਂ ਅਸੀਂ ਖਾਣਾ, ਜੋ ਕਿ ਸਾਡੀ ਹੈਲਥ ਨੂੰ ਪ੍ਰਮੋਟ ਕਰਦਾ ਹੈ। ਸਪੈਸ਼ਲੀ ਜਦੋਂ ਅਸੀਂ ਕਈ ਵਾਰੀ ਜਿਹੜਾ ਸਾਡੀ ਏਸ਼ੀਅਨ ਡਾਈਟ ਹੈਗੀ ਹੈ ਹੈਰੀ ਜੀ, ਉਹ ਕਾਫੀ ਰਿਚ ਇਨ ਸਰਟਨ ਥਿੰਗ ਦੇ ਵਿੱਚ ਹੈਗੀ ਹੈ। ਪੰਜਾਬੀ ਫੂਡ ਜਿਹੜਾ ਹੈਗਾ ਉਹ ਅਸੀਂ ਕਾਫੀ ਤੇਲ ਵਗੈਰਾ ਪਾ ਕੇ ਜਾਂ ਸ਼ੂਗਰ ਦੇ ਵਿੱਚ ਬਹੁਤ ਹਾਈ ਲੈਵਲ 'ਤੇ ਹੁੰਦਾ, ਜਿਹਦੇ ਕਰਕੇ ਸਾਡੀ ਬਿਮਾਰੀਆਂ ਵੱਧ ਜਾਂਦੀਆਂ। ਬਟ ਜਿਹੜੇ ਸਾਡੇ ਯੰਗਸਟਰ ਨੇ, ਕਈ ਵਾਰੀ ਸਾਡੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਕਹਿੰਦੇ ਆ ਵੀ ਇਹ ਤੁਸੀਂ ਫੂਡ ਨਾ ਬਣਾਓ, ਇਹਦੇ ਵਿੱਚ ਜਿਹੜੀ ਹੈਗੀ ਹੈ ਜ਼ਿਆਦਾ ਸੋਲਟ ਹੈ ਜਾਂ ਸ਼ੂਗਰ ਹੈ, ਤੇ ਉਸ ਟਾਈਮ ਅਸੀਂ ਕਹਿੰਦੇ ਆ ਵੀ ਨਹੀਂ। ਸੋ ਲਿਸਨ ਟੂ ਦੈਮ। ਇਹਦੇ ਬਾਰੇ ਤੁਸੀਂ ਕੀ ਕਹੋਗੇ, ਜਿਹੜੀ ਸਾਡੀ ਪੰਜਾਬੀ ਫੂਡ, ਨਿਊਟ੍ਰੀਸ਼ਨ ਤੇ ਸਪੋਰਟਸ ਜਿਹੜਾ ਹੈਗਾ ਕੰਬੀਨੇਸ਼ਨ, ਇਹਨਾਂ ਦਾ ਕੀ ਬਣਦਾ ਹੈਗਾ? ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਆਪਣਾ ਪੰਜਾਬੀ ਫੂਡ ਆ, ਵੀਅਰਸ ਨੂੰ ਮੈਂ ਕਹੂੰਗਾ ਸ਼ੂਗਰ ਤੇ ਸਾਲਟ ਦੋਨੋਂ ਹੀ ਘੱਟ ਖਾਇਆ ਕਰੋ ਜੀ, ਠੀਕ ਹੈ। ਉਹਦੇ ਨਾਲ ਤੁਹਾਡੀ ਜਿਹੜਾ ਮੋਟਾਪਾ ਆ ਉਹ ਬਹੁਤ ਹੀ ਜ਼ਿਆਦਾ ਘੱਟ ਹੁੰਦਾ। ਤੇ ਜਿਹੜੀ ਤੁਹਾਡੀ ਸਪੋਰਟਸ ਆ ਉਹ ਤਾਂ ਐਕਟੀਵਿਟੀ ਚਾਹੀਦੀ ਹੈ ਹਾਂਜੀ। ਤੇ ਜਿਹੜਾ ਸ਼ੂਗਰ, ਕੋਈ ਵੀ ਆਪਣਾ ਜਿੱਦਾਂ ਆਪਣਾ ਇੰਡੀਅਨ ਫੂਡ ਬਣਾਉਂਦੇ ਆ, ਠੀਕ ਹੈ। ਅੱਜ ਕੱਲ੍ਹ ਤਾਂ ਜੇ ਕੋਈ ਫੂਡ ਬਣਾਉਣਾ ਹੈ ਤੁਹਾਨੂੰ YouTube ਤੋਂ ਮਿਲ ਜਾਂਦਾ, ਤੁਹਾਨੂੰ ਨਾ ਬਣਾਉਣਾ ਆਉਂਦਾ ਹੋਵੇ ਹਾਂਜੀ, ਠੀਕ ਹੈ। ਤੇ ਹੈਲਥੀ ਬਣਾਓ, ਜ਼ਿਆਦਾਤਰ ਵੈਜੀਟੇਬਲਸ ਜ਼ਿਆਦਾ ਇਨਕਲੂਡ ਕਰੋ ਤਾਂ ਤੁਹਾਡੀ ਸਿਹਤ ਹਮੇਸ਼ਾ ਵਧੀਆ ਰਹੂਗੀ। ਸਿਹਤ ਵਧੀਆ ਰਹੂਗੀ, ਤੁਸੀਂ ਖੁਸ਼ ਰਹੋਗੇ, ਤੁਹਾਡਾ ਪਰਿਵਾਰ ਖੁਸ਼ ਰਹੂਗਾ, ਤੁਹਾਡਾ ਪਰਿਵਾਰ ਖੁਸ਼ ਹੋਊਗਾ, ਕਮਿਊਨਿਟੀ ਖੁਸ਼ ਹੋਊਗੀ, ਕਮਿਊਨਿਟੀ ਖੁਸ਼ ਹੋਊਗੀ, ਵਰਲਡ ਇਜ਼ ਹੈਪੀ। ਤੇ ਇਹ ਆ ਵੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਆਪਣੇ ਆਪ ਨੂੰ ਫਿੱਟ ਰੱਖਣਾ। ਅੱਜ ਕੱਲ੍ਹ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹ ਸਾਰਿਆਂ ਨੂੰ ਪਤਾ, ਉਹ ਆਪਣੇ ਕੋਈ ਇੰਗਲੈਂਡ ਦੀ ਨਹੀਂ, ਪੂਰੇ ਵਰਲਡ ਦੀ ਸਿਚੁਏਸ਼ਨ ਆ। ਤੇ ਮੈਂ ਤੁਹਾਡਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਜਿਹੜਾ ਕਿ ਤੁਸੀਂ ਇੱਦਾਂ ਦਾ ਪ੍ਰੋਗਰਾਮ ਅਵੇਅਰਨੈਸ ਸਾਰੇ ਸਰੋਤਿਆਂ ਲਈ ਲੈ ਕੇ ਆਏ ਹੋ, ਤੇ ਤੁਸੀਂ ਉਹਦੇ ਨਾਲ ਦੱਸਦੇ ਹੋ। ਤੁਹਾਡੀ ਵੀ ਨੌਲੇਜ ਬਹੁਤ ਜ਼ਿਆਦਾ ਹੈ ਹੈਲਥ ਦੇ ਪ੍ਰਤੀ, ਮੈਂ ਦੇਖਿਆ ਤੁਹਾਡੀਆਂ ਗੱਲਾਂ ਤੋਂ, ਤੇ ਤੁਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਅਵੇਅਰ ਕਰਦੇ ਹੋ। ਬਹੁਤ ਹੀ ਚੰਗੀ ਗੱਲ ਆ। ਜੇ ਤੁਸੀਂ ਕਿਸੇ ਨੇ ਸ਼ੋਅ ਨਹੀਂ ਦੇਖਿਆ ਤਾਂ ਤੁਸੀਂ ਆਪਣੇ ਫਰੈਂਡਾਂ ਨੂੰ ਜਿਹੜੇ ਅੱਗੇ ਦੀ ਅੱਗੇ ਉਹਨਾਂ ਨੂੰ ਇਹ ਸ਼ੋਅ ਜ਼ਰੂਰ ਦਿਖਾਓ, ਤੁਹਾਨੂੰ ਬਹੁਤ ਹੀ ਹੈਲਥੀ ਟਿਪਸ ਮਿਲਣਗੀਆਂ ਹਮੇਸ਼ਾ। Oh, thank you so much, Harry. That was really nice of you. But ਇਹ ਹੈਗਾ ਕਿ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਜੇ ਲੋਕਾਂ ਕਰਕੇ ਹੈਗਾ, ਕਿਉਂਕਿ ਉਹ ਆਉਣਗੇ ਤਾਂ ਹੀ ਅਸੀਂ ਇਹ ਪ੍ਰੋਗਰਾਮ ਇਨਫੋਰਮੇਸ਼ਨ ਹੋਰ ਗਾਂ ਦੇ ਸਕਦੇ ਹਾਂ। ਸੋ ਥੈਂਕ ਯੂ ਤੁਹਾਡੇ ਆਉਣ ਦੇ ਲਈ। ਆਈ ਵਿਲ ਸੇ ਹੈਰੀ ਥੋੜ੍ਹੀ ਜਿਹੀ ਇਹ ਗੱਲਬਾਤ ਕਰਾਂਗੇ ਕਿ ਜਿਹੜੇ ਸਪੋਰਟਸ ਐਂਡ ਡਰੱਗਸ ਜਿਹੜੇ ਹੈਗੇ ਆ ਹੈ ਨਾ, ਇਹਨਾਂ ਦੇ ਵਿੱਚ ਆਈ ਮੀਨ ਇਟਸ ਅ ਕੰਬੀਨੇਸ਼ਨ ਵੀ ਕੈਨ ਸੇ। ਕਈ ਤੇ ਅਸੀਂ ਕਹਿ ਸਕਦੇ ਹਾਂ ਗੁੱਡ ਪੁਆਇੰਟਸ ਵੀ ਹੈਗੇ ਐਂਡ ਬੈਡ ਪੁਆਇੰਟ, ਉਹ ਥੋੜ੍ਹਾ ਜਿਹਾ ਤੁਸੀਂ ਦੱਸੋ। ਦੇਖੋ, ਜਿਹੜਾ ਡਰੱਗ ਆ ਆਪਣੇ ਪੰਜਾਬ ਵਗੈਰਾ ਦੇ ਵਿੱਚ ਜਾਂ ਇੱਥੇ ਵੀ ਹੈ, ਜਿਹੜਾ ਬੱਚਾ ਡਰੱਗ ਲੈਣ ਲੱਗ ਜਾਵੇ ਉਹ ਸਪੋਰਟਸ ਦੇ ਨਾਲ ਬਹੁਤ ਲੰਬਾ ਟਾਈਮ ਨਹੀਂ ਜੁੜਿਆ ਰਹਿ ਸਕਦਾ। ਹਮੇਸ਼ਾ ਆਪਣੇ ਬੱਚੇ ਦੀ ਡਾਈਟ ਦਾ ਖਿਆਲ ਰੱਖੋ, ਬੱਚੇ ਦਾ ਖਿਆਲ ਰੱਖੋ, ਆਪਣੇ ਕੰਮ ਤੋਂ ਚਾਹੇ ਥੋੜ੍ਹਾ ਟਾਈਮ ਘੱਟ ਕਰ ਲਓ। ਜਿਹੜੀ ਬੱਚੇ ਡਰੱਗ ਲੈਣ ਲੱਗ ਜਾਂਦੇ ਆ ਉਹ ਬਿਲਕੁਲ ਹੀ ਕਮਿਊਨਿਟੀ ਦੇ ਲਈ ਵੀ ਪ੍ਰੋਬਲਮ ਆ, ਤੁਹਾਡੇ ਲਈ ਵੀ ਪ੍ਰੋਬਲਮ ਆ, ਸਾਰਿਆਂ ਲਈ ਪ੍ਰੋਬਲਮ ਆ। ਡਰੱਗਸ ਤੋਂ ਬੱਚੇ ਨੂੰ ਹਮੇਸ਼ਾ ਦੂਰ ਰੱਖੋ। ਤੇ ਜੇ ਤੁਹਾਨੂੰ ਜਿਹੜੀ ਮੈਡੀਸਨ ਵੀ ਹੈ ਨਾ, ਮੈਡੀਸਨ ਵੀ ਤੁਸੀਂ ਜੇ ਘੱਟ ਖਾਓਗੇ ਤੁਹਾਨੂੰ ਫਾਇਦਾ ਹੋਊਗਾ। ਜੇ ਤੁਸੀਂ ਹੈਲਦੀ ਰਹੋਗੇ ਤੁਹਾਨੂੰ ਮੈਡੀਸਨ ਘੱਟ ਖਾਣੀ ਪਊਗੀ ਜੀ। ਤੇ ਤੁਸੀਂ ਆਪਣੀ ਡਾਈਟ ਦਾ ਖਿਆਲ ਰੱਖੋ, ਜਿਹੜੀ ਤੁਸੀਂ ਡਾਈਟ ਆ ਮੇਨਟੇਨੈਂਸ ਕਰਨੀ ਹੈ, ਤੇ ਡਰੱਗ ਤੋਂ ਦੂਰ ਰਹਿਣਾ। ਹੁਣ ਦੇਖੋ, ਤੁਸੀਂ ਕਬੱਡੀ ਦੇ ਪਲੇਅਰ ਹੁੰਦੇ ਆ, ਉਹ ਇੰਜੈਕਸ਼ਨ ਲਾ ਕੇ ਖੇਡਣ ਲੱਗ ਪੈਂਦੇ ਆ, ਤੇ ਜਦੋਂ ਇੰਜੈਕਸ਼ਨ ਲਾ ਕੇ ਖੇਡਣ ਲੱਗ ਪੈਂਦੇ ਆ, ਕਿੰਨੀਆਂ ਗੇਮਾਂ ਖੇਡਦੇ ਆ, 2 ਖੇਡ ਲੈਂਦੇ ਆ, 4 ਖੇਡ ਲੈਂਦੇ ਆ, ਉਸ ਤੋਂ ਬਾਅਦ ਉਹਨਾਂ ਦੀ ਬੋਡੀ ਯੂਜ਼ ਟੂ ਹੋ ਜਾਂਦੀ ਹੈ, ਤੇ ਉਹ ਨਾ ਤਾਂ ਸੌ ਪਾਉਂਦੇ ਆ ਟਾਈਮ ਨਾਲ, ਨਾ ਨੀਂਦ ਆਪਣੀ ਪੂਰੀ ਕਰ ਪਾਉਂਦੇ ਆ, ਨਾ ਹੈਪੀਨੈਸ। ਬਸ ਉਹ ਇਹੀ ਆ ਵੀ ਉਸ ਟਾਈਮ ਖੇਡ ਲੈਣਗੇ 2 ਘੰਟੇ, ਉਸ ਤੋਂ ਬਾਅਦ ਉਹਨਾਂ ਦੀ ਲਾਈਫ ਖਰਾਬ ਆ, ਤੇ ਲੌਂਗ ਟਾਈਮ ਲਈ ਉਹਨਾਂ ਨੂੰ ਬਹੁਤ ਹੋਰ ਬਿਮਾਰੀਆਂ ਲੱਗ ਜਾਂਦੀਆਂ ਤੇ ਆਦੀ ਬਣ ਜਾਂਦੇ ਆ।
ਇਸ ਚੀਜ਼ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ। ਜੀ। ਹੈਲਥੀ ਰਹਿਣ ਲਈ ਆਪਣਾ ਡਰੱਗ ਦੂਰ ਰੱਖੋ ਤੇ ਹਮੇਸ਼ਾ ਆਪਣੇ ਬੱਚੇ ਦਾ ਖਿਆਲ ਰੱਖੋ। ਤੇ ਉਹਦੀ ਆਪੋਜ਼ਿਟ ਅਗਰ ਅਸੀਂ ਗੱਲ ਕਰੀਏ, ਜਿਹੜੇ ਹੈਗੇ ਆ ਕਈ ਡਰੱਗਸ ਲੈਂਦੇ ਆ ਤੇ ਜਦੋਂ ਸਪੋਰਟਸ ਖੇਲਦੇ ਆ ਉਹਨਾਂ ਨੂੰ ਕਾਫੀ ਹੱਦ ਤੱਕ ਇਸ ਤੋਂ ਰਾਹਤ ਵੀ ਮਿਲਦੀ ਹੈ। ਇਹਦੇ ਬਾਰੇ ਥੋੜਾ ਜਿਹਾ ਦੱਸੋਗੇ? ਦੇਖੋ, ਜਿਹੜੇ ਡਰੱਗ ਲੈਂਦੇ ਆ ਉਸ ਟਾਈਮ ਲਈ ਤੁਹਾਡਾ ਇਮਿਊਨ ਸਿਸਟਮ ਥੋੜਾ ਹਾਈ ਹੋ ਜਾਂਦਾ ਤੇ ਤੁਸੀਂ ਉਹਨਾਂ 1-2 ਘੰਟੇ ਦੀ ਤੁਹਾਡੀ ਪਾਵਰ ਰਹਿੰਦੀ ਹੈ, ਪਰ ਜੇ ਤੁਸੀਂ ਦੇਖੋਗੇ ਉਹ ਲੌਂਗ ਟਾਈਮ ਨਹੀਂ ਤੁਹਾਡਾ ਚੱਲਣਾ ਹੈਗਾ। ਜਿਹੜੇ ਵੀ ਡਰੱਗ ਲੈ ਖੇਲਦੇ ਆ ਉਹ ਤੁਹਾਡੇ ਕਪਲ ਆਫ ਗੇਮਸ ਦੇ ਲਈ ਹੋਊਗੀ। ਇਸ ਲਈ ਮੈਂ ਤਾਂ ਇਹ ਕਹੂੰਗਾ ਵੀ ਡਰੱਗ ਤੋਂ ਹਮੇਸ਼ਾ ਦੂਰ ਰਹੋ, ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖੋ, ਹੈਲਥੀ ਫੂਡ ਖਾਓ ਤੇ ਤੁਹਾਨੂੰ ਡਰੱਗ ਦੀ ਕਦੇ ਜ਼ਰੂਰਤ ਹੀ ਨਹੀਂ ਪੈਣੀ। ਵੈਰੀ ਗੁੱਡ। ਹੈਰੀ ਨੇ ਜਿੱਦਾਂ ਦੱਸਿਆ ਵੀ ਜਿਹੜੀ ਡਰੱਗਸ ਹੈਗੀ ਆ ਸਾਡੀ ਦੋਵੇਂ ਪਾਸਿਓਂ ਦੀ ਕੰਮ ਕਰਦੀ ਹੈਗੀ। ਕਈ ਤੇ ਜਦੋਂ ਖੇਡਦੇ ਨੇ ਉਦੋਂ ਡਰੱਗਸ ਲੈਂਦੇ ਨੇ ਤੇ ਕਈ ਛੁਟਕਾਰਾ ਪਾਉਣ ਵਾਸਤੇ ਵੀ ਡਰੱਗਸ ਨੂੰ ਛੱਡਦੇ ਹੈਗੇ ਆ। ਸੋ ਉਹਦੇ ਵਿੱਚ ਸਪੋਰਟਸ ਲਈ ਜੇਕਰ ਤੁਸੀਂ ਆਲਰੇਡੀ ਸਪੋਰਟਸ ਦੇ ਵਿੱਚ ਹੋ ਤੇ ਸਪੋਰਟਸ ਕਰਦੇ ਵਕਤ ਡਰੱਗਸ ਲੈਂਦੇ ਹੋ ਤੇ ਸ਼ੁੱਡ ਅਵੋਇਡ ਇਟ ਐਂਡ ਸ਼ੁੱਡ ਬੀ ਬੈਂਡ ਐਨੀਵੇ। ਪਰ ਕਈ ਵਾਰੀ ਹੁੰਦਾ ਲੋਕੀ ਛੁਪ ਕੇ ਲੈ ਲੈਂਦੇ ਜਿਹੜੇ ਸਪੋਰਟਸ ਪਲੇਅਰ ਹੁੰਦੇ ਆ। ਇਟਸ ਨੋ ਟੂ ਡਰੱਗਸ ਇਨ ਸਪੋਰਟਸ ਹਰੇਕ ਮਾਨਿਆ ਤੋਂ ਦੇਖਿਆ ਜਾਏ ਤੇ, ਪਰ ਜਿਹੜੇ ਲੋਕ ਆਲਰੇਡੀ ਡਰੱਗਸ ਲੈਂਦੇ ਤੇ ਕਈ ਵਾਰੀ ਸਪੋਰਟਸ ਖੇਡਣ ਲੱਗ ਜਾਂਦੇ ਆ ਉਹਨਾਂ ਨੂੰ ਬਹੁਤ ਫਾਇਦਾ ਆਪਣੀ ਹਾਲਤ ਦੇ ਵਿੱਚ ਨਜ਼ਰ ਆਉਂਦਾ ਹੈ, ਕਿਉਂਕਿ ਸਪੋਰਟਸ ਜਿਹੜਾ ਤੁਹਾਡਾ ਮਾਈਂਡ ਜਿਹੜਾ ਉਸ ਚੀਜ਼ ਤੋਂ ਹਟਾ ਕੇ ਇੱਕ ਦੂਸਰੀ ਚੀਜ਼ ਵੱਲ ਜੋੜ ਦਿੰਦਾ ਹੈਗਾ, ਜਿਹਦੇ ਕਰਕੇ ਜਿਹੜਾ ਤੁਹਾਡਾ ਮਾਈਂਡ ਡਰੱਗਸ ਤੋਂ ਆਫ ਹੋ ਕੇ ਇੱਕ ਖੇਡ ਵੱਲ ਜੁੜ ਜਾਂਦਾ ਤੇ ਉਹ ਤੁਹਾਡੀ ਇੱਕ ਐਕਟੀਵਿਟੀ ਬਣ ਜਾਂਦੀ ਹੈ ਜਿਹਦੇ ਤੋਂ ਤੁਹਾਨੂੰ ਪ੍ਰਮੋਟ ਮਿਲਦੀ ਹੈਗੀ ਹੈ, ਮੋਟੀਵੇਸ਼ਨ ਹੋਣ ਦਾ, ਉਤਸ਼ਾਹਿਤ ਹੋਣ ਦਾ ਇੱਕ ਸਬਕ ਮਿਲਦਾ ਹੈ ਐਂਡ ਤੁਸੀਂ ਉਸ ਖੇਡ ਦੇ ਨਾਲ ਜੁੜ ਜਾਂਦੇ ਹੋ। ਸੋ 2 ਤਰੀਕੇ ਹੈ ਜਿੱਦਾਂ ਹੈਰੀ ਜੀ ਨੇ ਮੈਂਸ਼ਨ ਕੀਤਾ ਕਿ ਦੋਵੇਂ ਜਿਹੜੇ ਹੈਗੇ ਆ ਵੈਰੀ ਆਪੋਜ਼ਿਟ ਹੈਗੇ ਆ। ਇੱਕ ਤੁਹਾਨੂੰ ਥੱਲੇ ਲਿਜਾਂਦਾ ਤੇ ਇੱਕ ਉੱਤੇ ਨੂੰ ਲਿਜਾਂਦਾ, ਪੌੜੀਆਂ ਚੜਾਉਂਦਾ ਹੈਗਾ। ਸੋ ਇਹ ਦੋਵਾਂ ਦਾ ਸਾਨੂੰ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਹੈਗਾ। ਤੇ ਲਾਸਟ ਆਫ ਆਲ ਹੈਰੀ ਜੀ ਮੈਂ ਜਾਣਨਾ ਚਾਹਾਂਗੀ ਕਿ ਤੁਸੀਂ ਪ੍ਰਮੋਟ ਕਰਦੇ ਹੋ ਕ੍ਰਿਕਟ ਐਂਡ ਫੁੱਟਬਾਲ ਨੂੰ, ਉਹ ਜਿਹੜੇ ਸਾਡੇ ਵਿਊਅਰਸ ਨੇ ਹਨਾ, ਉਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਕੰਟੈਕਟ ਕਰ ਸਕਦੇ ਨੇ? ਤੁਹਾਡੀ ਕੋਈ ਵੈਬਸਾਈਟ ਹੈਗੀ ਹੈ ਜਾਂ ਤੁਸੀਂ ਉਹਦਾ ਤੁਹਾਨੂੰ ਸਰਟਨ ਪਲੇਸ ਤੇ ਤੁਹਾਡੇ ਬਣਿਆ ਹੋਇਆ? ਮੈਂ ਤੁਹਾਨੂੰ ਆਪਣਾ ਨੰਬਰ ਵੀ ਦੇ ਦੂੰਗਾ। ਤੁਸੀਂ ਪਹਿਲਾਂ ਤਾਂ ਜਿਹੜੇ ਚੈਨਲ ਤੇ ਮੈਨੂੰ ਬੁਲਾਇਆ ਕਾਂਸ਼ੀ ਟੀਵੀ ਨੂੰ ਜ਼ਰੂਰ ਕੰਟੈਕਟ ਕਰੋ, ਕਿਉਂਕਿ ਇਹਨਾਂ ਦੇ ਵਿਊਅਰ ਚਾਹੀਦੇ ਆ। ਇੱਕ ਦੂਜੇ ਦੀ ਹੈਲਪ ਹੀ ਹੈ। ਮੈਂ ਤੁਹਾਨੂੰ ਦੱਸਿਆ ਕਮਿਊਨੀਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਮੇਰਾ ਚਲੋ ਗਰੇਵਾਲ ਕ੍ਰਿਕਟ ਕਲੱਬ ਦਾ ਪੇਜ ਵੀ ਹੈਗਾ। ਇੱਕ ਆਪਣਾ ਮੁੰਡਾ ਫਰੈਂਡ ਆ, ਉਹ ਹੁਣ ਲਾਈਵ ਪੇਜ ਸਟਾਰਟ ਕਰ ਰਿਹਾ ਫੁੱਟਬਾਲ ਐਂਡ ਕ੍ਰਿਕਟ। ਅਸੀਂ ਵੀ ਹੁਣ ਜਿਹੜੀਆਂ ਉਹ ਗੇਮਾਂ ਜਿਹੜੀਆਂ ਖੇਲਦੇ ਆ ਉਹ ਲਾਈਵ ਉਹ 'ਤੇ ਕਰਿਆ ਕਰਾਂਗੇ ਫੁੱਟਬਾਲ ਕ੍ਰਿਕਟ ਪੇਜ 'ਤੇ। ਤੇ ਇਹ ਆ ਵੀ ਤੁਸੀਂ ਜੇ ਜੁੜਨਾ ਆ ਕਾਂਸ਼ੀ ਟੀਵੀ ਨਾਲ ਵੀ ਜੁੜੋ, ਸਾਡੇ ਨਾਲ ਵੀ ਜੁੜੋ ਤੇ ਪੇਜ ਦੇ ਨਾਲ ਵੀ ਜੁੜੋ। ਸਾਰਿਆਂ ਦਾ ਭਲਾ ਹੋਊਗਾ। ਇਹ ਖੇਡਾਂ ਦੇ ਨਾਲ ਵੀ ਜੁੜੋ, ਹੈਲਥੀ ਵੀ ਰਹੋਗੇ। ਤੇ ਐਜ਼ ਤੁਸੀਂ ਸਪੋਰਟ ਦਾ ਆਲ ਟਾਈਪ ਆਫ ਪੀਪਲ ਕਰਦੇ ਹੋ, ਕੀ ਇਹਦੇ ਵਿੱਚ ਥੋੜਾ ਯੋਗਦਾਨ ਵੂਮੈਨਸ ਵੀ ਹੈ? ਆਰ ਵੂਮੈਨਸ ਆਰ ਇਨਕਲੂਡਡ ਹੇਅਰ ਇਨ ਫੁੱਟਬਾਲ ਐਂਡ ਕ੍ਰਿਕਟ ਔਰ ਨਾਟ? ਦੇਖੋ, ਜਿਹੜੇ ਬੱਚਿਆਂ ਦੀ ਫੁੱਟਬਾਲ ਆ, ਮੈਂ ਬੱਚਿਆਂ ਦੀ ਫੁੱਟਬਾਲ 'ਤੇ ਬਹੁਤ ਧਿਆਨ ਦੇ ਰਿਹਾ। ਜਿੱਦਾਂ ਮੇਰੀ ਲੜਕੀ ਫੁੱਟਬਾਲ ਖੇਡਦੀ ਹੈ ਤਾਂ ਉਹ ਸਿਰਫ ਗਰਲਸ ਫੁੱਟਬਾਲ ਹੀ ਹੈ। ਇੱਦਾਂ ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਕਈ ਕੋ ਐਜੂਕੇਸ਼ਨ ਵੀ ਹੈਗੀਆਂ ਨੇ। ਕਈ ਇਕੱਲੇ ਫੁੱਟਬਾਲ ਦੇ ਤੁਸੀਂ ਪੇਰੈਂਟਸ ਹੋ, ਤੁਸੀਂ ਇਕੱਲੇ ਕੁੜੀਆਂ ਨੂੰ ਅਲੱਗ ਕਢਾਉਣਾ ਤਾਂ ਉਹਨਾਂ ਦੇ ਅਲੱਗ ਪਲੇਟਫਾਰਮ ਵੀ ਹੈਗਾ। ਓਕੇ, ਸੋ ਸਾਰਿਆਂ ਦੇ ਲਈ ਹੈਗਾ। ਸੋ ਜੋ ਵੀ ਤੁਸੀਂ ਚੂਜ਼ ਕਰਨਾ ਚਾਹੋ ਤੁਸੀਂ ਹੈਰੀ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਆਪਣਾ ਪੇਜ ਹੈਗਾ ਐਂਡ ਕਾਂਸ਼ੀ ਟੀਵੀ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਕੋਈ ਲਾਸਟ ਮੈਸੇਜ, ਕੁਇਕ ਮੈਸੇਜ ਜੋ ਤੁਸੀਂ ਸਾਡੇ ਵਿਊਅਰਸ ਨੂੰ ਦੇਣਾ ਚਾਹੋ ਹੈਰੀ? ਸਟੇ ਹੈਲਥੀ। ਸਾਰੇ ਆਪਣੀ ਹੈਲਥ ਨੂੰ ਜ਼ਰੂਰ ਧਿਆਨ ਰੱਖੋ ਤੇ ਆਪਣੀ ਐਕਸਰਸਾਈਜ਼ ਕਰਦੇ ਰਹੋ, ਆਪਣੇ ਕਮਿਊਨੀਕੇਸ਼ਨ ਰੱਖੋ। ਇਸ ਟਾਈਮ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਸ ਤੋਂ ਬਚਣ ਲਈ ਹੈਲਥੀ ਰਹੋ, ਕਮਿਊਨਿਟੀ ਦੀ ਹੈਲਪ ਕਰੋ, ਕੰਟਰੀ ਦੀ ਹੈਲਪ ਕਰੋ ਤੇ ਬਚ ਕੇ ਰਹੋ, ਹੈਲਥੀ ਰਹੋ, ਸਪੋਰਟਸ ਦੇ ਨਾਲ ਜੁੜੋ, ਐਕਸਰਸਾਈਜ਼ ਕਰੋ। ਥੈਂਕ ਯੂ। ਇਹਦੇ ਨਾਲ ਹੀ ਸਾਡਾ ਅੱਜ ਦਾ ਹੈਲਥ ਟਾਕ ਇੱਥੇ ਹੀ ਸਮਾਪਤ ਹੁੰਦਾ ਹੈ। ਮੈਂ ਮਿਲਾਂਗੀ ਨੈਕਸਟ ਵੀਕ ਕਿਸੇ ਹੋਰ ਗੈਸਟ ਦੇ ਨਾਲ ਤੇ ਕਿਸੇ ਹੋਰ ਟੌਪਿਕ ਤੇ ਹੈਲਥ ਤੇ ਗੱਲਬਾਤ ਕਰਨ ਲਈ। ਮੇਰੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਜੈ ਗੁਰਦੇਵ।